अंग 10वां। ना शहर ਲਈ ਅਮੀ ਚੰਦ ਓਪਰਾ ਸੀ, ਨਾ ਅਮੀ ਚੰਦ ਲਈ ਸ਼ਹਿਰ। ਭਾਵੇਂ ਉਹਨੇ ਦਾੜੀ ਕੇਸ ਰੱਖੇ ਹੋਏ ਸਨ ਤੇ ਦੇਖਣ ਵਾਲੇ ਨੂੰ ਪੂਰਾ ਗੁਰਸਿੱਖ ਲੱਗਦਾ ਸੀ, ਫਿਰ ਵੀ ਸਭ ਨੂੰ ਪਤਾ ਸੀ ਕਿ ਉਹ ਜਾਤ ਦਾ ਪੰਡਤ ਹੈ। ਸਾਰਾ ਸ਼ਹਿਰ ਉਹਨੂੰ ਸ਼ਰਮਾ ਆਖ ਕੇ ਬੁਲਾਉਂਦਾ ਸੀ। ਉਹ ਜਾਤ ਦਾ ਹੀ ਪੰਡਤ ਨਹੀਂ ਸੀ, ਬਲਕਿ ਧਰਮ ਕਰਮ ਦਾ ਵੀ ਸੀ। ਉਹ ਦੋਵੇਂ ਵਕਤ ਪਾਠ ਪੂਜਾ ਕਰਦਾ, ਸ਼ਰਾਬ ਅੰਡੇ ਪਰਾਈ ਇਸਤਰੀ ਨੂੰ ਤਾਂ ਨਫ਼ਰਤ ਕਰਦਾ ਹੀ ਸੀ, ਹਰਾਮ ਦਾ ਪੈਸਾ ਵੀ ਘਰੇ ਨਹੀਂ ਵੜਨ ਦਿੰਦਾ। ਇਮਾਨਦਾਰੀ ਤੇ ਸਖਤ ਸੁਭਾਅ ਦੇ ਸਿਰ ਤੇ ਉਹ ਸ਼ਹਿਰੀਆਂ ਦੇ ਦਿਲਾਂ ਤੇ ਰਾਜ ਕਰਦਾ ਸੀ। ਹਰ ਸ਼ਹਿਰ ਦੇ ਸ਼ਰੀਫ ਲੋਕ ਡੈਪੂਟੇਸ਼ਨ ਲੈ ਕੇ ਸਾਹਿਬ ਨੂੰ ਮਿਲਦੇ ਰਹਿੰਦੇ ਤੇ ਅਮੀ ਚੰਦ ਨੂੰ ਆਪਣੇ ਆਪਣੇ ਸ਼ਹਿਰ ਲਈ ਮੰਗਦੇ ਰਹਿੰਦੇ। ਇਸ ਸ਼ਹਿਰ ਵਿੱਚ ਉਹ ਕੁੱਲ ਮਿਲਾ ਕੇ 11 ਸਾਲ ਨੌਕਰੀ ਕਰ ਚੁੱਕਾ ਸੀ। ਸ਼ਹਿਰ 'ਚ ਉਹਦੀ ਜਾਣ ਪਛਾਣ ਬਤੌਰ ਹੌਲਦਾਰ ਹੋਈ ਸੀ। ESI ਬਣਿਆ ਤਾਂ ਸਿਟੀ ਇੰਚਾਰਜ ਜਾ ਲੱਗਾ। ਜਦੋਂ ਤਰੱਕੀ ਕਰਕੇ ਉਹ ਸਬ ਇੰਸਪੈਕਟਰ ਬਣਿਆ ਤਾਂ ਲੋਕ ਧਰਨਾ ਮਾਰ ਕੇ ਬੈਠ ਗਏ। ਸਾਹਿਬ ਨੂੰ ਸਿਟੀ ਇੰਚਾਰਜ ਦਾ ਰੈਂਕ ਵਧਾਉਣਾ ਪਿਆ। ਪਹਿਲਾਂ ਸਿਟੀ ਇੰਚਾਰਜ ASI ਹੁੰਦਾ ਸੀ। ਉਸ ਸਮੇਂ ਤੋਂ ਇਹ ਅਹੁਦਾ ਸਬ ਇੰਸਪੈਕਟਰ ਨੂੰ ਜਾਂਦਾ ਸੀ। ਜਦੋਂ ਮਾਲਟਾਊਨ ਵਾਲਿਆਂ ਨੂੰ ਪਤਾ ਲੱਗਾ ਕਿ ਅਮੀ ਚੰਦ ਦੀ ਪੁਲਿਸ ਪਾਰਟੀ ਨੇ ਉਹਨਾਂ ਦੀਆਂ ਕੋਠੀਆਂ ਦੀ ਤਲਾਸ਼ੀ ਲੈਣੀ ਹੈ ਤਾਂ ਉਹਨਾਂ 100 ਵਾਰੀ ਧਰਤੀ ਨਮਸਕਾਰੀ। ਕੋਈ ਹੋਰ ਪੁਲਿਸ ਅਫਸਰ ਹੁੰਦਾ ਤਾਂ ਹਰ ਹਾਲਤ 'ਚ ਖੱਜਲ ਖੁਆਰੀ ਹੁੰਦੀ। ਕਿਸੇ ਨੂੰ ਕੋਈ ਵਗਾਰ ਪੈਂਦੀ, ਕਿਸੇ ਨੂੰ ਕੋਈ। ਮਸਲਾ ਤਾਂ ਬੰਟੀ ਨੂੰ ਲੱਭਣ ਦਾ ਸੀ। ਪੁਲਿਸ ਨੇ ਵਪਾਰੀਆਂ ਦੀਆਂ ਬਹੀਆਂ ਹੀ ਮੰਗ ਕੇ ਬਹਿ ਜਾਣਾ ਸੀ। ਕੋਈ ਸਟੋਰ 'ਚ ਜਾ ਵੜਦਾ, ਕੋਈ ਰਸੋਈ 'ਚ। ਪੁਲਿਸ ਵਾਲੇ ਘਰੇ ਵੜ ਜਾਣ ਤਾਂ ਚੋਰਾਂ ਨਾਲੋਂ ਵੱਧ ਲੁੱਟਦੇ ਹਨ। ਚੋਰ ਤਾਂ ਚੋਰੀ ਛੁਪੇ ਚੋਰੀ ਕਰਦਾ ਹੈ, ਸਾਹਮਣੇ ਹੀ ਸਮਾਨ ਚੁੱਕ ਤੁਰਦੇ ਹਨ। ਜਦੋਂ ਅਮੀ ਚੰਦ ਨਾਲ ਹੋਇਆ ਤਾਂ ਅਜਿਹੀ ਲੁੱਟ ਖਸੁੱਟ ਨਹੀਂ ਹੋਏਗੀ। ਲੋਕ ਉਹ ਦਿਨ ਭੁੱਲੇ ਨਹੀਂ ਸਨ ਜਦੋਂ ਸ਼ਰਾਬੀ ਹੋਏ ਇੱਕ ਸਿਪਾਹੀ ਨੂੰ ਉਹਨੇ ਚੌਂਕ 'ਚ ਹੀ ਕੁੱਟਿਆ ਸੀ ਤੇ ਵਰਦੀ ਲੁਹਾ ਕੇ ਹਵਾਲਾ 'ਚ ਬੰਦ ਕਰਵਾ ਦਿੱਤਾ ਸੀ। ਮਾਡਲ ਟਾਊਨ ਦੀ ਤਲਾਸ਼ੀ ਲਈ ਅਮੀ ਚੰਦ ਨੇ ਬਹੁਤੀ ਫੋਰਸ ਦੀ ਜ਼ਰੂਰਤ ਨਹੀਂ ਸੀ ਸਮਝੀ। 4 ਸਿਪਾਹੀ ਤੇ ਇੱਕ ਹੌਲਦਾਰ ਕਾਫੀ ਸਨ। ਉਹਨੂੰ ਇਲਮ ਸੀ ਕਿ ਇਹਨਾਂ ਧਨਾਢਾਂ ਨੂੰ ਨਾ ਕਿਸੇ ਧਰਮ 'ਚ ਰੁਚੀ ਹੈ, ਨਾ ਸਿਆਸਤ ਵਿੱਚ। ਇਹਨਾਂ ਦਾ ਇੱਕੋ ਇੱਕ ਧਰਮ ਹੈ, ਵੱਧੋ ਵੱਧ ਪੈਸੇ ਇਕੱਠੇ ਕਰਨਾ। ਕਿਹਦਾ ਸਿਰ ਭਵੇਂ ਹੈ ਕਿ ਉਹ ਮਹਿਲਾਂ ਵਰਗੀਆਂ ਕੋਠੀਆਂ, ਅਫਸਰਾਂ ਵਰਗੀਆਂ ਔਰਤਾਂ ਤੇ ਸਵਰਗਾਂ ਵਰਗੇ ਸੁੱਖ ਛੱਡ ਕੇ ਨਰਕਾਂ ਵਰਗੀਆਂ ਜੇਲ੍ਹਾਂ 'ਚ ਬੈਠ ਕੇ ਚੱਕੀ ਪੀਸੇ। ਉਹਨੇ ਮੀਟਿੰਗ ਵਿੱਚ ਵੀ ਇੱਥੋਂ ਦੀ ਤਲਾਸ਼ੀ ਦਾ ਵਿਰੋਧ ਕੀਤਾ ਸੀ। ਖਾਨ ਉਸ ਨਾਲ ਸਹਿਮਤ ਤਾਂ ਸੀ, ਪਰ ਲੋਕ ਰਾਏ ਅੱਗੇ ਝੁਕ ਗਿਆ ਸੀ। ਅਮੀ ਚੰਦ ਨੂੰ ਤਲਾਸ਼ੀ ਪਾਰਕ ਵਾਲੇ ਪਾਸਿਓਂ ਸ਼ੁਰੂ ਕਰਨ ਦਾ ਹੁਕਮ ਹੋਇਆ ਸੀ। ਮਾਲ ਟਾਊਨ ਵਿੱਚ ਭਲੇ ਦਿਨਾਂ ਵਿੱਚ ਮੌਤ ਵਰਗਾ ਸਨਾਟਾ ਹੁੰਦਾ ਹੈ। ਲੋਕ ਘਰੋਂ ਘਰੀ ਕੈਦ ਹੋਏ ਬੈਠੇ ਰਹਿੰਦੇ ਹਨ। ਸਾਰਾ ਦਿਨ ਸੜਕਾਂ ਸੁੰਨਸਾਨ ਪਈਆਂ ਰਹਿੰਦੀਆਂ ਹਨ। ਕਦੇ ਕਦਾਈਂ ਕਿਸੇ ਕਾਰ ਜਾਂ ਸਕੂਟਰ ਦਾ ਖੜਕਾ ਸੁਣਾਈ ਦਿੰਦਾ ਹੈ। ਗੇਟ ਖੁੱਲ੍ਹਣ ਦੀ ਚੀਂ ਚੀਂ ਹੁੰਦੀ ਹੈ। ਗੱਡੀ ਦੇ ਕੋਠੀ 'ਚ ਜਾਂਦਿਆਂ ਹੀ ਫਿਰ ਚੁੱਪ ਵਰਤ ਜਾਂਦੀ ਹੈ। ਕਰਫਿਊ ਹੋਣ ਕਰਕੇ ਇਹ ਸ਼ੋਰ ਸ਼ਰਾਬਾ ਵੀ ਬੰਦ ਹੈ। ਦਰੱਖਤਾਂ ਤੋਂ ਟੁੱਟੇ ਪੱਤਿਆਂ ਨੂੰ ਮੌਜਾਂ ਲੱਗ ਗਈਆਂ ਹੋਈਆਂ ਸਨ। ਭਾਂ ਕਰਦੀਆਂ ਸੜਕਾਂ 'ਤੇ ਉਹ ਆਜ਼ਾਦੀ ਨਾਲ ਉੱਡ ਰਹੇ ਸਨ। ਕੋਠੀਆਂ ਦੇ ਗੇਟਾਂ 'ਤੇ ਭੌਂਕਦੇ ਕੁੱਤਿਆਂ ਦੀ ਆਵਾਜ਼ ਹੀ ਸੀ ਜਿਹੜੀ ਪੁਲਿਸ ਦਾ ਸਵਾਗਤ ਕਰ ਰਹੀ ਸੀ। ਪਹਿਲੀ ਕੋਠੀ ਰਾਮਚੰਦ ਲੋਟੀਏ ਦੀ ਸੀ। ਬੈਲ ਖੜਕਾਈ ਤਾਂ ਰਾਮਚੰਦ ਦਾ ਜੇਠਾ ਪੁੱਤ ਸੂਰਜਭਾਨ ਉਹਨਾਂ ਦੇ ਸਵਾਗਤ ਲਈ ਹਾਜ਼ਰ ਸੀ। ਸੂਰਜਭਾਨ ਦੀ ਸੂਰ ਵਰਗੀ ਦੇਹ ਤੇ ਰੇਸ਼ਮੀ ਗਾਊਨ ਨੂੰ ਵੇਖ ਕੇ ਅਮੀ ਚੰਦ ਦਾ ਹਾਸਾ ਨਿਕਲ ਗਿਆ। ਕੀ ਇਹ ਉਹ ਸੂਰਜਭਾਨ ਸੀ ਜਿਹਦਾ ਮੂੰਹ ਕਾਲਾ ਕਰਕੇ ਅਮੀ ਚੰਦ ਨੇ ਸਾਰਾ ਦਿਨ ਥਾਣੇ ਅੱਗੇ ਬਿਠਾਈ ਰੱਖਿਆ ਸੀ? 6-7 ਸਾਲਾਂ 'ਚ ਉਹਦੇ ਜ਼ਮੀਨ ਤੋਂ ਅਸਮਾਨ ਤੱਕ ਦਾ ਸਫ਼ਰ ਤੈਅ ਕਰ ਲਿਆ ਸੀ। ਉਸ ਸਮੇਂ ਤਾਂ ਉਹ ਕਾਲਜ 'ਚ ਪੜ੍ਹਦਾ ਰਿਸ਼ਟ ਪੁਸ਼ਟ ਨੌਜਵਾਨ ਸੀ। ਪੜ੍ਹਨ ਪੜ੍ਹਾਉਣ ਦਾ ਉਹਨੂੰ ਕੋਈ ਫਿਕਰ ਨਹੀਂ ਸੀ। ਬਾਪ ਦੀ ਦੁਕਾਨ ਵਧੀਆ ਚੱਲਦੀ ਸੀ। ਲੋਹਾ ਸੋਨੇ ਦੇ ਭਾਅ ਹੁੰਦਾ ਜਾ ਰਿਹਾ ਸੀ। ਲਾਲੇ ਦੇ 2 ਹੀ ਪੁੱਤਰ ਸੀ। ਛੋਟੇ ਨੂੰ ਨਾਨਕੇ ਲੈ ਗਏ। ਵਪਾਰ ਇਸੇ ਨੇ ਸੰਭਾਲਣਾ ਸੀ। ਖਰਚਾ ਖੁੱਲ੍ਹਾ ਕਰਦਾ ਸੀ। ਹੇਠ ਮੋਟਰਸਾਈਕਲ ਸੀ। ਮੁੰਡਾ ਸਾਰਾ ਦਿਨ ਕੁੜੀਆਂ ਪਿੱਛੇ ਫਿਰਦਾ ਰਹਿੰਦਾ। ਕਿੱਕ ਮਾਰੀ ਕੁੜੀਆਂ ਦੇ ਕਾਲਜ ਅੱਗੇ, ਦੂਜੀ ਮਾਰੀ ਬੱਸ ਸਟੈਂਡ 'ਤੇ, ਤੀਜੀ ਮਾਰੀ ਸਿਨੇਮੇ। ਡਰਦੀਆਂ ਕੁੜੀਆਂ ਮੂੰਹ ਨਹੀਂ ਸੀ ਖੋਲ੍ਹਦੀਆਂ। ਉਹਦਾ ਬਾਪ ਕਾਲਜ ਦੀ ਮੈਨੇਜਮੈਂਟ ਵਿੱਚ ਸੀ। ਪ੍ਰਿੰਸੀਪਲ ਸੂਰਜ 'ਤੇ ਸਖਤੀ ਨਹੀਂ ਸੀ ਕਰਦੀ, ਉਲਟਾ ਕੁੜੀਆਂ ਦੀ ਬਦਨਾਮੀ ਹੀ ਹੋਣੀ ਸੀ। ਅਮੀ ਚੰਦ ਸਿਟੀ 'ਚ ਆਇਆ ਤਾਂ ਮੁੰਡਿਆਂ ਦੀ ਗੁੰਡਾਗਰਦੀ ਦਾ ਪਤਾ ਲੱਗਾ। ਇੱਕ ਵਾਰ ਮੁੰਡੇ ਇਕੱਠੇ ਕਰਕੇ ਉਹਨੇ ਸਮਝਾ ਦਿੱਤੇ। ਜਿਹੜੇ ਅਮੀ ਚੰਦ ਦੇ ਸੁਭਾਅ ਤੋਂ ਜਾਣੂ ਸਨ ਬੰਦੇ ਬਣ ਗਏ। ਸੂਰਜਭਾਨ ਨੂੰ ਇਹ ਟਿੱਚਰ ਹੀ ਲੱਗੀ। ਪਹਿਲੀ ਵਾਰ ਅਮੀ ਚੰਦ ਨੇ ਉਹਦੇ ਮੋਟਰਸਾਈਕਲ ਦੀ ਫੂਕ ਕੱਢੀ। ਦੂਜੀ ਵਾਰ ਉਹਨੇ ਬਾਜ਼ਾਰ 'ਚ ਹੀ ਬੋਕ ਵਾਂਗੂੰ ਢਾਹ ਲਿਆ। ਲੋਟੀਏ ਨੇ ਬਥੇਰੀਆਂ ਮਿੰਨਤਾਂ ਕੀਤੀਆਂ। ਅਮੀ ਚੰਦ ਨੇ ਮੂੰਹ ਕਾਲਾ ਕਰਕੇ ਜਲੂਸ ਕੱਢੇ ਬਿਨਾਂ ਨਾ ਛੱਡਿਆ। ਕਿਉਂ ਪੁੱਤਰਾ, ਕੀ ਹਾਲ ਹੈ? ਸੂਰਜ ਨੂੰ ਆਪਣੇ ਪੈਰਾਂ ਵੱਲ ਝੁਕਦਾ ਵੇਖ ਕੇ ਅਮੀ ਚੰਦ ਨੇ ਬਾਹੋਂ ਫੜ ਕੇ ਖੜ੍ਹਾ ਕਰਦਿਆਂ ਪੁੱਛਿਆ। ਮੂੰਹ ਕਾਲਾ ਕਰਾ ਕੇ ਸੂਰਜਭਾਨ ਬੰਦਾ ਬਣ ਗਿਆ ਸੀ। ਉਸੇ ਦਿਨ ਉਹ ਸ਼ਰਮ ਦਾ ਮਾਰਾ ਸ਼ਹਿਰ ਛੱਡ ਗਿਆ ਸੀ। ਜਿੰਨਾ ਚਿਰ ਵਧੀਆ ਵਪਾਰੀ ਨਹੀਂ ਬਣ ਗਿਆ, ਸ਼ਹਿਰ ਨਹੀਂ ਵੜਿਆ।
अजकल वो बाप नालों भी वध कामयाब है। इस कामयाबी का सिरा अमीर चंद के सिर बंद है। सूरज भान ने बहुत जोर लाया अमीर चंद अंदर आवे ते एक कप चाह दा पी के जावे। अमीर चंद कोल वक्त नहीं सी। उन्हें अपने आउण दा कारण दस्सिया ते बंटी दी तलाश च सूरज दी मदद मंगी। सूरज तलाशी देण लई तैयार सी। अमीर चंद नूं पता सी इस कोठी दी तलाशी दी कोई जरूरत नहीं। सरसरी जी नज़र मार के वो गांह तुर पए। अगली कोठी नायब तहसीलदार गरेवाल दी सी। रिश्वत लैनी होवे तां ढट्ठे जिड्डी बड़क मारदा है। शिकायत हो जाए तो गऊ का जाया बन के मोक भी मार दिंदा है। जदों अमीर चंद हौलदार सी तो पटवारी सी। इनू विजिलेंस वालियां ने 50 रुपए रिश्वत लैंदियां फड़ लिया सी। थाणे बैठे नूं ਉਹਨੂੰ सारा दिन गशां पैंदियां रहियां। मिंट बाद टट्टी जावे। ਉਹਦੇ सालियां तो बिना किसी ने बात ना पुछी। पैसे दे के बरी हो गया। बहाल ਹੁੰਦਿਆਂ ही तरक्की मिल गई। एक हंबड़ा होर मारिया ਅਤੇ नायब तहसीलदार बन गया। नायब की कुर्सी ते बैठदियां ही इउं पैसे कमाए जिवें जादू का डंडा लब्भा होवे। पिछले तजर्बे का पूरा फायदा उठाया। पिछों अफसरां नाल खूब बना के रखी। हौलदार तो लैके विजिलेंस के डिप्टी तक नूं महीने च 1-2 वारी कोठी बुला के दारू पिया देनी। किसी की हिम्मत नहीं सी पैंदी उस खिलाफ उंगल भी कर जाए। उन्होंने पैसे बनाने तक मतलब सी। उन्हें बंटी जां उहदे अगवाकारां तो की लैना सी। नेम प्लेट पढ़ के अमीर चंद गांह तुर गया। उतों अगली कोठी वकीर चंद शुक्ला दी सी। वो वकील सी। कचहरी च वकील साइलां नूं लख दलेर रहण दी सिੱਖਿਆ दिंदा रहे। आप वो छोटी तो छोटी गलती करन तो पहलां 100 वार सोचदा है। पहलां अमीर चंद इस कोठी अगों भी लंघ जाना चाहुंदा सी। फिर सोचिया फौजदारी वकील है, कोई वसा नहीं, मुजरमां नूं घर पनाह देई बैठा होवे। चोरां डाकुआं नूं गिरफ्तारी तो बचाउण लई अपने खोखिਆਂ ਵਿੱਚ ਤਾਂ आम ही बिठा ਲੈਂਦੇ ਹਨ। कई बार ਆਪਣੀਆਂ ਕਾਰਾਂ 'ਚ ਬਿਠਾ ਕੇ ਇੱਧਰ ਉੱਧਰ ਵੀ ਛੱਡ ਆਉਂਦੇ ਹਨ। ਜਿੰਨਾ ਚਿਰ ਅਗਾਊਂ ਜ਼ਮਾਨਤ ਨਾ ਹੋ ਜਾਏ ਮੁਜਰਮਾਂ ਨੂੰ ਆਪਣੇ ਘਰੇ ਵੀ ਲੁਕੋਈ ਰੱਖਦੇ ਹਨ। ਇਹ ਵਕੀਲ ਇਹੋ ਜਿਹੇ ਕੰਮਾਂ ਲਈ ਮਸ਼ਹੂਰ ਹੈ। ਗਵਾਹਾਂ ਨੂੰ ਮੁਕਰਾਉਣਾ, ਮਾਲ ਮੁਕੱਦਮੇ 'ਚ ਰੱਦੋ ਬਦਲ ਕਰਨਾ, ਸਰਕਾਰੀ ਵਕੀਲ ਨੂੰ ਆਪਣੇ ਹੱਥ 'ਚ ਰੱਖਣਾ, ਇਹ ਵਕਾਲਤ ਦਾ ਇੱਕ ਅੰਗ ਸਮਝਦਾ। ਜੱਜਾਂ ਨੂੰ ਵੀ ਮਿਲਾ ਲੈਂਦਾ। ਇੱਕ ਵਾਰ ਅਮੀਰ ਚੰਦ ਨੂੰ ਵੀ ਮਿਲਿਆ ਸੀ। ਕਹਿੰਦਾ ਉਹਨੇ ਸੈਸ਼ਨ ਜੱਜ ਨੂੰ ਤਾਂ ਫੀਐਟ ਕਾਰ ਦਵਾ ਦਿੱਤੀ ਹੈ। ਉਹਨੇ ਮੁਜਰਮਾਂ ਨੂੰ ਬਰੀ ਕਰਨਾ ਹੀ ਕਰਨਾ ਹੈ। ਅਮੀਰ ਚੰਦ ਨੂੰ ਵੀ ਉਹ 30,000 ਰੁਪਇਆ ਦਿਵਾ ਸਕਦਾ ਹੈ। ਜੇ ਅੱਧੋ ਅੱਧ ਕਰ ਲਏ ਤਾਂ 50,000 ਵੀ ਮਿਲ ਸਕਦਾ ਹੈ। ਅਮੀਰ ਚੰਦ ਨੇ ਭਰੀ ਕਚਹਿਰੀ 'ਚ ਉਹਦੀ ਖੁੰਬ ਠੱਪੀ ਸੀ। ਮੁੜ ਕੇ ਇਹ ਅਮੀਰ ਚੰਦ ਦੇ ਫੜੇ ਮੁਕੱਦਮਿਆਂ 'ਚ ਵਕੀਲ ਬਣਨੋਂ ਹੀ ਹਟ ਗਿਆ। ਇਹਦੀ ਵਕਾਲਤ ਜ਼ੋਰਾਂ 'ਤੇ ਸੀ। ਹਰ ਕਿਸਮ ਦੇ ਮੁਜਰਮ ਇਹਦੇ ਸਾਇਲ ਸਨ। ਲਾਲਚ ਵਾਸਤੇ ਕੁਝ ਵੀ ਕਰ ਸਕਦਾ ਸੀ। ਵਕੀਲ ਦੀ ਕੋਠੀ ਦੀ ਤਲਾਸ਼ੀ ਅਮੀਰ ਚੰਦ ਨੂੰ ਬਹੁਤ ਜ਼ਰੂਰੀ ਲੱਗੀ। ਬੈਲ ਖੜਕਾਈ ਤਾਂ ਸ਼ੁਕਲਾ ਜੀ ਘਰ ਨਹੀਂ ਸਨ। ਉਹ ਕਿਸੇ ਕੇਸ ਦੇ ਸਬੰਧ ਵਿੱਚ ਚੰਡੀਗੜ੍ਹ ਗਏ ਹੋਏ ਸਨ। ਅਮੀਰ ਚੰਦ ਨੂੰ ਯਕੀਨ ਨਾ ਆਇਆ। ਇਹ ਕੋਈ ਚਾਲ ਵੀ ਹੋ ਸਕਦੀ ਹੈ। ਬਾਹਰੋਂ ਹੀ ਪੁਲਿਸ ਨੂੰ ਮੋੜਨ ਦਾ ਬਹਾਨਾ ਵੀ ਹੋ ਸਕਦਾ ਹੈ। ਵਕੀਲ ਦੀ ਨੂੰਹ ਨੂੰ ਅਮੀਰ ਚੰਦ ਨੇ ਆਪਣੇ ਆਉਣ ਦਾ ਕਾਰਨ ਦੱਸਿਆ। ਪਹਿਲਾਂ ਉਹ ਝਿਜਕੀ। ਘਰ 'ਚ ਕੋਈ ਵੀ ਹਾਜ਼ਰ ਨਹੀਂ ਸੀ, ਕੇਵਲ ਨੌਕਰ ਸਨ। ਜਦੋਂ ਅਮੀਰ ਚੰਦ ਨੇ ਆਪਣੀ ਜਾਣ ਪਹਿਚਾਣ ਕਰਾਈ ਤਾਂ ਮੰਨ ਗਈ। ਨੂੰਹ ਰਾਣੀ ਜਿਹੜੀ ਭਾਰੀ ਸਿਲਕ ਦੀ ਸਾੜੀ 'ਚ ਲਿਪਟੀ ਹੋਈ ਸੀ ਨੇ ਉਹਨਾਂ ਦੀ ਕੋਠੀ ਦੇ ਵਰਾਂਡੇ ਤੱਕ ਅਗਵਾਨੀ ਕੀਤੀ। ਉੱਥੋਂ ਤੱਕ ਪੁੱਜਣ ਲਈ ਉਹਨਾਂ ਨੂੰ 50 ਗਜ਼ ਲੰਬਾ ਗਰਾਸੀ ਪਲਾਟ ਲੰਘਣਾ ਪਿਆ ਸੀ। ਲਾਨ 'ਚ ਖੇਡਣ ਲਈ ਬੈਡਮਿੰਟਨ ਦਾ ਨੈੱਟ ਲੱਗਾ ਹੋਇਆ ਸੀ। ਸਿਪਾਹੀਆਂ ਦੀਆਂ ਨਜ਼ਰਾਂ ਸੋਹਣੀ ਸੁਨੱਖੀ ਪਤਲੇ ਅੰਗ ਦੀ ਨੂੰਹ ਨੂੰ ਨਿਹਾਰ ਰਹੀਆਂ ਸਨ। ਅਮੀਰ ਚੰਦ ਉਹਦੇ ਪਏ ਗਹਿਣਿਆਂ ਦੀ ਕੀਮਤ ਦਾ ਅੰਦਾਜ਼ਾ ਲਾ ਰਿਹਾ ਸੀ। ਬਹੁਤੇ ਨਹੀਂ ਤਾਂ ਘੱਟੋ ਘੱਟ 30-40 ਹਜ਼ਾਰ ਦੇ ਤਾਂ ਹੋਣਗੇ। ਜਿਹੜੀ ਆਮਦਨ ਇੰਨੇ ਗਹਿਣੇ ਪਾਈ ਫਿਰਦੀ ਹੈ, ਉਹ ਵਿਆਹ ਸ਼ਾਦੀ ਵੇਲੇ ਕਿੰਨੇ ਗਹਿਣੇ ਪਾਉਂਦੀ ਹੋਏਗੀ। ਇਹ ਤੋਂ ਸ਼ੁਕਲੇ ਦੀ ਬੇਅਥਾ ਆਮਦਨ ਦਾ ਅੰਦਾਜ਼ਾ ਵੀ ਲੱਗ ਸਕਦਾ ਸੀ। ਵਿਦੇਸ਼ੀ ਸੈਂਟਾਂ ਦੀਆਂ ਖੁਸ਼ਬੂਆਂ ਖਿਲਾਰਦੀ ਬਹੂ ਰਾਣੀ ਉਹਨਾਂ ਨੂੰ ਵਰਾਂਡੇ 'ਚ ਖੜਾ ਕੇ ਅੰਦਰਲੇ ਦਰਵਾਜ਼ੇ ਰਾਹੀਂ ਵਕੀਲ ਸਾਹਿਬ ਦਾ ਦਫ਼ਤਰ ਖੋਲ੍ਹਣ ਚਲੀ ਗਈ। ਜਾਂਦੀ ਜਾਂਦੀ ਉਹ ਮਿਸਿਸ ਸ਼ੁਕਲਾ ਨੂੰ ਵੀ ਸੁਚੇਤ ਕਰ ਗਈ। ਮਿਸਿਸ ਸ਼ੁਕਲਾ ਡਰਾਇੰਗ ਰੂਮ 'ਚ ਖਿਲ ਰਹੀਆਂ ਚੀਜ਼ਾਂ ਥਾਂ ਸਿਰ ਕਰਨ ਲੱਗੀ। ਪੁਲਿਸ ਨੂੰ ਘਰ ਆਈ ਦੇਖ ਉਹਨੂੰ ਕੋਈ ਹੈਰਾਨੀ ਨਹੀਂ ਸੀ ਹੋਈ। ਸ਼ੁਕਲਾ ਪੁਲਿਸ ਦਾ ਹਮਾਇਤੀ ਵਕੀਲ ਸਮਝਿਆ ਜਾਂਦਾ ਸੀ। ਮੁਕੱਦਮਿਆਂ ਦੇ ਸਬੰਧ 'ਚ ਪੁਲਿਸ ਉਹਨਾਂ ਦੀ ਕੋਠੀ ਆਮ ਆਉਂਦੀ ਜਾਂਦੀ ਸੀ। ਅਮੀਰ ਚੰਦ ਨੂੰ ਦਫ਼ਤਰ 'ਚ ਕੋਈ ਦਿਲਚਸਪੀ ਨਹੀਂ ਸੀ, ਨਾ ਡਰਾਇੰਗ ਰੂਮ 'ਚ। ਉਹ ਸਰਵੈਂਟ ਕੁਆਟਰ ਤੇ ਸਾਇਲਾਂ ਲਈ ਬਣਾਏ ਵਾਧੂ ਘਾਟੂ ਕਮਰੇ ਦੇਖਣਾ ਚਾਹੁੰਦਾ ਸੀ। ਕਿਤਾਬਾਂ ਤੇ ਲਿਫਾਫਿਆਂ ਨਾਲ ਭਰੇ ਦਫ਼ਤਰ 'ਚ ਅਮੀਰ ਚੰਦ ਨੇ ਸਰਸਰੀ ਜੀ ਨਿਗਾਹ ਮਾਰੀ। ਪਤਾ ਨਹੀਂ ਕਿੰਨੇ ਕੁ ਸਾਇਲਾਂ ਦੀ ਕਿਸਮਤ ਸ਼ੁਕਲਾ ਜੀ ਨੇ ਇਹਨਾਂ ਲਿਫਾਫਿਆਂ 'ਚ ਬੰਦ ਕਰ ਰੱਖੀ ਸੀ। ਦਫ਼ਤਰੋਂ ਉਹਨਾਂ ਨੂੰ ਡਰਾਇੰਗ ਰੂਮ 'ਚ ਲਿਜਾਇਆ ਗਿਆ। ਮਹਿੰਗੇ ਸੋਫੇ ਉਹਨਾਂ ਨੂੰ ਉਡੀਕ ਰਹੇ ਸਨ।
ਨੌਕਰ ਮਿੰਟਾਂ 'ਚ ਹੀ ਜੂਸ ਦੀਆਂ ਬੋਤਲਾਂ ਤੇ ਡਰਾਈ ਫਰੂਟ ਵਾਲੀਆਂ ਪਲੇਟਾਂ ਮੇਜ਼ 'ਤੇ ਸਜਾ ਗਿਆ। ਅਮੀ ਚੰਦ ਇੱਥੇ ਵੀ ਨਾ ਬੈਠਾ। ਕਮਰੇ 'ਚ ਸਜਾਵਟੀ ਤਸਵੀਰਾਂ ਸਨ, ਬੁੱਤ ਸਨ, ਪੇਂਟਿੰਗ ਸਨ ਤੇ ਹੋਰ ਸਜਾਵਟੀ ਸਮਾਨ। ਜੋ ਅਮੀ ਨੂੰ ਚਾਹੀਦਾ ਸੀ ਉਹ ਇੱਥੇ ਨਹੀਂ ਸੀ। ਕਿਸੇ ਪਾਸਿਓਂ ਰੌਲੇ ਰੱਪੇ ਦੀ ਆਵਾਜ਼ ਆਈ ਤਾਂ ਅਮੀ ਚੰਦ ਦੇ ਕੰਨ ਖੜੇ ਹੋ ਗਏ। ਲੱਗਾ ਜਿਵੇਂ ਕੋਈ ਬੱਚਾ ਚਿੱਲਾ ਰਿਹਾ ਹੈ। ਇਹ ਕੀ ਹੋ ਰਿਹਾ? ਅਮੀ ਚੰਦ ਨੇ ਦਿਮਾਗ ਦਾ ਤਵਾਜ਼ਨ ਤਾਂ ਨਹੀਂ ਸੀ ਗਵਾਇਆ, ਪਰ ਹੱਥ ਰਿਵਾਲਵਰ 'ਤੇ ਜ਼ਰੂਰ ਪਹੁੰਚ ਗਿਆ। ਅੱਖ ਦੇ ਇਸ਼ਾਰੇ ਨਾਲ ਉਹਨੇ ਸਿਪਾਹੀਆਂ ਨੂੰ ਵੀ ਸਾਵਧਾਨ ਕੀਤਾ। ਇਹ ਕੁਝ ਨਹੀਂ, ਬੱਚੇ VCR ਲਾਈ ਬੈਠੇ ਹੈ। ਕਰਫਿਊ ਕਰਕੇ ਟਿਊਸ਼ਨ ਵਾਲੀ ਮੈਡਮ ਨਹੀਂ ਆ ਸਕੀ। ਬੱਚੇ ਸ਼ਰਾਰਤਾਂ ਕਰ ਰਹੇ ਆ, ਸੋਚਿਆ ਟਿਕ ਕੇ ਬੈਠੇ ਰਹਿਣਗੇ। ਹਾਲ 'ਚ ਪ੍ਰਵੇਸ਼ ਕਰਦੀ ਮਿਸਿਸ ਸ਼ੁਕਲਾ ਨੇ ਸਪਸ਼ਟੀਕਰਨ ਦਿੱਤਾ। ਹਾਲ 'ਚ ਵਾਪਸ ਮੁੜਦੀ ਪੁਲਿਸ ਪਾਰਟੀ ਨੂੰ 8 ਕੁ ਸਾਲਾਂ ਦੀ ਮਧੂ ਨੇ ਘੇਰ ਲਿਆ। अंकल, कर्फ्यू कई दिन लगाई रखना, हमने ढेर सारी फिल्में देखनी है। मधु ਲਈ ਕਰਫਿਊ ਇੱਕ ਵਰਦਾਨ ਸੀ। ਇਹਨੂੰ ਲੰਬਾ ਕਰਨ ਲਈ ਉਹ ਅਮੀ ਚੰਦ ਕੋਲ ਸਿਫਾਰਿਸ਼ ਕਰ ਰਹੀ ਸੀ। तुम बंटी को जानते हो? उसे कहीं देखा? मधु ਵਿੱਚੋਂ ਅਮੀ ਚੰਦ ਨੂੰ ਵਧੀਆ ਮੁਖਬਰ ਦਿਖਾਈ ਦਿੱਤਾ। गोदी चुक के उन्हें प्रश्नों की बुछाड़ कर दी। जानती हूँ अंकल, पर कहीं देखा नहीं। उसको जल्दी ढूंढो, उसकी मम्मी रोती होगी, वो भी रोता होगा। बंटी की गल सुन के मधु के नाल नाल उह तों वड्डी अणु ने भी अखां भर लईआं। बच्चों की पुछ पड़ताल तो अमी चंद का घर पूरा हो गया। होर किसी कमरे की छाणबीण की कोई जरूरत नहीं सी। अगली कोठी B&R दे ओवरसीयर जस्सल दी सी। उन्हें भी लोहा ते सीमेंट थोक दे भाव हजम किया सी। सरकारी माल, सरकारी इमारतां ते घट उहदी कोठी च संगमरमर ते पत्थर इउं लगा सी जिवें ठुल्लीवाल वाला सेठ होवे। पोतड़े फरोले जाण तो पता लगेगा कि ओवरसीयर दा बाप पुलिस दी वर्दी सिउं के गुजारा करदा सी। रामगढ़ियां दी दुकान अगे अड्डा लाउंदा सी। ओवरसीयर नूं दारू पीण तो वेल नहीं होनी। शराबी नाल मत्था लाउण दी अमी चंद कोल वेल नहीं सी। अमी चंद दी लाला छज्जू राम दे महल विच झीत मारन दी तमन्ना सी। बंटी लई नहीं, सगों उस मैखाने नूं देखण लई जिस लई ये कोठी मशहूर सी। दस्सण वाले दसदे हन कि कोठी दी लॉबी दे कूंजे विच आलीशान बार बनी हुई सी। देसी विदेशी हर तरह की विस्की सजी रहिंदी सी। शाम नूं फिल्मी अंदाज च एक रिसैप्शनिस्ट ग्लास सर्व करदी सी। हफ्ते च घट्टो घट्ट 2 बार किटी पार्टी जरूर हुंदी। डांस हुंदा, मौज मेला भी। जिन्नी देर अमी चंद शहर च लगा होवे उन्नी देर बार बंद रहिंदी है। विस्की दी तां जूस सर्व हुंदा है। सब नूं पता है अमी चंद शराब नूं सख्त नफरत करदा है। किसी शराबी दी की मजाल है वो शराब पी के बाजार च गेड़ा दे देवे जां ललकारा मार जाए। ठेकेदारां दी हिम्मत नहीं पैंदी कि पीण वाले नूं गिलास जां पानी दे देण, नहीं तां ठेकेदार ठेके नूं हाता ही बना लैंदे है। एक नुक्कर च पानी वाला घड़ा ते गिलास रख दिंदे है। होर नहीं तो सुबह तक 40-50 खाली बोतलां ही इकट्ठियां हो जाणगियां। 20-30 रुपए भी वट्टे गए तां भी नौकर का खर्च निकल जाएगा। अमी चंद दे शहर विच तैनात होण दी खबर दे नाल ही ਉਹ ਘੜੇ ਤੋੜ ਦਿੰਦੇ ਆ। ਦਹੀਂ ਭੱਲੇ ਪਕੌੜੇ ਤੇ ਮੱਛੀ ਦੀ ਰੇਹੜੀ ਲਾਉਣ ਵਾਲੇ ਵੀ ਜੱਗ ਗਲਾਸ ਨੂੰ ਮੱਥਾ ਟੇਕ ਦਿੰਦੇ। 10-5 ਰੁਪਏ ਦਾ ਨੁਕਸਾਨ ਹੁੰਦਾ ਹੈ, ਬੇਸ਼ੱਕ ਹੋ ਜਾਏ, ਪਰ ਕਿਸੇ ਸ਼ਰਾਬੀ ਨੂੰ ਰੇਹੜੀ ਤੇ ਨਹੀਂ ਖੜਨ ਦਿੰਦੇ। ਸ਼ਰਾਬੀਆਂ ਨੂੰ ਅਮੀ ਚੰਦ ਚੌਂਕ 'ਚ ਹੀ ਨੰਗੇ ਕਰ ਕੁੱਟਦਾ। ਧੀਆਂ ਭੈਣਾਂ ਬੁਲਾ ਕੇ ਉਹਨਾਂ ਸਾਹਮਣੇ ਬੇਇੱਜ਼ਤੀ ਕਰਦਾ। ਇਸੇ ਲਈ ਛੱਜੂ ਮਲ ਦੀ ਬਾਰ ਵੀ ਬੰਦ ਹੋ ਜਾਂਦੀ ਸੀ। ਅਮੀ ਚੰਦ ਨੂੰ ਕੋਠੀ ਵੱਲ ਆਉਂਦਾ ਵੇਖ ਕੇ ਗੇਟ ਤੇ ਖੜਾ ਚੌਕੀਦਾਰ ਅੰਦਰ ਵੱਲ ਦੌੜ ਗਿਆ। ਬੈਲ ਖੜਕਾਈ ਤਾਂ ਪਿੱਛੇ ਨੂੰ ਮੁੜ ਪਿਆ। ਉਹਦੇ ਚਿਹਰੇ ਤੇ ਫਿਕਰ ਦੇ ਨਿਸ਼ਾਨ ਸਨ। ਉਹਦਾ ਦਮ ਚੜ੍ਹ ਗਿਆ। ਆਈਏ ਸਾਹਿਬ ਆਖਦਾ ਚੌਕੀਦਾਰ ਨੂੰ ਡਰਾਇੰਗ ਰੂਮ ਵੱਲ ਆਉਣ ਦਾ ਇਸ਼ਾਰਾ ਕਰਨ ਲੱਗਾ। ਲਾਲਾ ਜੀ ਕਿੱਥੇ ਨੇ? ਉਹਨਾਂ ਨੂੰ ਬੁਲਾ, ਮੈਂ ਕੋਠੀ ਦੀ ਤਲਾਸ਼ੀ ਲੈਣੀ। ਅਮੀ ਚੰਦ ਗਰਜਿਆ ਤਾਂ ਚੌਕੀਦਾਰ ਦੀਆਂ ਲੱਤਾਂ ਕੰਬਣ ਲੱਗੀਆਂ। ਉਹ ਅੰਦਰ ਜਾਵੇ ਜਾਂ ਨਾ, ਚੌਕੀਦਾਰ ਦੁਚਿੱਤੀ 'ਚ ਸੀ। ਸੇਠ ਨੂੰ ਉਡੀਕਦਾ ਅਮੀ ਚੰਦ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਾ ਜਦੋਂ ਸੇਠ ਦਾ ਦਿਵਾਲਾ ਨਿਕਲਣ ਵਾਲਾ ਹੋ ਗਿਆ ਸੀ। ਉਸ ਸਮੇਂ ਕਪਾਹ ਦਾ ਕਾਰਖਾਨਾ ਚਲਾਉਂਦਾ ਸੀ। ਕਪਾਹ ਦੇ ਵੱਡੇ ਵੱਡੇ ਭੰਡਾਰ ਖਰੀਦ ਲਏ। ਆਸ ਹੋਏਗੀ ਪਿਛਲੇ ਸਾਲ ਵਾਂਗ ਕਪਾਹ ਦੇ ਭਾਅ ਵਧਣਗੇ। ਮਾੜੀ ਕਿਸਮਤ ਨੂੰ ਭਾਅ ਹੇਠਾਂ ਹੀ ਹੇਠਾਂ ਜਾਂਦੇ ਰਹੇ। ਛੱਜੂ ਮਲ ਕੋਈ ਹੀਲਾ ਨਾ ਕਰਦਾ ਤਾਂ ਧੀਆਂ ਪੁੱਤ ਵੇਚ ਕੇ ਵੀ ਕਰਜ਼ ਨਹੀਂ ਸੀ ਲੈਣਾ। ਯਾਰਾਂ ਦੋਸਤਾਂ 'ਚ ਬੈਠ ਕੇ ਰਾਏ ਮਸ਼ਵਰਾ ਕੀਤਾ। ਇੱਕ ਦਾ ਸੁਝਾਅ ਸੀ ਕਿ ਕਾਰਖਾਨੇ ਦਾ 50 ਲੱਖ ਦਾ ਬੀਮਾ ਕਰਵਾਇਆ ਜਾਵੇ, ਫਿਰ ਅੱਗ ਲਾ ਕੇ ਬੀਮੇ ਵਾਲਿਆਂ ਤੋਂ ਕਲੇਮ ਲਿਆ ਜਾਵੇ। ਕਰਜ਼ਾ ਲਾਉਣ ਦਾ ਇਹੋ ਇੱਕੋ ਰਾਹ ਸੀ। ਅਮੀ ਚੰਦ ਉਸ ਸਮੇਂ ਇੱਥੇ ਸਿਟੀ ਇੰਚਾਰਜ ਸੀ। ਰਾਤ ਦੇ 2 ਵਜੇ ਸਾਰਾ ਸ਼ਹਿਰ ਜਗਮਗਾ ਉੱਠਿਆ। ਸ਼ਹਿਰ 'ਚ ਚੜ੍ਹਦੇ ਪਾਸੇ ਅਗਨੀ ਆਪਣਾ ਭਿਆਨਕ ਰੂਪ ਧਾਰਦੀ ਜਾ ਰਹੀ ਸੀ। ਘਬਰਾਏ ਅਮੀ ਚੰਦ ਨੇ SDM ਤੇ ਫਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਤਾਂ ਸਭ ਦੇ ਫੋਨ ਡੈੱਡ ਸਨ। ਪੁਲਿਸ ਨੂੰ ਵੀ ਕਿਸੇ ਨੇ ਅੱਗ ਲੱਗਣ ਦੀ ਇਤਲਾਹ ਨਹੀਂ ਸੀ ਦਿੱਤੀ। ਅਮੀ ਚੰਦ ਮੌਕੇ 'ਤੇ ਪੁੱਜਾ। ਪਤਾ ਲੱਗਾ ਲਾਲੇ ਦਾ ਕਾਰਖਾਨਾ ਚੱਲ ਰਿਹਾ ਸੀ ਤੇ 2-4 ਮਜ਼ਦੂਰ
ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗੁਆਂਢੀ ਜ਼ਰੂਰ ਲਟੋਪਿੰਗ ਹੋ ਰਹੇ ਸਨ। ਅੱਗ ਉਹਨਾਂ ਦੇ ਘਰਾਂ ਤੱਕ ਪਹੁੰਚ ਸਕਦੀ ਸੀ। ਅਮੀਰ ਚੰਦ ਫਾਇਰ ਬ੍ਰਿਗੇਡ ਵੱਲ ਭੱਜਿਆ। ਉਹ ਪਹਿਲਾਂ ਹੀ ਖਰਾਬ ਸੀ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਸਾਰਾ ਕੁਝ ਸੁਆਹ ਹੋ ਚੁੱਕਾ ਸੀ। ਸੁਬਾ ਲਾਲਾ ਜੀ ਰਿਪੋਰਟ ਦਰਜ ਕਰਾਉਣ ਆਏ। 40 ਲੱਖ ਦੇ ਨੁਕਸਾਨ ਵਾਲੀ ਗੱਲ ਅਮੀਰ ਚੰਦ ਨੂੰ ਜਚੀ ਨਹੀਂ। ਉਹ ਸਾਰੀ ਰਾਤ ਉੱਥੇ ਹੀ ਰਿਹਾ ਸੀ। ਕਪਾਹ ਤਾਂ 40,000 ਦੀ ਵੀ ਨਹੀਂ ਜਲੀ ਹੋਣੀ। ਅਮੀਰ ਚੰਦ ਨੇ ਰਿਪੋਰਟ ਦਰਜ ਕਰਨੋਂ ਨਾ ਕਰਤੀ। ਅਮੀਰ ਚੰਦ ਨੇ ਨਾ ਕੀਤੀ ਤਾਂ ਲਾਲੇ ਨੂੰ ਕੰਬਣੀ ਛਿੜ ਗਈ। ਉਹਨੇ SDM ਤੋਂ ਫੋਨ ਕਰਾਇਆ, ਖਾਲੀ ਚੈੱਕ ਭੇਜਿਆ, ਜਿੰਨੇ ਮਰਜ਼ੀ ਪੈਸੇ ਭਰ ਲਿਓ। ਅਮੀਰ ਚੰਦ ਨੂੰ ਲਾਲੇ ਦੇ ਖਿਲਾਫ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਅੱਗ ਜਣੀ ਤੇ ਝੂਠੇ ਕਲੇਮ ਦਾ ਕੇਸ ਲਾਲੇ ਖਿਲਾਫ ਬਣਦਾ ਸੀ। ਇਹ ਤੋਂ ਪਹਿਲਾਂ ਕਿ ਅਮੀਰ ਚੰਦ ਕੋਈ ਕਾਰਵਾਈ ਕਰਦਾ, ਉਹਦੀ ਬਦਲੀ ਦੇ ਆਰਡਰ TPM ਰਾਹੀਂ ਉਹਨੂੰ ਨੋਟ ਕਰਾਏ ਗਏ। ਨਾਲ ਹੀ ਘੰਟੇ ਦੇ ਅੰਦਰ ਅੰਦਰ ਚਾਰਜ ਦੇ ਕੇ ਲਾਈਨ ਹਾਜ਼ਰ ਹੋਣ ਦਾ ਹੁਕਮ ਵੀ ਸੀ। ਅਮੀਰ ਚੰਦ ਦਾ ਕੀ ਸੀ, ਬੁਰੀਆ ਬਿਸਤਰਾ ਗੋਲ ਰੱਖਦਾ ਸੀ, ਚੁੱਕਿਆ ਤੇ ਲਾਈਨ ਹਾਜ਼ਰ ਹੋ ਗਿਆ। ਉਹਦੀ ਗੈਰ ਹਾਜ਼ਰੀ ਛੱਜੂ ਮੱਲ ਨੇ ਪੂਰੇ 30 ਲੱਖ ਦਾ ਕਲੇਮ ਲਿਆ। ਉਸ ਸਮੇਂ ਦੇ ਲੱਗੇ ਪੈਰ ਮਜ਼ਬੂਤ ਹੁੰਦੇ ਜਾ ਰਹੇ ਸਨ। ਕਈ ਸਾਲਾਂ ਬਾਅਦ ਉਹ ਉਸੇ ਛੱਜੂ ਮੱਲ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਛੱਜੂ ਮੱਲ ਮੱਥੇ ਲੱਗਣੋਂ ਡਰ ਰਿਹਾ ਸੀ। ਇੱਕ ਤਾਂ ਉਹਨੇ ਪੀ ਰੱਖੀ ਸੀ, ਦੂਜੇ ਅਮੀਰ ਚੰਦ ਦੀ ਬਦਲੀ ਕਰਾਉਣ ਕਰਕੇ ਉਹ ਨਮੋਸ਼ੀ ਮੰਨ ਰਿਹਾ ਸੀ। ਉਹਨੇ ਇਕੱਲੇ ਨਹੀਂ ਸੀ ਪੀਤੀ, ਸਗੋਂ ਸਾਰੇ ਗੁਆਂਢੀ ਬੁਲਾ ਲਏ ਸਨ। ਕਰਫਿਊ ਕਰਕੇ ਸਭ ਵਿਹਲੇ ਹੋ ਗਏ ਸਨ। ਉਹਨੇ ਸੋਚਿਆ ਵਧੀਆ ਸਮਾਂ ਲੰਘ ਜਾਏਗਾ, ਨਾਲੇ ਗੱਪਸ਼ਪ ਕਰਨਗੇ, ਨਾਲੇ ਹਵਾ ਪਿਆਜ਼ੀ ਹੋਣਗੇ। ਵਪਾਰ 'ਚ ਅਜਿਹੇ ਵਿਹਲੇ ਦਿਨ ਕਦੇ ਕਦੇ ਹੀ ਮਿਲਦੇ ਹਨ, ਨਹੀਂ ਤਾਂ ਸਾਰਾ ਦਿਨ ਵਹੀ ਖਾਤਿਆਂ ਨਾਲ ਮੱਥਾ ਮਾਰਦੇ ਰਹੋ। ਕੀ ਪਤਾ ਸੀ ਪੁਰਾਣੇ ਦੁਸ਼ਮਣ ਨੇ ਇਸੇ ਵਕਤ ਡੰਗ ਮਾਰਨਾ ਸੀ। ਛੱਜੂ ਮੱਲ ਨੇ ਦੋਸਤਾਂ ਦੇ ਪੈਰ ਫੜੇ। ਉਹ ਅਮੀਰ ਚੰਦ ਦੀ ਮਿੰਨਤ ਕਰਨ। ਦੋਸਤ ਪਹਿਲਾਂ ਹੀ ਡੌਰ ਭਰ ਹੋਏ ਬੈਠੇ ਸਨ। ਸਭ ਨੂੰ ਇੱਜ਼ਤ ਪਿਆਰੀ ਸੀ। ਸਭ ਦੜ ਵੱਟ ਕੇ ਬੈਠ ਗਏ, ਜੋ ਹੋਏਗਾ ਦੇਖੀ ਜਾਏਗਾ। ਚੌਕੀਦਾਰ ਰਾਹੀਂ ਉਹਨੇ ਔਰਤਾਂ ਨੂੰ ਸੁਨੇਹਾ ਭੇਜਿਆ, ਉਹ ਅੱਗੇ ਹੋ ਕੇ ਤਲਾਸ਼ੀ ਕਰਵਾ ਦੇਣ। ਛੱਜੂ ਮੱਲ ਨੂੰ ਅਮੀਰ ਚੰਦ ਸਾਹਮਣੇ ਜਾਣਾ ਪਿਆ ਤਾਂ ਮੁੜ ਉਹ ਧੀਆਂ ਭੈਣਾਂ ਅੱਗੇ ਖੜੋਣ ਜੋਗਾ ਨਹੀਂ ਰਹਿਣਾ। ਉਹ ਕਿਸੇ ਭੜੂਏ ਦੀ ਪਰਵਾਹ ਨਹੀਂ ਸੀ ਕਰਦਾ। ਇੱਕ ਵਾਰ MLA ਨੇ ਕਿਸੇ ਚੋਰ ਦੀ ਸਿਫਾਰਿਸ਼ ਕੀਤੀ ਤਾਂ ਉਹਨੂੰ ਪੈ ਨਿਕਲਿਆ। MLA ਉਹਨੂੰ ਕੋਈ ਕੋਠੀ ਬੁਲਾਉਣ ਦੀ ਗਲਤੀ ਕਰ ਬੈਠਾ ਸੀ। ਅਮੀਰ ਚੰਦ ਆਖਣ ਲੱਗਾ, ਜੇ ਮੈਨੂੰ ਕੋਠੀ ਕੰਮ ਹੋਇਆ ਮੈਂ ਆ ਜਾਵਾਂਗਾ, ਜੇ ਤੈਨੂੰ ਕੰਮ ਹੈ ਤੂੰ ਆ ਜਾ। MLA ਹੋ ਕੇ ਚੋਰਾਂ ਦੀ ਮਦਦ ਕਰਦੇ ਨੂੰ ਸ਼ਰਮ ਨਹੀਂ ਆਉਂਦੀ। ਉਹਨੇ ਰੋਜ਼ਨਾਮਚੇ 'ਚ ਰਿਪੋਰਟ ਵੀ ਦਰਜ ਕਰ ਦਿੱਤੀ। MLA ਨੇ ਮੁੜ ਕੇ ਥਾਣੇ ਵੱਲ ਮੂੰਹ ਨਾ ਕੀਤਾ। ਲਾਲਾ ਕਿਹਦਾ ਵਿਚਾਰਾ ਸੀ। ਅਮੀਰ ਚੰਦ ਸ਼ਰਾਬੀਆਂ ਦੀ ਪੜਤਾਲ ਕਰਨ ਨਹੀਂ ਸੀ ਆਇਆ। ਉਹਦਾ ਇੱਕੋ ਇੱਕ ਮਕਸਦ ਬੰਟੀ ਸੀ। ਉਹ ਨਹੀਂ ਸੀ ਤਾਂ ਅਮੀਰ ਚੰਦ ਦਾ ਕੋਠੀ 'ਚ ਰੁਕੇ ਰਹਿਣ ਦਾ ਵੀ ਮਤਲਬ ਨਹੀਂ ਸੀ। ਕਬੂਤਰ ਆਖਰ ਕਿੰਨਾ ਕੁ ਚਿਰ ਅੱਖਾਂ ਮੀਟ ਕੇ ਬਿੱਲੀ ਤੋਂ ਬਚ ਸਕਦਾ। ਛੱਜੂ ਮੱਲ ਨੂੰ ਬਾਹਰ ਆਉਣਾ ਹੀ ਪਿਆ। ਬੰਟੀ ਦਾ ਕੋਈ ਥਹੁ ਪਤਾ, ਕਿਤੇ ਉਹਦਾ ਵੀ ਬੀਮਾ ਤਾਂ ਨਹੀਂ ਕਰਾਤਾ। ਛੱਜੂ ਮੱਲ ਨੂੰ ਚੜਾਉਣ ਲਈ ਅਮੀਰ ਚੰਦ ਨੇ ਉਹਦੇ ਮੂੰਹ ਨੂੰ ਸੁੰਘਦਿਆਂ ਵਿਅੰਗ ਕੀਤਾ। ਛੱਜੂ ਮੱਲ ਦੀਆਂ ਅੱਖਾਂ ਛਲਕ ਪਈਆਂ। ਉਹਦੀ ਗੋਗੜ ਇੰਨੀ ਵੱਧ ਗਈ ਸੀ ਕਿ ਯਤਨ ਕਰਨ 'ਤੇ ਵੀ ਅਮੀਰ ਚੰਦ ਦੇ ਗੋਡਿਆਂ ਵੱਲ ਨਾ ਝੁਕ ਸਕਿਆ। ਅਮੀਰ ਚੰਦ ਨੇ ਗੌਰ ਨਾਲ ਤੱਕਿਆ। ਉਹਦੀ ਗੋਗੜ ਪਹਿਲਾਂ ਨਾਲੋਂ 4-5 ਇੰਚ ਹੋਰ ਬਾਹਰ ਨੂੰ ਆ ਗਈ ਸੀ। ਗਰਦਨ ਦੁਆਲੇ ਵੀ ਚਰਬੀ ਚੜ੍ਹ ਗਈ ਤੇ ਗੱਲਾਂ ਇੰਨੀਆਂ ਫੁੱਲ ਗਈਆਂ ਕਿ ਅੱਖਾਂ ਅੰਦਰ ਧਸ ਗਈਆਂ ਸਨ। ਛੱਜੂ ਮੱਲ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾ ਕੇ ਅਮੀਰ ਚੰਦ ਨੇ ਵਾਪਸੀ ਲਈ ਪਿੱਠ ਪੁਆਈ। ਖਾਣ ਪੀਣ ਜਾਂ ਐਸ਼ ਲਈ ਅਮੀਰ ਚੰਦ ਕੋਲ ਵਕਤ ਨਹੀਂ ਸੀ। ਤੇਜ਼ ਕਦਮੀ ਉਹ ਕੋਠੀਓਂ ਬਾਹਰ ਹੋ ਗਿਆ। ਹਵਾਲਦਾਰ ਦੀ ਕੋਠੀ ਓਵਰਸੀਅਰ ਦੀ ਕੋਠੀ ਨਾਲੋਂ ਘੱਟ ਨਹੀਂ ਸੀ। ਪਹਾੜ ਜਿੱਡੀ ਕੋਠੀ ਦੇਖ ਕੇ ਅਮੀਰ ਚੰਦ ਦੇ ਕਾਲਜੇ 'ਚ ਰੁੱਗ ਭਰਿਆ ਗਿਆ। ਜੇ ਕਿਧਰੇ ਆਦਰਸ਼ਵਾਦੀ ਬਣ ਕੇ ਉਹਨੇ ਸੰਤਾਂ ਅੱਗੇ ਪ੍ਰਣ ਨਾ ਲਿਆ ਹੁੰਦਾ ਕਿ ਉਮਰ ਭਰ ਰਿਸ਼ਵਤ ਨਹੀਂ ਲਏਗਾ ਤਾਂ ਅੱਜ ਅਮੀਰ ਚੰਦ ਵੀ ਲੱਖਾਂ ਦਾ ਮਾਲਕ ਹੁੰਦਾ। ਪੁਲਿਸ ਦਾ ਤਾਂ ਸਿਪਾਹੀ ਮਾਣ ਨਹੀਂ, ਉਹ ਤਾਂ ਇੰਸਪੈਕਟਰ ਹੈ। ਕਈ ਵਾਰ ਅਮੀਰ ਚੰਦ ਨੇ ਇਹਨੂੰ ਵਹਿਮ ਭਰਮ ਸਮਝ ਕੇ ਪੈਸੇ ਲੈਣ ਦੀ ਕੋਸ਼ਿਸ਼ ਵੀ ਕੀਤੀ। ਪਹਿਲੀ ਵਾਰ ਪੈਸੇ ਲੈ ਕੇ ਘਰ ਆਇਆ ਤਾਂ ਮੁੰਡਾ ਬਿਮਾਰੀ ਕਾਰਨ ਹੱਥਾਂ 'ਚ ਆਇਆ ਹੋਇਆ ਸੀ। ਕਿਸੇ ਦਵਾਈ ਦਾਰੂ ਨੇ ਅਸਰ ਨਾ ਕੀਤਾ। ਰਿਸ਼ਵਤ ਵਾਲੇ ਸਾਰੇ ਪੈਸੇ ਖਰਚ ਹੋਏ ਤਾਂ ਜਾ ਕੇ ਠੀਕ ਹੋਇਆ। ਅਮੀਰ ਚੰਦ ਨੇ ਫਿਰ ਕੰਨਾਂ ਨੂੰ ਹੱਥ ਲਾਏ, ਭੁੱਲ ਬਖਸ਼ਾਈ, ਦੁਬਾਰਾ ਹਿੰਮਤ ਕੀਤੀ ਤਾਂ ਉਹਦਾ ਆਪਣਾ ਐਕਸੀਡੈਂਟ ਹੋ ਗਿਆ। ਸਾਰਾ ਪੈਸਾ ਫਿਰ ਨਿਕਲ ਗਿਆ। ਹੱਡ ਪੈਰ ਮੁਫਤ ਵਿੱਚ ਟੁੱਟੇ। ਮੁੜ ਪ੍ਰਣ ਤੋੜਨ ਦੀ ਹਿੰਮਤ ਨਹੀਂ ਪਈ। ਪਛਤਾਵਾ ਉਹਨੂੰ ਜ਼ਰੂਰ ਰਹਿੰਦਾ ਸੀ। ਹਵਾਲਦਾਰ ਦੀ ਕੋਠੀ ਅੱਗੇ ਖੜੋਣ ਦੀ ਉਹਦੀ ਹਿੰਮਤ ਨਾ ਪਈ। ਭੁੱਜੇ ਕਾਲਜੇ ਨਾਲੋਂ ਅਗਾਂਹ ਵਧਿਆ। ਅੱਗੇ ਸੁਖਦੇਵ ਸਿੰਘ ਡਾਕਟਰ ਦੀ ਨੇਮ ਪਲੇਟ ਚਮਕ ਰਹੀ ਸੀ। ਪਹਿਲਾਂ ਉਹ ਸਰਕਾਰੀ ਡਾਕਟਰ ਸੀ। ਦਵਾਈਆਂ ਵਿੱਚ ਤਾਂ ਹੇਰਾ ਫੇਰੀ ਕਰਦਾ ਹੀ ਸੀ। ਪੁਲਿਸ ਦੇ ਕੰਮਾਂ ਵਿੱਚ ਵੀ ਟੰਗ ਅੜਾ ਦਿੰਦਾ। ਜਦੋਂ ਮਰਜ਼ੀ 24 ਦੀ 26 ਦੀ 307 ਬਣਵਾ ਲਓ। ਇੱਕ ਵਾਰ ਮਰਨ ਵਾਲੇ ਦਾ ਵਿਸਰਾ ਹੀ ਬਦਲ ਦਿੱਤਾ। ਬੁੱਢਾ ਲੜਾਈ 'ਚ ਲੱਗੇ ਜ਼ਖਮਾਂ ਦੀ ਤਾਬ ਨਾਲ ਚੱਲਦਾ ਚੱਲ ਵਸਿਆ ਸੀ। ਪੁਲਿਸ ਨੇ ਕੇਸ ਇਸੇ ਤਰ੍ਹਾਂ ਬਣਾਇਆ, ਪਰ
ਇਸ ਮਾਂ ਦੇ ਸ਼ੇਰ ਨੇ ਵਿਸਰੇ ਨੂੰ ਟੈਸਟ ਲਈ ਭੇਜਣ ਤੋਂ ਪਹਿਲਾਂ ਉਸ 'ਚ ਜ਼ਹਿਰ ਮਿਲਾ ਦਿੱਤੇ। ਰਿਪੋਰਟ ਆਈ ਤਾਂ ਮੁਕੱਦਮੇ ਦੀ ਰੂਪ ਰੇਖਾ ਹੀ ਬਦਲ ਗਈ। ਰਿਪੋਰਟ ਮੁਤਾਬਕ ਬੁੱਢਾ ਜ਼ਹਿਰ ਖਾਣ ਕਰਕੇ ਮਰਿਆ ਸੀ। ਅਮੀ ਚੰਦ ਨੂੰ ਭਾਜਣਾ ਪੈ ਗਈਆਂ। ਉਹਨੂੰ ਮਹਿਕਮੇ ਨੇ ਨਹੀਂ ਸੀ ਛੱਡਣਾ। ਅਮੀ ਚੰਦ ਨੇ ਡਾਕਟਰ ਦੀ ਖਿਚਾਈ ਕੀਤੀ ਤਾਂ ਮਾਫੀਆ ਮੰਗਣ ਲੱਗਾ। ਮੁੜ ਕੇ ਨਵੀਂ ਰਿਪੋਰਟ ਬਣਾਈ। ਥੋੜ੍ਹੇ ਦਿਨਾਂ ਬਾਅਦ ਦਵਾਈਆਂ ਗਬਨ ਕਰਨ ਦੇ ਕੇਸ 'ਚ ਫਸ ਗਿਆ। ਮੁਅੱਤਲ ਹੋ ਕੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰ ਲਈ। ਅਜਿਹਾ ਕੰਮ ਚੱਲਿਆ ਕਿ 3 ਮੰਜ਼ਿਲਾ ਹਸਪਤਾਲ ਬਣਾ ਲਿਆ। 500 ਰੁਪਇਆ ਹਫ਼ਤਾ ਇੱਕ ਬੈੱਡ ਦਾ ਕਿਰਾਇਆ ਲੈਂਦਾ। ਬੈਲ ਖੜਕਾਈ, ਘਰ ਕੋਈ ਨਹੀਂ ਸੀ। ਸਾਰਾ ਟੱਬਰ ਮਨਾਲੀ ਸੈਰ ਲਈ ਗਿਆ ਹੋਇਆ ਸੀ। ਅਗਲੀ ਕੋਠੀ ਸਤਪਾਲ ਦੀ ਸੀ। ਉਹ ਸਤਪਾਲ ਜਿਹੜਾ ਸ਼ੈਲਰਾਂ 'ਚ ਮੁਨੀਮੀ ਕਰਦਾ ਸ਼ੈਲਰਾਂ ਦਾ ਮਾਲਕ ਬਣ ਗਿਆ। ਚੰਗੇ ਪੈਸੇ ਬਣੇ ਤਾਂ ਪੈਸੇ ਹਜ਼ਮ ਕਰਨੇ ਔਖੇ ਹੋ ਗਏ। ਫੂਡ ਸਪਲਾਈ ਤੇ FCI ਦੇ ਇੰਸਪੈਕਟਰਾਂ ਨਾਲ ਮਿਲ ਕੇ ਲੁਧਿਆਣੇ ਜਾਣ ਲੱਗਾ। ਹੋਟਲਾਂ 'ਚ ਕਾਲ ਗਰਲਸ ਨਾਲ ਰੰਗ ਰਲੀਆਂ ਮਨਾਉਣ ਲੱਗਾ। ਨਖਰੇ ਵਾਲੀਆਂ ਔਰਤਾਂ ਸਾਹਮਣੇ ਉਹਨੂੰ ਆਪਣੀ ਪਤਨੀ ਮੋਟੀ, ਕਾਲੀ ਤੇ ਉੱਜੜ ਨਜ਼ਰ ਆਉਣ ਲੱਗੀ। ਆਏ ਦਿਨ ਉਸ ਤੋਂ ਛੁਟਕਾਰਾ ਪਾਉਣ ਲਈ ਤਰਕੀਬਾਂ ਸੋਚਦਾ ਰਹਿੰਦਾ। ਆਖਿਰ ਉਹ ਤਰਕੀਬ ਸੁੱਝੀ ਜਿਹੜੀ ਇਹੋ ਜਿਹੇ ਬੰਦੇ ਨੂੰ ਸੋਚ ਸਕਦੀ ਹੈ। ਸਟੋਵ ਦੇਵਤੇ ਦੀ ਕਿਰਪਾ। ਸਟੋਵ ਦੇਵਤੇ ਦੀ ਕਿਰਪਾ ਤਾਂ ਹੋਈ, ਪਰ ਪੰਡਤ ਅਮੀ ਚੰਦ ਦੀ ਨਹੀਂ। ਸਟੋਵ ਨੇ ਤਾਂ ਸਤਪਾਲ ਦੀ ਪਤਨੀ ਸ਼ੀਲਾ ਨੂੰ ਜਲਾ ਕੇ ਮਾਰ ਦਿੱਤਾ, ਪਰ ਅਮੀ ਚੰਦ ਇਹਨੂੰ ਮਹਿਜ਼ ਇੱਕ ਹਾਦਸਾ ਮੰਨਣ ਲਈ ਤਿਆਰ ਨਹੀਂ ਸੀ। ਸਤਪਾਲ ਨੇ ਆਪਣੇ ਹੱਥ ਦਿਖਾਵੇ ਲਈ ਜਲਾਏ ਸਨ। ਰਸੋਈ ਜਿੱਥੇ ਉਹਦੀ ਪਤਨੀ ਸੜੀ ਸੀ, ਸਾਰੀ ਕਹਾਣੀ ਸੱਚ ਆਖ ਰਹੀ ਸੀ। ਰਸੋਈ ਦੀਆਂ ਚਾਰੇ ਕੰਧਾਂ ਤਾਂ ਧੂਏ ਨਾਲ ਕਾਲੀਆਂ ਹੋ ਗਈਆਂ, ਪਰ ਜਿੱਥੇ ਸ਼ੀਲਾ ਮਰੀ ਸੀ ਉੱਥੇ ਧੂੰਆਂ ਨਹੀਂ ਸੀ ਪਹੁੰਚ ਸਕਿਆ। ਸ਼ੀਲਾ ਨੂੰ ਅਚਾਨਕ ਅੱਗ ਲੱਗੀ ਹੁੰਦੀ ਤਾਂ ਤੜਫਦੀ, ਰੋਂਦੀ, ਕੁਰਲਾਉਂਦੀ, ਇੱਧਰ ਉੱਧਰ ਦੌੜਨ ਦੀ ਕੋਸ਼ਿਸ਼ ਕਰਦੀ। ਉਹ ਮੱਚ ਜਾਣ ਲਈ ਚੁੱਪ ਕਰਕੇ ਕੰਧ ਨਾਲ ਨਾ ਬੈਠ ਜਾਂਦੀ। ਕੰਧ 'ਤੇ ਬਣੀ ਸ਼ੀਲਾ ਦੀ ਤਸਵੀਰ ਦੱਸਦੀ ਸੀ ਅੱਗ ਲਾਉਣ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੱਤਾ ਗਿਆ ਸੀ। ਉਹਦੀ ਮ੍ਰਿਤਕ ਦੇਹ ਨੂੰ ਕੰਧ ਨਾਲ ਟਿਕਾ ਕੇ ਪਿੱਛੋਂ ਅੱਗ ਲਾਈ ਗਈ ਸੀ। ਸਤਪਾਲ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਈ ਇੰਨਾ ਸਬੂਤ ਹੀ ਕਾਫੀ ਸੀ। 2 ਥੱਪੜ ਪਏ ਤਾਂ ਸਤਪਾਲ ਨੇ ਸਭ ਕੁਝ ਦੱਸ ਦਿੱਤਾ। ਨਵੀਂ ਬਹੂ ਦੇ ਚਾਅ 'ਚੋਂ ਪਹਿਲੀ ਨੂੰ ਅੱਗ ਲਾ ਬੈਠਾ ਸੀ। ਅਮੀ ਚੰਦ ਨੇ ਪੂਰੀ ਮਿਹਨਤ ਨਾਲ ਸਬੂਤ ਇਕੱਠੇ ਕੀਤੇ। ਅਦਾਲਤ ਜੇ ਚਸ਼ਮਦੀਦ ਗਵਾਹਾਂ ਬਿਨਾਂ ਕਿਸੇ ਨੂੰ ਸਜ਼ਾ ਨਹੀਂ ਕਰ ਸਕਦੀ ਤਾਂ ਅਮੀ ਚੰਦ ਕੀ ਕਰੇ। ਕੁੜੀ ਦੇ ਗਰੀਬ ਮਾਪਿਆਂ ਤੋਂ ਪੂਰੀ ਪੈਰਵਾਈ ਨਾ ਹੋ ਸਕੀ। ਉਹ ਬਾਇੱਜ਼ਤ ਬਰੀ ਹੋ ਕੇ ਘਰ ਨੂੰ ਆ ਗਿਆ। ਸਤਪਾਲ ਦੀ ਇੱਛਾ ਪੂਰੀ ਹੋ ਗਈ। ਉਹਨੇ ਸੱਚਮੁੱਚ ਹੀ ਪਰੀ ਵਰਗੀ ਕੁੜੀ ਵਿਆਹ ਕੇ ਲਿਆਂਦੀ। ਅਮੀ ਚੰਦ ਦੀ ਤਮੰਨਾ ਸੀ ਕਿ ਉਸ ਪਰੀ ਵਰਗੀ ਕੁੜੀ ਦਾ ਦੀਦਾਰ ਕਰੇ, ਪਰ ਅਮੀ ਚੰਦ ਸਤਪਾਲ ਅੱਗੇ ਹਾਰਿਆ ਮਹਿਸੂਸ ਕਰ ਰਿਹਾ ਸੀ। ਪੂਰੇ ਯਤਨਾਂ ਦੇ ਬਾਵਜੂਦ ਵੀ ਉਹ ਸਤਪਾਲ ਨੂੰ ਸਜ਼ਾ ਨਹੀਂ ਸੀ ਕਰਾ ਸਕਿਆ। ਸਤਪਾਲ ਦਾ ਦਰਵਾਜ਼ਾ ਖੜਕਾਉਣ ਨੂੰ ਉਹਦਾ ਦਿਲ ਨਾ ਹੀ ਮੰਨਿਆ। ਸੂਰਜ ਦੇਵਤਾ ਆਪਣੇ ਆਖਰੀ ਬਾਣ ਵਰਸਾ ਰਿਹਾ ਸੀ। ਅਮੀ ਚੰਦ ਕੋਠੀਆਂ ਦੇ ਗੇਟਾਂ 'ਤੇ ਲਟਕਦੀਆਂ ਨੇਮ ਪਲੇਟਾਂ ਘੋਖਦਾ ਰਿਹਾ। ਕਿਸੇ ਕੋਠੀ 'ਚੋਂ ਥੋੜ੍ਹੀ ਬਹੁਤ ਪੁੱਛ ਪੜਤਾਲ ਕਰਕੇ ਅੱਗੇ ਵੱਧਦਾ ਰਿਹਾ। ਮੌਜ ਮਸਤੀ ਕਰ ਰਹੀ ਇਸ ਕਲੋਨੀ ਨੂੰ ਕੀ ਜ਼ਰੂਰਤ ਸੀ ਉਹ ਬੰਟੀ ਵਰਗੇ ਝੰਜਟਾਂ 'ਚ ਪਏ। ਆਖਰੀ ਕੋਠੀ ਬਾਊ ਕਾਸ਼ੀ ਰਾਮ ਦੀ ਸੀ। ਉਹ ਇੱਕ ਅਜਿਹਾ ਸਿਆਸਤਦਾਨ ਸੀ ਜਿਹਦੀ ਕਦੇ ਮੁੱਖ ਮੰਤਰੀ ਜਿੰਨੀ ਚੜ੍ਹਤ ਰਹੀ ਸੀ। ਸਮੇਂ ਨੇ ਉਹਦਾ ਸਾਥ ਨਾ ਦਿੱਤਾ। ਸਿਆਸੀ ਉਥਲ ਪੁਥਲ 'ਚੋਂ ਘਬਰਾ ਗਿਆ। ਧੜਾ ਧੜ ਪਾਰਟੀਆਂ ਬਦਲਦਾ ਰਿਹਾ। ਨਤੀਜੇ ਵਜੋਂ ਨਾ ਘਰ ਦਾ ਰਿਹਾ ਨਾ ਘਾਟ ਗਿਆ। ਮਜਬੂਰ ਹੋਇਆ ਹੁਣ ਚੁੱਪ ਧਾਰੀ ਬੈਠਾ ਹੈ। ਕਦੇ ਕਦੇ ਦੌਰਾ ਪੈਣ ਵਾਲਿਆਂ ਵਾਂਗ ਲੋਕਾਂ 'ਚ ਆਉਣ ਦੀ ਕੋਸ਼ਿਸ਼ ਕਰਦਾ ਹੈ। ਥੋੜ੍ਹੀ ਜਿਹੀ ਥਾਂ ਬਣਦੀ ਹੈ ਤਾਂ ਮੁੜ ਗਲਤੀ ਕਰ ਬੈਠਦਾ ਹੈ। ਮੁੜ ਰਾਜਕੁਮਾਰੀ ਤੋਂ ਚੂਹੀ ਬਣਨ ਵਾਲੀ ਕਹਾਣੀ ਸੱਚੀ ਹੋ ਜਾਂਦੀ ਹੈ। ਈਰਖਾ 'ਚ ਜਲਦੇ ਕਾਸ਼ੀ ਰਾਮ ਨੇ ਬੰਟੀ ਵਾਲੀ ਗਲਤੀ ਕਰ ਲਈ ਹੋਵੇ ਤਾਂ ਵੱਡੀ ਗੱਲ ਨਹੀਂ ਸੀ। ਉਹ ਰਾਮਲੀਲਾ ਕਮੇਟੀ ਤੋਂ ਲੈ ਕੇ ਗੀਤਾ ਭਵਨ ਤੱਕ ਹਰ ਸੰਸਥਾ 'ਚ ਟੰਗ ਅੜਾਉਣ ਦੀ ਤਾਕ 'ਚ ਸੀ। ਕਿਧਰੇ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਹੋਵੇ ਤਾਂ ਉਹਨੇ ਆਪਣੀ ਮੋਟੀ ਬੁੱਧੀ ਨਾਲ ਕੋਈ ਗਲਤ ਫੈਸਲਾ ਲੈ ਲਿਆ ਹੋਵੇ। 4 ਸਿਪਾਹੀਆਂ ਨੂੰ ਕੋਠੀ ਦੇ 4 ਖੂੰਜਿਆਂ 'ਚ ਪੋਜੀਸ਼ਨਾਂ ਲੈਣ ਦਾ ਹੁਕਮ ਹੋਇਆ। ਆਪਣੇ ਰਿਵਾਲਵਰ ਨੂੰ ਹੱਥ 'ਚ ਫੜ ਕੇ ਤੇ ਹੌਲਦਾਰ ਦੀ ਬੰਦੂਕ ਲੋਡ ਕਰਾ ਕੇ ਉਹਨੇ ਬੈਲ ਖੜਕਾਈ। ਕਾਸ਼ੀ ਰਾਮ ਲਾਨ 'ਚ ਟਹਿਲ ਰਿਹਾ ਸੀ। ਮੇਜ਼ 'ਤੇ ਪਏ ਟੇਪ ਰਿਕਾਰਡਰ 'ਤੇ ਵੱਜ ਰਹੀ ਕੋਈ ਵਿਦੇਸ਼ੀ ਧੁਨ ਮਾਹੌਲ ਨੂੰ ਸੁਖਾਵਾਂ ਬਣਾ ਰਹੀ ਸੀ। ਕੋਈ ਗੰਦਾ ਗੀਤ ਹੁੰਦਾ ਤਾਂ ਅਮੀ ਚੰਦ ਨੇ ਟੇਪ ਰਿਕਾਰਡਰ ਦੇ ਟੁਕੜੇ ਕਰ ਦੇਣੇ ਸੀ। ਅਸ਼ਲੀਲ ਗੀਤਾਂ ਨਾਲ ਅਮੀ ਚੰਦ ਨੂੰ ਪਾਗਲਪਨ ਦੀ ਹੱਦ ਤੱਕ ਨਫ਼ਰਤ ਸੀ। ਜਿੱਥੇ ਵੀ ਜਾਂਦਾ ਪਹਿਲਾਂ ਟੇਪਾਂ ਤੇ ਟਰੱਕਾਂ ਵਾਲਿਆਂ ਨੂੰ ਗੰਦੀਆਂ ਟੇਪਾਂ ਖੂਹ 'ਚ ਸੁੱਟਣ ਦਾ ਹੁਕਮ ਦਿੰਦਾ। ਹੁਕਮ ਅਦੂਲੀ ਅਕਸਰ ਟਰੱਕਾਂ ਵਾਲੇ ਕਰਦੇ। ਕੋਈ ਹੋਰ ਬਹਾਨਾ ਲੱਭ ਕੇ ਹੜਤਾਲਾਂ ਕਰਦੇ, ਟ੍ਰੈਫਿਕ ਜਾਮ ਕਰਦੇ, ਪਰ ਅਮੀ ਚੰਦ ਨੂੰ ਡਰਾ ਨਾ ਸਕਦੇ। ਇਸ ਸੰਗੀਤ ਨਾਲ ਨਾ ਅਮੀ ਚੰਦ ਨੂੰ ਪਿਆਰ ਸੀ ਤੇ ਨਾ ਹੀ ਨਫ਼ਰਤ। ਪੁਲਿਸ ਨੂੰ ਕੋਠੀ ਵੱਲ ਵੱਧਦੀ ਵੇਖ ਕੇ ਕਾਸ਼ੀ ਰਾਮ ਖੁਦ ਗੇਟ ਖੋਲ੍ਹਣ ਆਇਆ। ਇੱਕ ਉਹ ਵੀ ਜ਼ਮਾਨਾ ਸੀ ਜਦੋਂ ਕਾਸ਼ੀ ਰਾਮ ਦੀ ਕੋਠੀ ਅੱਗੇ ਅਫਸਰਾਂ ਦੀ ਭੀੜ ਲੱਗੀ ਰਹਿੰਦੀ ਸੀ। IG ਤੱਕ ਨੂੰ ਘੰਟਾ ਉਡੀਕਣਾ ਪੈਂਦਾ ਸੀ। ਉਸ ਸਮੇਂ ਗਿਆਨੀ ਜੀ ਮੁੱਖ ਮੰਤਰੀ ਸਨ। ਉਹ ਕਾਸ਼ੀ ਰਾਮ ਦੇ ਲੰਗੋਟੀਏ ਯਾਰ ਸਨ। ਗਿਆਨੀ ਜੀ ਵੀ ਆਸ਼ਿਕ ਮਜਾਜ ਸਨ ਕਾਸ਼ੀ ਰਾਮ ਲਈ। ਮੁੱਖ ਮੰਤਰੀ ਬਣੇ ਤਾਂ ਗਿਆਨੀ ਜੀ ਨੇ ਕਾਸ਼ੀ ਰਾਮ ਦੇ
ਰੱਜ ਕੇ ਕੰਮ ਕੀਤੇ, ਬਦਲੀਆਂ, ਭਰਤੀਆਂ, ਕੋਟੇ, ਲਾਇਸੈਂਸ ਸਭ ਇਸ਼ਾਰੇ ਨਾਲ ਹੋ ਜਾਂਦੇ। ਦਿਨਾਂ ਵਿੱਚ ਸ਼ਹਿਰ ਦੇ ਲਹਿੰਦੇ ਪਾਸੇ ਇੱਕ ਬਹੁਤ ਵੱਡਾ ਪੋਲਟਰੀ ਫਾਰਮ ਉਸਰ ਗਿਆ। ਐਗਰੋ ਇੰਡਸਟਰੀ ਲਈ ਉਹਨਾਂ ਨੂੰ ਜ਼ਮੀਨ ਸਰਕਾਰ ਨੇ ਖਰੀਦ ਕੇ ਦਿੱਤੀ। ਧਾਗਾ ਮਿਲ ਲੱਗ ਗਈ। ਕੀੜੇ ਮਾਰ ਦਵਾਈਆਂ ਦੇ ਕਾਰਖਾਨੇ ਦੇ ਲਾਇਸੈਂਸ ਮਿਲ ਗਏ। ਪਿੰਡ ਦੇ ਮੁੰਡੇ ਪੁਲਿਸ 'ਚ ਭਰਤੀ ਹੋਣ ਲੱਗੇ ਅਤੇ ਸ਼ਹਿਰਾਂ ਦੀ ਫੂਡ ਸਪਲਾਈ 'ਚ ਕਿਸੇ ਨੂੰ ਸੋਹਣੇ ਘਿਓ ਦੀ ਏਜੰਸੀ ਲੈ ਦਿੱਤੀ, ਕਿਸੇ ਨੂੰ ਮਾਰਕਫੈਡ ਖਾਦ ਦੀ। ਸਭ ਵਿੱਚ ਕਾਂਸ਼ੀ ਰਾਮ ਦਾ ਲੁਕਵਾਂ ਹਿੱਸਾ ਹੁੰਦਾ ਸੀ। ਕਾਂਸ਼ੀ ਰਾਮ ਨੇ ਕਈਆਂ ਨੂੰ ਸਿਆਸਤ 'ਚ ਲਿਆਂਦਾ, ਕਿਸੇ ਨੂੰ ਬਲਾਕ ਦਾ ਪ੍ਰਧਾਨ ਬਣਾਇਆ, ਕਿਸੇ ਨੂੰ ਜ਼ਿਲ੍ਹੇ ਦੇ ਯੂਥ ਵਿੰਗ ਦਾ। ਕੋਈ ਆਖਦਾ ਸ਼ਰਮੇ ਦੀ ਪਤਨੀ ਤੇ ਉਹਦੀ ਅੱਖ ਹੈ, ਕੋਈ ਆਖਦਾ ਵਕੀਲਣੀ ਉਹਦੇ ਨਾਲ ਰਹਿੰਦੀ ਹੈ। ਕੁਝ ਵੀ ਸੀ। ਉਹਨੇ ਕਈ ਔਰਤਾਂ ਨੂੰ ਵੀ ਸਿਆਸਤ ਵਿੱਚ ਲਿਆਂਦਾ ਸੀ। ਉਹਨਾਂ 'ਚ ਕੁਝ ਗਿਆਨੀ ਜੀ ਦੇ ਵੀ ਨੇੜੇ ਹੋ ਗਈਆਂ ਸਨ। ਉਹ ਸਿੱਧੀਆਂ ਕੰਮ ਕਰਾ ਲਿਆਉਂਦੀਆਂ ਸਨ। ਭੈੜੇ ਦਿਨ ਕਿਹੜਾ ਪੁੱਛ ਕੇ ਆਉਂਦੇ ਹਨ। ਐਮਰਜੈਂਸੀ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਕਾਂਗਰਸ ਦਾ ਮਹਿਲ ਢੇਰੀ ਹੋ ਗਿਆ। ਕਾਂਸ਼ੀ ਰਾਮ ਨੇ ਕਦੇ ਸੁਪਨੇ 'ਚ ਨਹੀਂ ਸੋਚਿਆ ਹੋਣਾ ਕਿ ਕਦੇ ਉਹਦਾ ਪੁਰਾਣਾ ਰਿਕਾਰਡ ਵੀ ਫਰੋਲਿਆ ਜਾਏਗਾ। ਜਵਾਨੀ ਸਮੇਂ ਉਹ ਇੱਕ ਪੇਂਡੂ ਹਟਵਾਣੀਆਂ ਸੀ। ਪਹਿਲੀ ਪਤਨੀ ਬਿਮਾਰ ਰਹਿੰਦੀ ਸੀ, ਇਲਾਜ ਲਈ ਪੈਸਾ ਨਹੀਂ ਸੀ। ਕਾਂਸ਼ੀ ਰਾਮ ਨੇ ਸਰਕਾਰ ਪਾਸੋਂ ਸਹਾਇਤਾ ਲੈਣ ਲਈ ਕਦੇ ਅਰਜ਼ੀ ਦਿੱਤੀ ਸੀ। ਕਿਸੇ ਕਲਰਕ ਨੇ ਕਾਂਸ਼ੀ ਰਾਮ ਨਾਲ ਅਜਿਹੀ ਖੁੰਦਕ ਖਾਧੀ ਕਿ ਉਸ ਅਰਜ਼ੀ ਦੀਆਂ ਫੋਟੋਆਂ ਕਰਾ ਕੇ ਜਨਤਾ ਪਾਰਟੀ ਵਾਲਿਆਂ ਨੂੰ ਦੇ ਦਿੱਤੀਆਂ। ਜਨਤਾ ਪਾਰਟੀ ਨੇ ਰਾਈ ਦਾ ਪਹਾੜ ਬਣਾ ਦਿੱਤਾ। ਤਾਂ ਪੋਸਟਰ ਲੱਗ ਗਏ। ਉਹਦੀ ਦੌਲਤ ਦੀ ਪੜਤਾਲ ਦੀ ਮੰਗ ਹੋਣ ਲੱਗੀ। ਉਹ ਭੁੱਖਾ ਮਰਦਾ ਕਾਂਗਰਸ ਪਾਰਟੀ ਦੇ ਦਫ਼ਤਰ 'ਚ ਕਲਰਕੀ ਕਰਨ ਚੰਡੀਗੜ੍ਹ ਗਿਆ ਸੀ। ਕਦੇ ਕਿਸੇ ਵੱਡੇ ਅਹੁਦੇ 'ਤੇ ਨਹੀਂ ਰਿਹਾ। ਇਹ ਸਾਰੀ ਜਾਇਦਾਦ ਕਿੱਥੋਂ ਬਣੀ? ਪਰਚਾ ਦਰਜ ਹੋਇਆ, ਗ੍ਰਿਫਤਾਰ ਹੋਇਆ, ਧੂਕੜੀ ਸੋਈ, ਡਰਦੇ ਨੇ ਸਾਰੇ ਪੈਸੇ ਦੇ ਦਿੱਤੇ। ਗਿਆਨੀ ਜੀ ਦੇ ਖਿਲਾਫ ਹਲਫੀਆ ਬਿਆਨ ਵੀ ਦੇ ਬੈਠਾ ਤੇ ਕਮਿਸ਼ਨ ਅੱਗੇ ਗਵਾਹੀ ਵੀ। ਉਸ ਸਮੇਂ ਕਿਹਨੂੰ ਪਤਾ ਸੀ ਕਿ ਗਿਆਨੀ ਜੀ ਮੁੜ ਇੱਥੋਂ ਤੱਕ ਪਹੁੰਚ ਜਾਣਗੇ। ਗਿਆਨੀ ਜੀ ਖਿਝ ਗਏ। ਕਈ ਵਾਰ ਕਾਂਸ਼ੀ ਰਾਮ ਨੇ ਮਿੰਨਤ ਤਰਲਾ ਕੀਤਾ। ਉਹਨਾਂ ਕਾਂਸ਼ੀ ਰਾਮ ਨੂੰ ਮਾਫ਼ ਨਹੀਂ ਕੀਤਾ। ਜਿਹੜਾ ਭੀੜ ਪੈਣ 'ਤੇ ਸਾਥ ਨਹੀਂ ਦਿੰਦਾ ਉਹ ਕਾਹਦਾ ਮਿੱਤਰ ਹੋਇਆ। ਹੋਰ ਪਾਰਟੀਆਂ ਵਿੱਚ ਵੀ ਹੱਥ ਪੈਰ ਮਾਰੇ, ਕਿਧਰੇ ਦਾਲ ਨਾ ਗਲੀ, ਹੰਭ ਕੇ ਬੈਠ ਗਿਆ। ਮੁੜ ਉਹ ਲੋਕਲ ਸਿਆਸਤ ਵਿੱਚ ਸਰਗਰਮ ਹੋਣ ਦੇ ਯਤਨਾਂ 'ਚ ਸੀ। ਛੱਜੂ ਰਾਮ ਤੋਂ 20,000 ਰੁਪਏ ਲੈ ਕੇ 1 ਘੰਟੇ 'ਚ ਅਮੀ ਚੰਦ ਦੀ ਬਦਲੀ ਕਰਾਉਣ ਵਾਲੇ ਕਾਂਸ਼ੀ ਰਾਮ ਦੀ ਕੋਠੀ ਦਾ ਕੋਨਾ ਕੋਨਾ ਉਹਨੇ ਛਾਣ ਸੁੱਟਿਆ। ਸਾਰੀ ਕੋਠੀ ਵਿਦੇਸ਼ੀ ਚੀਜ਼ਾਂ ਨਾਲ ਭਰੀ ਪਈ ਸੀ। ਅੰਡਰਵੇਅਰ ਤੋਂ ਲੈ ਕੇ ਸਾੜੀਆਂ ਤੱਕ, ਲਾਈਟਰ ਤੋਂ ਲੈ ਕੇ ਗੀਜ਼ਰ ਤੱਕ ਸਭ ਵਿਦੇਸ਼ੀ। ਪਤਾ ਨਹੀਂ ਉਹਨੇ ਕਿੰਨਾ ਕੁ ਪੈਸਾ ਕਮਾਇਆ ਸੀ। ਇੰਨੇ ਸਾਲਾਂ ਬਾਅਦ ਵੀ ਖਤਮ ਹੋਣ 'ਚ ਨਹੀਂ ਸੀ ਆ ਰਿਹਾ। ਅਮੀ ਚੰਦ ਚਾਹੁੰਦਾ ਤਾਂ ਵਿਦੇਸ਼ੀ ਚੀਜ਼ਾਂ ਦੀਆਂ ਰਸੀਦਾਂ ਮੰਗ ਕੇ ਆਪਣੀ ਬਦਲੀ ਦਾ ਬਦਲਾ ਲੈ ਸਕਦਾ ਸੀ, ਪਰ ਉਹਨੇ ਇੰਜ ਨਾ ਕੀਤਾ। ਕਾਂਸ਼ੀ ਰਾਮ ਵਾਂਗ ਉਹਨੂੰ ਤਾਕਤ ਦਾ ਨਸ਼ਾ ਨਹੀਂ ਸੀ ਚੜਿਆ ਹੋਇਆ। ਕਾਂਸ਼ੀ ਰਾਮ ਦੀ ਕੋਠੀ 'ਚ ਉਥਲ-ਪੁਥਲ ਕਰਕੇ ਬਾਹਰ ਨਿਕਲਦਾ ਅਮੀ ਚੰਦ ਪੂਰੀ ਤਰ੍ਹਾਂ ਖਿੱਚ ਚੁੱਕਾ ਸੀ। ਮਾਡਲ ਟਾਊਨ ਦੀਆਂ ਸਾਰੀਆਂ ਕੋਠੀਆਂ ਨੇ ਮਾਲਕ ਚੋਰ, ਠੱਗ ਤੇ ਲੁਟੇਰੇ ਸਨ। ਕੋਈ ਰਿਸ਼ਵਤਖੋਰ ਸੀ, ਕੋਈ ਟੈਕਸ ਚੋਰ, ਕੋਈ ਬਲੈਕੀਆ। ਹੈਰਾਨੀ ਦੀ ਗੱਲ ਇਹ ਸੀ ਕਿ ਨਾ ਸਮਾਜ ਉਹਨਾਂ ਨੂੰ ਮੁਜਰਮ ਗਰਦਾਨਦਾ ਸੀ, ਨਾ ਕਾਨੂੰਨ। ਉਲਟਾ ਦੋਵੇਂ ਇਹਨਾਂ ਨੂੰ ਇੱਜ਼ਤ ਨਾਲ ਦੇਖਦੇ ਸੀ। ਇਹਨਾਂ ਆਧੁਨਿਕ ਚੋਰਾਂ ਸਾਹਮਣੇ ਨਿਹੱਥਾ ਤੇ ਹਾਰਿਆ ਮਹਿਸੂਸ ਕਰਦਾ ਅਮੀ ਚੰਦ ਅੱਗੇ ਤੁਰਨ ਵਿੱਚ ਔਖਿਆਈ ਮਹਿਸੂਸ ਕਰਨ ਲੱਗਾ। ਉਦਾਸ ਕਦਮ ਪੁੱਟਦਾ ਉਹ ਥਾਣੇ ਨੂੰ ਪਰਤ ਆਇਆ। 11ਵਾਂ ਅੰਗ। ਖਾਨ ਨੇ ਬੰਟੀ ਦੀ ਖੋਜ ਲਈ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਖਾਸ ਤੌਰ 'ਤੇ ਬਾਹਰੋਂ ਬੁਲਾਇਆ ਸੀ, ਉਹਨਾਂ ਵਿੱਚ ਅਮੀ ਚੰਦ ਤੋਂ ਇਲਾਵਾ ਗੱਜਣ ਸਿੰਘ ਵੀ ਸੀ। ASI ਹੁੰਦਿਆਂ ਹੋਇਆਂ ਵੀ ਗੱਜਣ ਨੂੰ ਇੱਕ ਅਜਿਹੀ ਪੁਲਿਸ ਪਾਰਟੀ ਦਾ ਮੁਖੀ ਥਾਪਿਆ ਗਿਆ ਸੀ ਜਿਸ ਵਿੱਚ 6 ਹੌਲਦਾਰ, 24 ਸਿਪਾਹੀ ਤੇ CRP ਦੇ 40 ਜਵਾਨ ਤਾਂ ਸਨ। ਇੱਕ ਸਬ ਇੰਸਪੈਕਟਰ ਵੀ ਸ਼ਾਮਲ ਸੀ। ਸਬ ਇੰਸਪੈਕਟਰ ਦੇ ਹੁੰਦਿਆਂ ਪਾਰਟੀ ਦਾ ਮੁਖੀ ਬਣਨਾ ਗੱਜਣ ਲਈ ਫਖਰ ਵਾਲੀ ਗੱਲ ਸੀ। ਉਹ ਆਪਣੀ ਇਸ ਸਾਖ ਨੂੰ ਬਣਾਈ ਰੱਖਣ ਲਈ ਉਤਾਵਲਾ ਸੀ। ਇਸ ਪਾਰਟੀ ਨੂੰ ਕੰਮ ਵੀ ਬੜਾ ਅਹਿਮ ਸੌਂਪਿਆ ਗਿਆ ਸੀ। ਇਹਨਾਂ ਨੇ ਅਗਵਾੜ ਦੀ ਛਾਣਬੀਣ ਕਰਨੀ ਸੀ। ਅਗਵਾੜੋਂ ਕਈ ਮੁੰਡੇ ਅੰਡਰਗਰਾਊਂਡ ਹੋਏ ਸਨ। ਇੱਥੇ ਕਈ ਘਰ ਦੰਗਿਆਂ ਦੌਰਾਨ ਉੱਜੜ ਕੇ ਆਏ ਸਿੱਖ ਪਰਿਵਾਰਾਂ ਦੇ ਸਨ। 2 ਗੁਰਦੁਆਰੇ ਤੇ ਇੱਕ ਡੇਰਾ। ਅਜਿਹੇ ਇਲਾਕੇ ਦੀ ਤਲਾਸ਼ੀ ਲਈ ਜਿੱਥੇ ਤਹੱਮਲ ਤੇ ਸੂਝ-ਬੂਝ ਦੀ ਜ਼ਰੂਰਤ ਸੀ, ਉੱਥੇ ਦਲੇਰੀ ਤੇ ਹੌਸਲਾ ਵੀ ਚਾਹੀਦਾ ਸੀ। ਗੱਜਣ ਵਿੱਚ ਇਹਨਾਂ ਵਿੱਚੋਂ ਕਿਸੇ ਦੀ ਵੀ ਘਾਟ ਨਹੀਂ ਸੀ। ਇਹਨਾਂ ਸਾਰੇ ਗੁਣਾਂ ਦਾ ਦਿਖਾਵਾ ਉਹ ਕਈ ਵਾਰ ਕਰ ਚੁੱਕਾ ਸੀ। ਪਹਿਲੀ ਵਾਰ ਉਸ ਸਮੇਂ ਜਦੋਂ ਵਰਸਦੀਆਂ ਗੋਲੀਆਂ 'ਚ ਵੀ ਉਹਨੇ 2 ਨੰਬਰ ਦੀ ਸ਼ਰਾਬ ਲਈ ਜਾਂਦੇ ਟਰੱਕ ਦਾ ਪਿੱਛਾ ਕਰਨਾ ਨਹੀਂ ਸੀ ਛੱਡਿਆ। ਟਰੱਕ ਬੜੀ ਵੱਡੀ ਪਾਰਟੀ ਦਾ ਸੀ। ਨਾ ਗੱਜਣ ਨੇ ਪੈਸਿਆਂ 'ਤੇ ਧਾਰ ਮਾਰੀ, ਨਾ ਵਜ਼ੀਰਾਂ ਦੀਆਂ ਧਮਕੀਆਂ ਤੋਂ ਡਰਿਆ। ਗੱਜਣ ਦੇ ਤਬਾਦਲੇ ਲਈ ਜ਼ੋਰ ਪੈਣ ਲੱਗਾ ਤਾਂ ਖਾਨ ਚੱਟਾਨ ਵਾਂਗ ਅੜ ਗਿਆ। ਖਾਨ DGP ਦੇ ਪੇਸ਼ ਹੋਇਆ। ਸਾਰੀ ਸਥਿਤੀ ਸਮਝਾ ਕੇ ਬਦਲੀ ਦੀ ਥਾਂ ਗੱਜਣ ਲਈ ਇਨਾਮ ਮਨਜ਼ੂਰ ਕਰਾਇਆ। ਇੱਕ ਵਾਰ ਫਿਰ ਉਹਨੇ ਸ਼ੇਰ ਦੇ ਮੂੰਹ 'ਚ ਹੱਥ ਪਾ ਕੇ ਇਲਾਕੇ 'ਚ ਅਮਨ ਬਹਾਲ ਕੀਤਾ। ਨਿਹੰਗਾਂ ਦਾ ਇੱਕ ਹਥਿਆਰਬੰਦ ਟੋਲਾ ਲਾਲਿਆਂ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ।
ਗਰੀਬ ਲਾਲੇ ਥਰ-ਥਰ ਕੰਬਣ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦੇ। ਗੱਜਣ ਨੇ ਨਿਹੰਗਾਂ ਨੂੰ ਸਮਝਾਇਆ ਤਾਂ ਗੋਲੀਆਂ ਚਲਾਉਣ ਲੱਗੇ। ਗੱਜਣ ਨੇ ਲਹਿੰਦੇ ਹੱਥ ਦੋ ਨੂੰ ਥਾਂਏਂ ਚਿੱਤ ਕਰਤਾ। ਬਾਕੀ ਦੀਆਂ ਲੱਤਾਂ ਬਾਹਾਂ ਭੰਨ ਕੇ ਥਾਣੇ ਲਿਆ ਸੁੱਟੇ। ਮੁੜ ਕੇ ਨਿਹੰਗਾਂ ਨੇ ਉਹਦੇ ਇਲਾਕੇ ਵੱਲ ਮੂੰਹ ਨਹੀਂ ਕੀਤਾ। ਇਸ ਅਗਵਾੜ ਵਿੱਚ ਅਜਿਹੇ ਭੈੜੇ ਹਾਲਾਤ ਵਿੱਚ ਜੇ ਕੋਈ ਥਾਣੇਦਾਰ ਹਿੱਕ ਤਾਣ ਕੇ ਖੜ ਸਕਦਾ ਸੀ ਤਾਂ ਉਹ ਗੱਜਣ ਸਿੰਘ ਹੀ ਸੀ। ਉਸ ਅਧੀਨ ਲਾਏ ਗਏ ਸਬ ਇੰਸਪੈਕਟਰ ਗੁਰਦਾਸ ਰਾਮ ਦੀ ਲਿਆਕਤ ਤੋਂ ਤਾਂ ਕਿਸੇ ਨੂੰ ਸ਼ੱਕ ਨਹੀਂ ਸੀ, ਪਰ ਬੁੱਢਾ ਹੋਣ ਕਰਕੇ ਉਸ 'ਚ ਪਹਿਲਾਂ ਵਾਲਾ ਜੋਸ਼ੋ ਖਰੋਸ਼ ਨਹੀਂ ਸੀ ਰਿਹਾ। ਗੱਜਣ ਨੌਜਵਾਨ ਸੀ, ਖਾਨ ਨੂੰ ਲੱਗਦਾ ਸੀ ਉਹਨੂੰ ਹਾਲੇ ਤਜਰਬੇ ਦੀ ਜ਼ਰੂਰਤ ਸੀ। ਗੱਜਣ ਕਾਹਲ ਨਾ ਕਰੇ ਇਸ ਲਈ ਗੁਰਦਾਸ ਰਾਮ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਖਾਨ ਨੇ ਸੋਚ ਸਮਝ ਕੇ ਹੋਸ਼ ਤੇ ਜੋਸ਼ ਦਾ ਸੰਗਮ ਕੀਤਾ ਸੀ। 1 ਸਾਲ ਪਹਿਲਾਂ ਗੱਜਣ ਇਸੇ ਥਾਣੇ ਵਿੱਚ ਤਾਇਨਾਤ ਸੀ। ਅਗਵਾੜ ਵਾਲੀ ਜੇਲ੍ਹ ਉਸੇ ਅਧੀਨ ਸੀ। ਅਗਵਾੜ ਦੇ ਹਰ ਚੰਗੇ ਮਾੜੇ ਦਾ ਗੱਜਣ ਨੂੰ ਪਤਾ ਸੀ। ਫਿਰ ਵੀ ਸਾਲ 'ਚ ਹੋਈਆਂ ਤਬਦੀਲੀਆਂ ਦੀ ਜਾਣਕਾਰੀ ਲਈ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਤੋਂ ਇਲਾਵਾ CID ਦਾ ਇੱਕ ਹੌਲਦਾਰ ਵੀ ਉਹਦੇ ਅੰਗ ਸੰਗ ਸੀ। ਸ਼ਹਿਰ ਦੀ ਘੇਰਾਬੰਦੀ ਕਰਫਿਊ ਦੇ ਐਲਾਨ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਸ਼ਹਿਰ 'ਚ ਪਹਿਲੀ ਵਾਰ ਕਰਫਿਊ ਲੱਗਿਆ ਸੀ। ਕਿਸੇ ਬੱਚੇ ਤੱਕ ਦੀ ਚੂੰ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ। ਅਗਵਾੜ ਦੀ ਛਾਣਬੀਣ ਦੀ ਯੋਜਨਾ ਲਈ ਗੱਜਣ ਸਿੰਘ ਨੂੰ ਮਸਾਂ ਅੱਧਾ ਘੰਟਾ ਲੱਗਾ। ਆਪਣਾ ਹੈੱਡਕੁਆਟਰ ਉਹਨਾਂ ਧਰਮਸ਼ਾਲਾ 'ਚ ਰੱਖਿਆ। ਇਹ ਅਗਵਾੜ ਦੇ ਵਿਚਕਾਰ ਵੀ ਸੀ ਤੇ ਬੈਠਣ ਉੱਠਣ ਲਈ ਵੀ ਖੁੱਲ੍ਹੀ ਸੀ। ਰਾਤ ਨੂੰ ਠਹਿਰਨ ਲਈ ਮੰਜਾ ਬਿਸਤਰਾ ਵੀ ਮਿਲ ਸਕਦਾ ਸੀ। ਕਿਸੇ ਦੀ ਤਫਤੀਸ਼ ਕਰਨੀ ਹੋਵੇ ਤਾਂ ਚੀਕਾਂ ਧਰਮਸ਼ਾਲਾ ਤੋਂ ਬਾਹਰ ਨਹੀਂ ਨਿਕਲ ਸਕਦੀਆਂ। 2 ਹੌਲਦਾਰਾਂ ਤੇ 10 ਜਵਾਨਾਂ ਦੀ ਇੱਕ ਰਾਖਵੀਂ ਟੁਕੜੀ ਤਿਆਰ ਕੀਤੀ ਗਈ। ਇਹ ਟੁਕੜੀ ਧਰਮਸ਼ਾਲਾ 'ਚ ਠਹਿਰੇਗੀ। ਕਿਸੇ ਪਾਸੇ ਵੀ ਜ਼ਰੂਰਤ ਪਏ ਇਹਨੇ ਫੌਰਨ ਸਹਾਇਤਾ ਲਈ ਪੁੱਜਣਾ ਸੀ। ਗੱਜਣ ਨੇ ਸਭ ਤੋਂ ਪਹਿਲਾਂ ਦੰਗਾ ਪੀੜਤ ਪਰਿਵਾਰਾਂ ਦੀ ਪੁੱਛਗਿੱਛ ਕਰਨੀ ਠੀਕ ਸਮਝੀ। ਗੱਜਣ ਦਾ ਤਜਰਬਾ ਤੇ ਖੁਫੀਆ ਰਿਪੋਰਟਾਂ ਦੱਸਦੀਆਂ ਸਨ ਕਿ ਦਹਿਸ਼ਤਗਰਦਾਂ 'ਚ ਮੁੱਖ ਅੱਡਾ ਇਹੋ ਪਰਿਵਾਰ ਬਣਦੇ ਹਨ। ਇਹਨਾਂ ਪਰਿਵਾਰਾਂ ਦੇ ਮਨਾਂ 'ਚ ਰੋਸ ਹੈ। ਸਥਾਨਕ ਲੋਕ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਣਦੇ ਪਛਾਣਦੇ ਹਨ। ਨਹੀਂ, ਓਪਰੇ ਬੰਦੇ ਰਿਸ਼ਤੇਦਾਰ ਬਣ ਕੇ ਜਿੰਨਾ ਚਿਰ ਮਰਜ਼ੀ ਇੱਥੇ ਰਹਿਣ ਕਿਸੇ ਨੂੰ ਸ਼ੱਕ ਨਹੀਂ ਹੁੰਦਾ। ਇਹਨਾਂ ਨੂੰ ਪੈਸੇ ਟਕੇ ਦੀ ਵੀ ਜ਼ਰੂਰਤ ਹੁੰਦੀ ਹੈ। ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਹੀ ਕਿਸੇ ਨੂੰ ਪਨਾਹ ਦੇ ਸਕਦੇ ਆ। ਪਹਿਲਾ ਛਾਪਾ ਉਹਨਾਂ ਭਾਪਿਆਂ ਦੇ ਮਾਰਿਆ। ਉਹ ਕਾਨਪੁਰੋਂ ਉੱਜੜ ਕੇ ਆਏ ਸੀ। ਉੱਥੇ ਉਹਨਾਂ ਦੀ ਬਹੁਤ ਵੱਡੀ ਟਰਾਂਸਪੋਰਟ ਸੀ। ਘਰ ਦੇ ਸਾਰੇ ਮੈਂਬਰ ਦੰਗਿਆਂ ਦਾ ਸ਼ਿਕਾਰ ਹੋ ਗਏ। ਗੱਡੀਆਂ ਅੱਗ ਦੀ ਭੇਟ ਚੜ੍ਹ ਗਈਆਂ। ਜੋ ਬਾਕੀ ਬਚਿਆ ਉਹਨਾਂ 'ਚ 2 ਬੁੱਢੀਆਂ, 2 ਨੌਜਵਾਨ ਵਿਧਵਾਵਾਂ ਤੇ ਇੱਕ 12 ਕੁ ਸਾਲ ਦਾ ਮੁੰਡਾ ਸੀ ਜਿਹਨੂੰ ਉਹ ਕੁੜੀਆਂ ਵਾਲੇ ਕੱਪੜੇ ਪਵਾ ਕੇ ਬਚਾ ਲਈਆਂ ਸਨ। ਇੱਥੇ ਆਉਣ ਸਮੇਂ ਤੇੜ ਦੇ ਕੱਪੜਿਆਂ ਤੋਂ ਸਿਵਾ ਉਹਨਾਂ ਕੋਲ ਕੁਝ ਨਹੀਂ ਸੀ। ਪਹਿਲਾਂ ਸਟੇਸ਼ਨ 'ਤੇ ਰਹੇ, ਫਿਰ ਸਿੰਘ ਸਭਾ ਗੁਰਦੁਆਰੇ, ਉੱਥੋਂ ਅਗਵਾੜ ਵਾਲੇ ਕੈਨੇਡਾ ਵਾਲਿਆਂ ਦੇ ਇਸ ਮਕਾਨ 'ਚ ਲੈ ਆਏ। ਇਹ ਮਕਾਨ ਖਰੀਦ ਲਿਆ ਤੇ ਬਹੁਤ ਸਾਰਾ ਸਮਾਨ ਵੀ ਘਰ ਆ ਗਿਆ। ਖੁਫੀਆ ਰਿਪੋਰਟਾਂ ਤਾਂ ਆਖਦੀਆਂ ਸਨ ਕਿ ਇਹਨਾਂ ਨੂੰ ਸ਼ੱਕੀ ਬੰਦੇ ਪੈਸੇ ਦਿੰਦੇ ਹਨ। ਭਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਾਨਪੁਰ ਵਾਲੇ ਮਿੱਤਰਾਂ ਨੇ ਬਾਕੀ ਬਚਦੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਨੂੰ ਪੈਸੇ ਭੇਜੇ ਸਨ। ਇਸ ਪਰਿਵਾਰ ਦੀ ਪਹਿਲਾਂ ਵੀ ਕਈ ਵਾਰ ਪੁੱਛ ਪੜਤਾਲ ਹੋ ਚੁੱਕੀ ਸੀ। ਹੋ ਸਕਦਾ ਹੈ ਰਿਪੋਰਟਾਂ ਗਲਤ ਹੋਣ। ਕਈ ਵਾਰ ਥਾਣੇ ਬੈਠੇ ਪੁੱਛ ਪੜਤਾਲ ਦੀ ਰਿਪੋਰਟ ਕਰ ਦਿੱਤੀ ਜਾਂਦੀ ਹੈ। ਜਿਨ੍ਹਾਂ ਦਾ ਵਸਦਾ ਰਸਤਾ ਘਰ ਉੱਜੜ ਗਿਆ ਹੋਵੇ, ਰਾਜੇ ਤੋਂ ਰੰਕ ਬਣ ਗਏ ਹੋਣ, ਉਹ ਚੁੱਪ ਕਰਕੇ ਕਿਵੇਂ ਬੈਠ ਸਕਦੇ ਹਨ? ਉਹਨਾਂ ਦੇ ਸੀਨਿਆਂ 'ਚ ਭਾਂਬੜ ਬਲਦੇ ਹੀ ਰਹਿੰਦੇ ਹਨ। ਉਹ ਬਦਲੇ ਦੀ ਤਾਕ 'ਚ ਰਹਿੰਦੇ ਹਨ। ਦਰਵਾਜ਼ਾ ਖੁੱਲ੍ਹਦਿਆਂ ਹੀ ਗੱਜਣ ਨੇ ਦਰਵਾਜ਼ਾ ਖੋਲ੍ਹਣ ਆਈ ਮੁਟਿਆਰ ਦੀ ਧੌਣ ਵਿੱਚ 5-6 ਜੜ ਦਿੱਤੀਆਂ। ਉਹ ਵਿਹੜੇ 'ਚ ਜਾ ਡਿੱਗੀ। ਬਾਕੀ ਉਹਨੂੰ ਸੰਭਾਲਣ ਲੱਗਿਆਂ ਤਾਂ ਗੱਜਣ ਨੇ ਗਾਲਾਂ ਦੁੱਪੜਾਂ ਦਾ ਗੱਫਾ ਉਹਨਾਂ ਦੇ ਪੱਲੇ ਵੀ ਪਾ ਦਿੱਤਾ। 5-4 ਡੰਡੇ ਉਸ ਮਲੂਕੜੇ ਜਿਹੇ ਮੁੰਡੇ ਦੇ ਵੀ ਜੜੇ, ਜਿਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ। ਉਹ ਬਸ ਰੋਈ ਜਾ ਰਿਹਾ ਸੀ। ਗੁਰਦਾਸ ਨੇ ਗੱਜਣ ਦਾ ਹੱਥ ਰੋਕਿਆ ਤਾਂ ਉਹਨੂੰ ਵੀ ਝਿੜਕਾਂ ਪੈ ਗਈਆਂ। ਗੱਜਣ ਦਾ ਮਤ ਸੀ ਕਿ ਤਰਸ ਦੇ ਪਾਤਰ ਨਹੀਂ। ਕਿਸੇ ਨੇ ਪੁਲਿਸ ਨੂੰ ਭਲੀ ਮਾਨਸੀ ਨਾਲ ਥੋੜ੍ਹਾ ਦੱਸਣਾ। ਹੋਰ ਸਖਤੀ ਦਿਖਾਉਣ ਲਈ ਉਹਨੇ ਬੁੱਢੀ ਦੀ ਗੁੱਤ ਨੂੰ ਵੀ ਗੇੜਾ ਦੇ ਦਿੱਤਾ। ਕਾਫੀ ਕੁੱਟਮਾਰ, ਝਾੜ ਝੰਬ, ਗਾਲਾਂ ਦੁੱਪੜਾਂ ਬਾਅਦ ਹੀ ਗੱਜਣ ਨੂੰ ਯਕੀਨ ਆਇਆ ਕਿ ਉੱਥੇ ਕੋਈ ਆਉਂਦਾ ਸੀ ਨਾ ਕੋਈ ਪੈਸੇ ਦਿੰਦਾ ਸੀ। ਔਰਤਾਂ ਹੋਣ ਕਰਕੇ ਗੱਜਣ ਨੇ ਕਾਨਪੁਰ ਵਾਲਿਆਂ ਨੂੰ ਤਾਂ ਬਖਸ਼ ਦਿੱਤਾ। ਦਿੱਲੀ ਤੇ ਕਲਕੱਤੇ ਵਾਲਿਆਂ ਦੇ ਚਾਲੇ ਠੀਕ ਨਹੀਂ ਸੀ। ਉਹ ਸਿੱਧੇ ਮੂੰਹ ਗੱਲ ਹੀ ਨਹੀਂ ਸੀ ਕਰਦੇ। ਸ਼ਰੇਆਮ ਆਖਦੇ ਸੀ ਕਿ ਉਹਨਾਂ ਦੀ ਮਦਦ ਸਿੰਘ ਸਭਾ ਵੀ ਕਰਦੀ ਹੈ ਤੇ ਨੌਜਵਾਨ ਜਥੇਬੰਦੀਆਂ ਵੀ। ਦਿੱਲੀ ਵਾਲੇ ਵੀ ਕੋਈ ਚੰਗਾ ਰਿਕਾਰਡ ਨਹੀਂ ਸੀ ਰੱਖਦੇ। ਉੱਥੇ ਵੀ ਸ਼ਰਾਰਤਾਂ ਕਰਦੇ ਰਹਿੰਦੇ ਸੀ ਤੇ ਉਹਨਾਂ ਦੀ ਦਿੱਲੀ ਮੋਟਰਸਾਈਕਲ ਰਿਪੇਅਰ ਕਰਨ ਦੀ ਵਰਕਸ਼ਾਪ ਸੀ। ਉਹਨਾਂ ਦਾ ਬਾਪ ਮਰਿਆ ਸੀ ਤੇ ਵਰਕਸ਼ਾਪ ਜਲੀ ਸੀ। ਉਹਨਾਂ ਨੂੰ ਸਰਕਾਰ ਵੱਲੋਂ ਕਾਫੀ ਮੁਆਵਜ਼ਾ ਮਿਲਿਆ ਸੀ। ਇਹੋ ਹਾਲ ਕਲਕੱਤੇ ਵਾਲਿਆਂ ਦਾ ਸੀ। ਦਰਵਾਜ਼ੇ ਖੜਕਾਏ ਤਾਂ ਸਾਰੇ ਮੁੰਡੇ ਖੁੰਡੇ ਘਰ ਹੀ ਮਿਲ ਗਏ। ਕਿੱਲੀਆਂ ਤੇ ਕੇਸਰੀ ਪੱਗਾਂ ਲਟਕ ਰਹੀਆਂ ਸਨ ਜੋ ਗੱਜਣ ਨੂੰ ਉਹਨਾਂ ਦੇ ਸਰਕਾਰ ਤੋਂ ਬਾਗੀ ਹੋਣ ਦਾ ਸਬੂਤ ਲੱਗੀਆਂ। ਉਂਝ ਘਰਾਂ 'ਚ ਭੰਗ ਪੁੱਜਦੀ ਸੀ। 1-2 ਟਰੰਕਾਂ, ਮੰਜੇ, ਬਿਸਤਰਿਆਂ ਤੇ ਰਸੋਈ ਦੇ ਭਾਂਡਿਆਂ ਤੋਂ ਬਿਨਾਂ ਘਰ 'ਚ ਕੁਝ ਨਹੀਂ ਸੀ।
ਤਲਾਸ਼ੀ ਲੈਣ ਲਈ ਸਾਰੇ 5 ਮਿੰਟ ਲੱਗੇ। ਮਰਦਾਂ ਤੋਂ ਪੁੱਛਗਿੱਛ ਕਰਨੀ ਸੀ ਤਾਂ ਖੁੱਲ੍ਹਾ ਵਕਤ ਚਾਹੀਦਾ ਸੀ। ਮੁਸ਼ਕਾਂ ਦੇ ਕੇ ਮਰਦਾਂ ਨੂੰ ਧਰਮਸ਼ਾਲਾ ਲਿਜਾਇਆ ਗਿਆ। ਰਾਤ ਨੂੰ ਵਿਹਲਾ ਹੋ ਕੇ ਉਹਨਾਂ ਦੇ ਘੋਟੇ ਲਾਏਗਾ। ਬੰਟੀ ਦੇ ਸੁਰਾਖ ਦਾ ਦੂਸਰਾ ਸੋਮਾ ਉਹ ਪਰਿਵਾਰ ਹੋ ਸਕਦੇ ਸਨ ਜਿਨ੍ਹਾਂ ਦੇ ਮੁੰਡੇ ਘਰੋਂ ਫਰਾਰ ਸਨ। ਸਭ ਤੋਂ ਪਹਿਲਾਂ ਲੱਛੂ ਮਿਸਤਰੀ ਦਾ ਮੁੰਡਾ ਘਰੋਂ ਦੌੜਿਆ। ਪਿਓ ਚੜ੍ਹਦੀ ਜਵਾਨੀ 'ਚ ਮਰ ਗਿਆ। ਮਾਂ ਨੇ ਹਿੰਮਤ ਕਰਕੇ BA ਕਰਾਈ। ਮੁੰਡਾ ਪੜ੍ਹਨ 'ਚ ਹੁਸ਼ਿਆਰ ਸੀ। ਚੰਗੇ ਨੰਬਰ ਲੈ ਕੇ ਪਾਸ ਹੁੰਦਾ ਰਿਹਾ। ਕਈ ਸਾਲ ਧੱਕੇ ਖਾ ਕੇ ਵੀ ਨੌਕਰੀ ਨਾ ਮਿਲੀ। ਚਾਚੇ ਤਾਇਆਂ ਨੇ ਪੈਸੇ ਇਕੱਠੇ ਕਰਕੇ ਉਹਨੂੰ ਵਰਕਸ਼ਾਪ ਖੁਲਵਾ ਦਿੱਤੀ। ਮੁੰਡੇ ਨੇ ਦੱਬ ਕੇ ਮਿਹਨਤ ਕੀਤੀ। ਸਾਲ 'ਚ ਰੋਟੀ ਖਾਣ ਜੋਗਾ ਹੋਇਆ ਤਾਂ ਚੱਲਦਾ ਕੰਮ ਦੇਖ ਕੇ ਠੁੱਲੀਵਾਲ ਵਾਲਿਆਂ ਨੇ ਉਹ ਤੋਂ 4 ਗੁਣਾ ਵੱਡੀ ਵਰਕਸ਼ਾਪ ਗੁਆਂਢ 'ਚ ਲਿਆ ਖੋਲ੍ਹੀ। ਮਾਲ ਵੀ ਸਸਤਾ, ਮਿਹਨਤ ਵੀ ਘੱਟ। ਦਿਨਾਂ 'ਚ ਮੁੰਡੇ ਦੀ ਵਰਕਸ਼ਾਪ 'ਤੇ ਕਾਂ ਪੈਣ ਲੱਗੇ। ਸਾਰਾ ਗਾਹਕ ਉੱਧਰ ਤੁਰ ਗਿਆ। ਪਹਿਲਾਂ ਮੁੰਡਾ ਨਸ਼ੇ ਕਰਨ ਲੱਗਾ, ਫਿਰ ਸੰਭਲਿਆ। ਉਸ ਸਮੇਂ ਹੀ ਪਤਾ ਲੱਗਾ ਜਦੋਂ ਉਹਨੇ ਅੰਮ੍ਰਿਤ ਛਕ ਲਿਆ ਤੇ ਗਾਤਰਾ ਪਾ ਲਿਆ। ਕਦੇ ਘਰੋਂ ਗਾਇਬ ਰਹਿੰਦਾ, ਕਦੇ ਮੁੰਡੇ ਖੁੰਡੇ ਸਾਰੀ ਰਾਤ ਵਰਕਸ਼ਾਪ 'ਚ ਬੈਠੇ ਗੱਪਾਂ ਮਾਰਦੇ ਰਹਿੰਦੇ। ਭਾਂਡਾ ਉਸ ਸਮੇਂ ਫੁੱਟਿਆ ਜਦੋਂ ਉਹਨੇ ਠੁੱਲੀਵਾਲ ਵਾਲਿਆਂ ਦਾ ਮੁੰਡਾ ਦਿਨ ਦਿਹਾੜੀ ਵਰਕਸ਼ਾਪ 'ਚ ਗੋਲੀਆਂ ਨਾਲ ਭੁੰਨ ਦਿੱਤਾ। ਉਸੇ ਦਿਨ ਤੋਂ ਗਾਇਬ। ਪੁਲਿਸ ਦੀ ਕੁੱਟਮਾਰ ਨਾਲ ਮਾਂ ਪਾਗਲ ਹੋ ਗਈ। ਘਰੇ ਦੂਜਾ ਭਰਾ ਹੈ ਜਾਂ ਬੁੱਢੀ ਦਾਦੀ। ਜਦੋਂ ਵੀ ਇਲਾਕੇ 'ਚ ਕੋਈ ਵਾਰਦਾਤ ਹੋਵੇ ਤਾਂ ਪੁਲਿਸ ਪਹਿਲਾਂ ਉਹਨਾਂ ਨੂੰ ਹੀ ਚੁੱਕਦੀ ਹੈ। ਦੋਹਾਂ ਦੇ ਹੱਡਾਂ 'ਚ ਰਾਧ ਪੈ ਚੁੱਕੀ ਹੈ। ਕੰਮੋਂ ਕਾਰੇ ਨਿਕਾਰੇ ਹੋਏ ਉਹ ਕਿਧਰੇ ਨਿਕਲ ਗਏ ਹਨ। ਘਰੇ ਜੰਦਾ ਲੱਗ ਗਿਆ। ਦੂਜਾ ਉਸੇ ਦਾ ਸਾਥੀ ਛਿੰਦਾ ਹੈ। ਉਹਦੀ ਕਹਾਣੀ ਵੀ ਲੱਛੂ ਦੇ ਮੁੰਡੇ ਨਾਲ ਮਿਲਦੀ ਜੁਲਦੀ ਹੈ। ਉਹਦੇ ਬਾਪ ਦੇ 2 ਵਿਆਹ ਸੀ। ਪਹਿਲੇ ਦੇ 4 ਮੁੰਡੇ ਸੀ, ਦੂਜੀ ਦਾ ਇਕੱਲਾ 4 ਸਾਲ ਦਾ ਸੀ ਜਦੋਂ ਬਾਪ ਮਰ ਗਿਆ। ਭਰਾਵਾਂ ਨੇ ਜ਼ਮੀਨ ਦਾ ਇੱਕ ਸਿਆੜ ਵੀ ਨਾ ਦਿੱਤਾ। ਜਿੰਨਾ ਚਿਰ ਹੋ ਸਕਿਆ ਮਾਪਿਆਂ ਨਾਲ ਮਿਲ ਕੇ ਕਚਹਿਰੀਆਂ ਦੀ ਖਾਕ ਛਾਣੀ। ਜਾਬਰ ਭਰਾਵਾਂ ਸਾਹਮਣੇ ਜਦੋਂ ਪੇਸ਼ ਨਾ ਗਈ ਤਾਂ ਉਹਨੇ ਹਥਿਆਰ ਚੁੱਕ ਲਏ। ਉਹ ਭਰਾ ਜਿਹੜੇ ਮੁਕੱਦਮਾ ਹਾਰ ਕੇ ਵੀ ਕਬਜ਼ਾ ਦੇਣ 'ਚ ਨਹੀਂ ਸੀ ਆਉਂਦੇ, ਡਰਦੇ ਜ਼ਮੀਨ ਛੱਡ ਕੇ ਪਰਾਂ ਹੋ ਗਏ। ਹੁਣ ਛਿੰਦੇ ਦੇ ਜ਼ਮੀਨ ਕਿਸ ਕੰਮ? 2-4 ਬੰਦੇ ਮਾਰ ਦੇਣੇ ਉਹਦੇ ਖੱਬੇ ਹੱਥ ਦੀ ਖੇਡ ਹੈ। 2 ਵਾਰ ਭਰਾਵਾਂ 'ਤੇ ਫਾਇਰ ਕਰ ਚੁੱਕਾ ਹੈ। ਚੰਗੇ ਭਾਗਾਂ ਨੂੰ ਹਰ ਵਾਰ ਬਚ ਜਾਂਦੇ ਰਹੇ। ਛਿੰਦੇ ਦਾ ਵੱਡਾ ਮਾਮਾ ਪਹਿਲਾਂ ਛਿੰਦੇ ਦੀ ਮਾਂ ਕੋਲ ਰਹਿੰਦਾ ਸੀ। ਜਦੋਂ ਦਾ ਛਿੰਦਾ ਘਰੋਂ ਨਿਕਲਿਆ ਉਹ ਵੀ ਪੱਤਰਾਬਾਜ਼ ਗਿਆ। ਮਾਮਿਆਂ ਦੀ ਕਈ ਵਾਰ ਕੁਟਾਈ ਹੋ ਚੁੱਕੀ ਹੈ। ਉਹਨਾਂ ਦੇ ਘਰ ਢਾਹੇ ਤੇ ਫਸਲਾਂ ਉਜਾੜੀਆਂ ਗਈਆਂ ਸਨ। ਕਿਸੇ ਨੂੰ ਕੁਝ ਪਤਾ ਹੋਵੇ ਤਾਂ ਦੱਸੇ। ਛਿੰਦੇ ਦੀ ਚੌਥੇ ਦਿਨ ਪੁਲਿਸ ਨੂੰ ਚਿੱਠੀ ਆਉਂਦੀ ਹੈ, ਬੇਕਸੂਰ ਮਾਮਿਆਂ ਨੂੰ ਕਿਉਂ ਕੁੱਟਦੇ ਹੋ? ਮਿਲਣਾ ਹੈ ਤਾਂ ਜਵਾਈ ਨੂੰ ਫਲਾਣੀ ਥਾਂ ਮਿਲੋ। ਜਿਸ ਥਾਂ ਉਹ ਸੱਦਾ ਦਿੰਦਾ ਹੈ ਉੱਥੇ ਪੁਲਿਸ ਜਾਂਦੀ ਨਹੀਂ। ਉਹਦਾ ਘਰ ਵੀ ਉਜੜਿਆ ਹੋਇਆ। ਤੀਜੇ ਨੂੰ ਇੱਕ ਵਾਰ ਮਾਂ-ਬਾਪ ਨੇ ਹੀ ਪੁਲਿਸ ਨੂੰ ਫੜਾਤਾ ਸੀ। ਉਹ ਜੇਲ੍ਹ 'ਚ ਹੈ। ਪੁਲਿਸ ਉਹਦੇ ਮਾਂ-ਬਾਪ ਨੂੰ ਕੁਝ ਨਹੀਂ ਆਖਦੀ। ਉਹਨਾਂ ਤਾਂ ਪੁਲਿਸ ਦੀ ਮਦਦ ਕੀਤੀ ਸੀ। ਘਰਾਂ ਨੂੰ ਲੱਗੇ ਜਾਂਦੇ ਵੇਖ ਕੇ ਵਾਪਸ ਮੁੜਨਾ ਗੱਜਣ ਸਿਆਣਪ ਨਹੀਂ ਸੀ ਸਮਝਦਾ। ਕਈ ਵਾਰ ਅਜਿਹੀਆਂ ਉਜਾੜ ਥਾਵਾਂ ਹੀ ਦਹਿਸ਼ਤਗਰਦਾਂ ਦੀ ਪਨਾਹਗਾਹ ਬਣਦੀਆਂ ਹਨ। ਮੁੰਡੇ ਇੱਥੇ ਵੀ ਲੁਕ ਸਕਦੇ ਹਨ। ਦਹਿਸ਼ਤ ਦੇ ਦਿਨਾਂ 'ਚ ਲੋਕ ਅੱਖੀਂ ਦੇਖ ਕੇ ਵੀ ਕਿਸੇ ਅੱਗੇ ਮੂੰਹ ਨਹੀਂ ਖੋਲ੍ਹਦੇ। ਇੱਕ ਇੱਕ ਕਰਕੇ ਉਹਨੇ ਦੋਹਾਂ ਘਰਾਂ ਦੇ ਜੰਦੇ ਤੁੜਵਾਏ। ਮਿੱਟੀ ਘੱਟੇ ਦਰਖਤਾਂ ਦੇ ਪੱਤਿਆਂ ਨਾਲ ਭਰੇ ਵਿਹੜੇ ਵੇਖ ਕੇ ਵੀ ਗੱਜਣ ਦਾ ਪਿਛਾਂਹ ਮੁੜਨ ਨੂੰ ਦਿਲ ਨਾ ਕੀਤਾ। ਦਹਿਸ਼ਤਗਰਦਾਂ ਦੇ ਦਿਮਾਗ ਪੁਲਿਸ ਨਾਲੋਂ ਕਈ ਗੁਣਾ ਤੇਜ਼ ਹਨ। ਨਾਲੇ ਸਫਾਈਆਂ ਕਰਨ ਦਾ ਉਹਨਾਂ ਕੋਲ ਵਕਤ ਕਿਤੇ। ਉਜਾੜਾਂ 'ਚ ਰਹਿਣਾ ਸੌਖਾ ਹੁੰਦਾ। ਸਬਾਤਾਂ, ਡੰਗਰਾਂ ਵਾਲੇ ਕੋਠਿਆਂ, ਦਰਵਾਜ਼ਿਆਂ ਦੀ ਘੋਖ ਪੜਤਾਲ ਜ਼ਰੂਰੀ ਸੀ। ਅੰਦਰਲਾ ਦ੍ਰਿਸ਼ ਬਾਹਰ ਨਾਲੋਂ ਵੀ ਭਿਆਨਕ ਸੀ। ਖੁਰਲੀਆਂ 'ਚ ਪਏ ਪੱਠਿਆਂ ਨੂੰ ਉੱਲੀ ਲੱਗ ਗਈ ਸੀ। ਕੀੜਿਆਂ ਨੇ ਗੋਹੇ 'ਚ ਭੌਣ ਬਣਾ ਲਏ ਸਨ। ਸਬਾਤਾਂ 'ਚ ਪਈਆਂ ਪੇਟੀਆਂ, ਮੰਜੇ, ਪੀੜੇ, ਚਰਖਿਆਂ ਦੇ ਗਿੱਠ-ਗਿੱਠ ਮਿੱਟੀ ਜੰਮ ਗਈ ਸੀ। ਲੱਗਦਾ ਸੀ ਕਈ ਸਦੀਆਂ ਤੋਂ ਇੱਥੇ ਆ ਕੇ ਨਹੀਂ ਵਸਿਆ। ਸਿਪਾਹੀ ਹੌਲਦਾਰਾਂ ਨੇ ਸਾਰੀਆਂ ਚੀਜ਼ਾਂ ਨੂੰ ਠੁੱਡੇ ਮਾਰ-ਮਾਰ ਘੋਖਿਆ। ਕੋਈ ਕੰਮ ਦੀ ਮਿਲੇ ਤਾਂ ਨਾਲ ਲੈ ਚੱਲਣ। ਉਹਨਾਂ ਕਿਹੜਾ ਮੂੜ ਜੰਦਰੇ ਮਾਰਨੇ ਹਨ। ਖੁੱਲ੍ਹੇ ਪਏ ਮਕਾਨਾਂ ਨੂੰ ਕੋਈ ਵੀ ਲੁੱਟ ਸਕਦਾ। 4 ਚੀਜ਼ਾਂ ਪੁਲਿਸ ਲੈ ਜਾਏ ਤਾਂ ਕਿਹੜਾ ਕਿਸੇ ਨੂੰ ਪਤਾ ਲੱਗਣਾ। ਦੋਵੇਂ ਥਾਵਾਂ ਤੋਂ ਜਦ ਕੁਝ ਪੱਲੇ ਨਾ ਪਿਆ ਤਾਂ ਗੱਜਣ ਸਿੰਘ ਉਦਾਸ ਹੋ ਗਿਆ। ਖਾਨ ਕੀ ਸੋਚੇਗਾ? ਗੱਜਣ ਨੂੰ ਤਾਂ ਬੰਟੀ ਦਾ ਕੋਈ ਨਾ ਕੋਈ ਸੁਰਾਖ ਮਿਲਣ ਦੀ ਪੂਰੀ ਆਸ ਸੀ। ਖਾਨ ਪਹਿਲਾਂ ਹੀ ਉਹਨੂੰ ਇਨਾਮ 'ਤੇ ਸਰਟੀਫਿਕੇਟ ਦੇ ਚੁੱਕਾ ਸੀ। ਇਹ ਮੱਲ ਵੀ ਮਾਰ ਲਈ ਤਾਂ ਖਾਨ ਨੇ ਉਹਨੂੰ SHO ਲਗਵਾ ਦੇਣਾ ਸੀ। ਪਹਿਲਾਂ ਵੀ ਉਹਨੇ ਮਦਨ ਲਾਲ ਤੇ ਸ਼ਾਮ ਸਿੰਘ ਨੂੰ ASI ਹੁੰਦਿਆਂ ਹੋਇਆਂ ਵੀ SHO ਲਗਵਾ ਦਿੱਤਾ। ਉਹ ਕੰਮ ਦੀ ਕਦਰ ਕਰਨ ਵਾਲਾ ਹੈ। ਗੱਜਣ ਨੂੰ ਆਪਣੀ SHO ਦੀ ਕੁਰਸੀ ਖੁੱਸਦੀ ਨਜ਼ਰ ਆ ਰਹੀ ਸੀ। ਇੰਨੀ ਜਲਦੀ ਢਹਿਰੀ ਢਾਉਣ ਵਾਲਾ ਗੱਜਣ ਵੀ ਨਹੀਂ ਸੀ। ਫੋਰਸ ਨੂੰ ਉਹਨੇ ਕਈ ਹਿੱਸਿਆਂ 'ਚ ਵੰਡਿਆ। ਸਾਰੀਆਂ ਪਾਰਟੀਆਂ ਵੱਖ-ਵੱਖ ਦਿਸ਼ਾਵਾਂ ਵੱਲ ਭੇਜ ਦਿੱਤੀਆਂ। ਆਪ ਇੱਕ ਹੌਲਦਾਰ ਤੇ 4 ਸਿਪਾਹੀਆਂ ਨੂੰ ਲੈ ਕੇ ਭਾਨੀ ਦੇ ਘਰ ਵੱਲ ਤੁਰ ਪਿਆ। ਦੂਜੀਆਂ ਪਾਰਟੀਆਂ ਨੂੰ ਸਖਤ ਹਦਾਇਤ ਸੀ ਕਿ ਹਰ ਘਰ ਦੀ ਤਲਾਸ਼ੀ ਲੈਣੀ ਹੈ।
ਕੋਈ ਅੜਫੜ ਕਰੇ ਤਾਂ ਤੁਰੰਤ ਗੱਜਣ ਸਿੰਘ ਨਾਲ ਸੰਪਰਕ ਕਾਇਮ ਕੀਤਾ ਜਾਵੇ। ਗੱਜਣ ਦੀ ਇੱਕੋ ਇੱਕ ਆਸ ਭਾਨੀ ਤੇ ਸੀ। ਇਸ ਇਲਾਕੇ 'ਚ ਜਿੰਨੇ ਵੀ ਮੁਕੱਦਮੇ ਗੱਜਣ ਸਿੰਘ ਨੇ ਫੜੇ ਸਨ, ਅੱਧਿਆਂ ਨਾਲੋਂ ਬਹੁਤਿਆਂ 'ਚ ਭਾਨੀ ਦੀ ਕਿਰਪਾ ਰਹੀ ਸੀ। ਲੋਕ ਗੱਜਣ ਨੂੰ ਟਿੱਚਰਾਂ ਕਰਦੇ ਸਨ, ਕਈ ਦੂਸ਼ਣ ਵੀ ਲਾਉਂਦੇ। ਇੱਕ ਵਾਰੀ ਸਾਹਿਬ ਨੇ ਮੀਟਿੰਗ ਵਿੱਚ ਝਾੜ ਵੀ ਪਾਈ ਕਿ ਉਹ ਬਦਮਾਸ਼ ਔਰਤ ਕੋਲ ਸ਼ਰੇਆਮ ਜਾਂਦਾ। ਗੱਜਣ ਨੇ ਕੋਈ ਪਰਵਾਹ ਨਹੀਂ ਸੀ ਕੀਤੀ। ਪੁਲਿਸ ਨੇ ਆੜ੍ਹਤੀਆਂ ਜਾਂ ਕਾਰਖਾਨੇਦਾਰਾਂ ਦੀ ਯਾਰੀ ਤੋਂ ਕੀ ਲੈਣਾ? ਉਹਨਾਂ ਨੂੰ ਚੋਰਾਂ ਠੱਗਾਂ ਨਹੀਂ, ਚੋਰ ਠੱਗ ਵਡਾਉਣੇ ਹੁੰਦੇ ਆ। ਕਿਸੇ ਨੂੰ ਕੀ ਪਤਾ ਸੀ ਕਿ ਭਾਨੀ ਇਸ ਇਲਾਕੇ ਦਾ ਰੋਜ਼ਨਾਮਚਾ ਸੀ। ਅਗਵਾੜ 'ਚ ਕੁਝ ਵੀ ਵਾਪਰਦਾ ਉਹ ਭਾਨੀ ਦੇ ਪੋਟਿਆਂ ਦੇ ਹੁੰਦਾ। ਜਦੋਂ ਨੰਬਰਦਾਰ ਦਾ ਔਤ ਬੁੱਢਾ ਤੁਰਦਾ ਫਿਰਦਾ ਹੀ ਚੱਲ ਵਸਿਆ ਤਾਂ ਸਾਰੇ ਅਗਵਾੜ ਨੂੰ ਹੈਰਾਨੀ ਹੋਈ ਸੀ। ਬੁੱਢਾ ਸਾਰੀ ਉਮਰ ਛੜਾ ਰਿਹਾ ਸੀ। 12 ਕਿੱਲੇ ਜ਼ਮੀਨ ਦੇ ਸਿਰ ਤੇ ਉਹ ਭਤੀਜਿਆਂ ਤੋਂ ਤੜੀ ਨਾਲ ਰੋਟੀ ਖਾਂਦਾ ਸੀ। ਚੀੜਾ ਇੰਨਾ ਕਿ 1000 ਯਤਨ ਕਰਨ ਤੇ ਵੀ ਉਹਨੇ ਕਿਸੇ ਦੇ ਨਾਲ ਵਸੀਅਤ ਨਹੀਂ ਸੀ ਕਰਾਈ। 30 ਸਾਲ ਤੋਂ ਛੋਟੇ ਨਾਲ ਰਹਿੰਦਾ ਸੀ ਤੇ ਕੁਝ ਦਿਨਾਂ ਤੋਂ ਵੱਡੇ ਨਾਲ ਤਿਉ ਰੱਖਣ ਲੱਗ ਗਿਆ ਸੀ। ਉਸ ਵੱਲ ਆਉਣ ਨੂੰ ਫਿਰਦਾ ਸੀ। ਛੋਟੇ ਨੂੰ ਭਿਣਕ ਪਈ ਤਾਂ ਉਹਨੇ ਬੁੱਢੇ ਨੂੰ ਪੁਚਕਾਰਿਆ ਵੀ ਤੇ ਝਿੜਕਿਆ ਵੀ। ਇਹ ਤੋਂ ਪਹਿਲਾਂ ਕਿ ਬੁੱਢਾ ਹੱਥੋਂ ਨਿਕਲਦਾ ਉਹਨੇ ਬੁੱਢੇ ਦਾ ਫਾਹਾ ਵੜ ਦਿੱਤਾ। ਪਹਿਲਾਂ ਵੱਡੇ ਨੇ ਝੱਜੂ ਪਾਇਆ। ਉਹ 12 ਕਿੱਲਿਆਂ 'ਚੋਂ ਅੱਧ ਦਾ ਮਾਲਕ ਸੀ। ਜਦੋਂ ਛੋਟੇ ਨੇ ਵਸੀਤਾਂ ਕੱਢ ਕੇ ਦਿਖਾਈਆਂ ਤਾਂ ਉਹਦੇ ਤੇਵਰ ਢਿੱਲੇ ਪੈ ਗਏ। ਵੱਡੇ ਨੇ ਬੁੱਢੇ ਦੇ ਪੋਸਟਮਾਰਟਮ ਲਈ ਰੌਲਾ ਪਾਇਆ ਤਾਂ ਛੋਟੇ ਦੇ ਖਾਨਿਓਂ ਗਈ। ਘਰ ਉੱਜੜਦਾ ਵੇਖ ਕੇ ਦੋਹਾਂ ਨੇ ਰਾਜ਼ੀਨਾਮਾ ਕਰ ਲਿਆ। 4 ਵੱਡੇ ਨੂੰ, 8 ਛੋਟੇ ਨੂੰ। ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਾ ਹੋਈ ਕਿ ਬੁੱਢੇ ਦਾ ਗਲ ਘੁੱਟਿਆ ਗਿਆ। ਜੇ ਭਾਨੀ ਗੱਜਣ ਦੇ ਕੰਨ 'ਚ ਫੂਕ ਨਾ ਮਾਰਦੀ ਤਾਂ ਗੱਜਣ ਨੂੰ 50,000 ਧਰਿਆ ਨਹੀਂ ਸੀ ਪਿਆ। ਕਿਸੇ ਹੋਰ ਕੋਲ ਗੱਲ ਅਪੜਨ ਤੋਂ ਪਹਿਲਾਂ ਹੀ ਉਹ ਕਿੱਲੇ ਦਾ ਮੁੱਲ ਗੱਜਣ ਨੂੰ ਦੇ ਗਏ। ਇਹ ਵੀ ਭਾਨੀ ਦੀ ਕਿਰਪਾ ਸੀ ਕਿ ਪਾਲੇ ਕੇ ਗਿੰਦਰ ਦਾ ਖੂਨ ਹੁੰਦਾ ਟਲ ਗਿਆ। ਛਿੰਦਰ ਨੂੰ ਆਪਣੀ ਭੈਣ ਤੇ ਡਾਢਾ ਗੁੱਸਾ ਸੀ। ਉਹਦੇ ਘਰ ਸਭ ਕੁਝ ਸੀ। ਉਹਨੂੰ ਜ਼ਮੀਨ 'ਚੋਂ ਹਿੱਸਾ ਮੰਗਦੀ ਨੂੰ ਸ਼ਰਮ ਆਉਣੀ ਚਾਹੀਦੀ ਸੀ। ਛਿੰਦਰ ਨੇ ਤਾਂ ਪਹਿਲਾਂ ਹੀ ਆਪਣੀ ਜਿੰਦ ਵੇਚ ਕੇ ਭੈਣ ਦਾ ਵਿਆਹ ਕੀਤਾ ਸੀ। ਸਾਰੇ 4 ਕਿੱਲੇ ਜ਼ਮੀਨ ਦੇ ਸੀ। ਕਚਹਿਰੀ ਚੜ੍ਹ ਕੇ ਭੈਣ ਨੇ 2 ਕਿੱਲੇ ਲੈ ਕੇ ਛੱਡੇ। ਇੱਥੋਂ ਤੱਕ ਵੀ ਲਿਹਾਜ਼ ਨਾ ਕੀਤੀ ਕਿ ਛਿੰਦਰ ਨੂੰ ਹੀ ਵੇਚ ਦੇਵੇ। ਸ਼ਰੀਕਾਂ ਨੂੰ ਉਹਦੀ ਹਿੱਕ ਤੇ ਬਿਠਾ ਆਈ। ਛਿੰਦਰ ਜਿਉਂਦਾ ਹੀ ਮਰਿਆ ਵਰਗਾ ਹੋ ਗਿਆ। 4 ਕੁੜੀਆਂ 3 ਮੁੰਡਿਆਂ ਦੇ ਰੋਟੀ ਟੁੱਕ ਦਾ ਖਰਚ ਹੀ ਮਾਣ ਨਹੀਂ ਸੀ। ਬਿਮਾਰੀ ਠਮਾਰੀ ਆਉਂਦੀ ਤਾਂ ਸਿਰ ਚੜ੍ਹਿਆ ਕਰਜ਼ਾ ਦੁੱਗਣਾ ਤਿੱਗਣਾ ਹੋ ਜਾਂਦਾ। ਆੜ੍ਹਤੀਆਂ, ਬੈਂਕਾਂ ਤੇ ਰਿਸ਼ਤੇਦਾਰਾਂ ਦਾ ਕਰਜ਼ਾਈ ਹੋਇਆ ਛਿੰਦਰ ਇੱਕ ਦਿਨ ਰਾਜਸਥਾਨੋਂ ਪਿਸਤੌਲ ਖਰੀਦ ਲਿਆ। ਛਿੰਦਰ ਨੂੰ ਕੀੜਿਆਂ ਵਾਲੇ ਜੰਡ ਤੇ ਚੜਾਉਣ ਵਾਲੀ ਆਪਣੀ ਭੈਣ ਦਾ ਘਰ ਉਹ ਤਬਾਹ ਕਰ ਸੁੱਟੇਗਾ। ਭੈਣ ਤਾਂ ਮਾੜੀ ਨਹੀਂ ਸੀ, ਉਹਦਾ ਪਤੀ ਗਿੰਦਰ ਉਹਨੂੰ ਟਿਕਣ ਨਹੀਂ ਸੀ ਦਿੰਦਾ। ਜੇ ਜ਼ਮੀਨ ਨਾ ਵੰਡਾਈ ਤਾਂ ਘਰੇ ਬਿਠਾ ਦੋ, ਇਹੋ ਜਿਹੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਛਿੰਦਰ ਨਾਲ ਛੱਜੂ ਬਦਮਾਸ਼ ਨੂੰ ਲੈ ਆਇਆ ਸੀ। ਛੱਜੂ ਦੀ ਸ਼ਹਿਰ 'ਚ ਹੋਰ ਕੋਈ ਢੋਈ ਨਹੀਂ ਸੀ। ਰਾਤ ਉਹਨਾਂ ਭਾਨੀ ਕੋਲ ਕੱਟੀ। 2 ਪੈਗ ਲਾ ਕੇ ਛੱਜੂ ਨੇ ਭਾਨੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਡਰਦੀ ਭਾਨੀ ਨੇ ਰਾਤੋਂ ਰਾਤ ਥਾਣੇ ਖਬਰ ਕਰਤੀ। ਪਿੱਛੋਂ ਪੁਲਿਸ ਨੇ ਕਤਲ ਦੀ ਸਾਜ਼ਿਸ਼ ਵਿੱਚ ਭਾਨੀ ਨੂੰ ਵੀ ਵਿੱਚ ਘੜੀਸ ਲੈਣਾ ਸੀ। ਛਿੰਦਰ ਤੋਂ ਪਿਸਤੌਲ ਬਰਾਮਦ ਕਰਾਉਣ ਨਾਲ ਗੱਜਣ ਦੀ ਵਾਹ ਹੋ ਗਈ। ਪਾਲੇ ਕਿਆਂ ਨੇ ਉਹਦਾ ਪੂਰਾ ਅਹਿਸਾਨ ਮੰਨਿਆ। ਪਿੱਛੋਂ ਗੱਜਣ ਨੇ ਜਿੱਥੇ ਆਖਿਆ, ਪਾਲੇ ਨੇ ਉੱਥੇ ਠੋਕ ਕੇ ਗਵਾਹੀ ਦਿੱਤੀ। ਪਾਲੇ ਦੀ ਗਵਾਹੀ ਦੇ ਸਿਰ ਤੇ ਗੱਜਣ ਨੇ ਕਈ ਵੱਡੇ ਮੁਕੱਦਮੇ ਸਜ਼ਾ ਕਰਾਏ। ਇਸ ਅਗਵਾੜ ਬਾਰੇ ਭਾਨੀ ਕੋਲੋਂ ਉਹਨੂੰ ਦੇਸ਼ ਭਰ ਦੀਆਂ ਖੁਫੀਆ ਏਜੰਸੀਆਂ ਨਾਲੋਂ ਵੱਧ ਸੂਹ ਮਿਲਣੀ ਸੀ, ਬਿਨਾਂ ਕਿਸੇ ਫੇਰ ਬਦਲ ਤੋਂ। ਪੁਲਿਸ ਨੂੰ ਦਰਵਾਜ਼ੇ ਅੱਗੇ ਖੜੀ ਦੇਖ ਕੇ ਭਾਨੀ ਦਾ ਸੱਤ ਨਿਕਲ ਗਿਆ। ਝੀਤਾਂ ਰਾਹੀਂ ਜਦੋਂ ਉਹਨੇ ਦਰਵਾਜ਼ੇ ਅੱਗੇ ਖੜੇ ਗੱਜਣ ਨੂੰ ਦੇਖਿਆ ਤਾਂ ਉਹਦਾ ਸਾਹ ਨਾਲ ਸਾਹ ਰਲਿਆ। ਗੱਜਣ ਉਹਦਾ ਪੁਰਾਣਾ ਯਾਰ ਸੀ। ਜਦੋਂ ਸ਼ਹਿਰ 'ਚ ਲੱਗਾ ਸੀ ਤਾਂ ਭਾਨੀ ਨੇ ਪੂਰੀਆਂ ਮੌਜਾਂ ਕੀਤੀਆਂ ਸੀ। ਕਈ ਗੁਆਂਢਣਾਂ ਤਾਂ ਉਹਨੂੰ ਥਾਣੇਦਾਰ ਨੇ ਆਖੀ ਬੁਲਾਉਣ ਲੱਗ ਪਈਆਂ ਸੀ। ਕਾਲੇ ਸਾਟਨ ਦੇ ਸੂਟ 'ਚ ਭਾਨੀ ਦਾ ਗੋਰਾ ਸਰੀਰ ਦਗ-ਦਗ ਕਰ ਰਿਹਾ ਸੀ। ਆਮ ਦਿਨਾਂ ਵਾਂਗ ਉਹਨੇ ਅੱਜ ਵੀ ਅੱਖਾਂ 'ਚ ਧਾਰੀਦਾਰ ਸੁਰਮਾ ਪਾਇਆ ਸੀ। ਚਿੱਟੇ ਦੰਦਾਂ 'ਤੇ ਮਲਿਆ ਦੰਦਾਸਾ, ਉਹਦੇ ਅਗਲੇ 2 ਦੰਦਾਂ 'ਚ ਜੜੀਆਂ ਸੋਨੇ ਦੀਆਂ ਮੇਖਾਂ ਉਹਦੀ ਸੁੰਦਰਤਾ ਨੂੰ 4 ਚੰਨ ਲਾ ਰਹੀਆਂ ਸਨ। ਕਦੇ ਜਵਾਨੀ ਵੇਲੇ ਮੱਥੇ 'ਤੇ ਪਵਾਈ ਮੋਰਨੀ ਹਾਲੇ ਵੀ ਉੱਡੂ ਕਰ ਰਹੀ ਸੀ। ਉਸ ਬਾਤ ਦੀ ਥਾਂ ਗੱਜਣ ਨੂੰ ਬੈਠਕ ਵੱਲ ਲੈ ਤੁਰੀ ਤਾਂ ਗੱਜਣ ਹੱਕਾ ਬੱਕਾ ਰਹਿ ਗਿਆ। ਅੱਗੇ ਤੋਂ ਹਮੇਸ਼ਾ ਹੀ ਗੱਜਣ ਨੂੰ ਸਬਾਤ 'ਚ ਲਿਜਾਂਦੀ ਸੀ। ਜਿੱਥੇ ਉਹਦਾ ਰੰਗਲਾ ਪਲੰਗ ਸੇਜ ਬਣਿਆ ਉਹਨੂੰ ਉਡੀਕ ਰਿਹਾ ਹੁੰਦਾ ਸੀ। ਕੀ ਕਰਾਂ, ਮੁੰਡਾ ਫੌਜ 'ਚੋਂ ਵਾਪਸ ਆ ਗਿਆ। ਅੰਡਲ ਜੀ ਬਹੂ ਕਾਂ ਵਾਂਗ ਮੇਰੇ 'ਤੇ ਅੱਖ ਰੱਖਦੀ ਹੈ। ਮੁੰਡਾ ਸਾਹ ਨਹੀਂ ਕੱਢਣ ਦਿੰਦਾ। ਗੱਜਣ ਦੇ ਕਾਰਨ ਪੁੱਛਣ 'ਤੇ ਆਪਣੇ ਦੁਖੜੇ ਰੋਣ ਲੱਗੀ। ਸਾਲ ਪਹਿਲਾਂ ਉਹ ਪੂਰੀ ਆਜ਼ਾਦ ਸੀ। ਉਹਦਾ ਘਰ ਵਾਲਾ ਵਿਆਹ ਦੇ 3 ਵਰ੍ਹੇ ਸੱਪ ਨੇ ਡਸ ਲਿਆ। ਫੌਜੀ ਉਹਨੇ ਦਿਨੀ 1 ਸਾਲ ਦਾ ਸੀ। ਭਾਨੀ ਨੇ ਦਿਓਰ ਕਰ ਲਿਆ। 6 ਸਾਲਾਂ ਬਾਅਦ ਉਹ ਕਿਸੇ ਹੋਰ ਨੂੰ ਲੈ ਕੇ ਨਿਕਲ ਗਿਆ। ਅੱਗੇ ਭਾਨੀ ਉਹਦੇ ਜਵਾਕ ਨਹੀਂ ਜੰਮਦੀ। ਭਾਨੀ ਦਾ ਦਿਲ ਟੁੱਟ ਗਿਆ। ਸੱਸ ਸਹੁਰੇ ਦੇ ਸਹਾਰੇ ਉਹ ਮੁੰਡਾ ਪਾਲਦੀ ਰਹੀ।
ਮੁੰਡਾ ਫੌਜ 'ਚ ਭਰਤੀ ਹੋਇਆ ਤਾਂ ਕੱਲੀ ਭਾਨੀ ਨੂੰ ਘਰ ਵੱਢੂ ਖਾਊਂ ਕਰਨ ਲੱਗਾ। ਮੈਂਬਰਨੀ ਨਾਲ ਰਲ ਕੇ ਉਹ ਦਿਨ ਇਕੱਠੀ ਕਰਨ ਲਈ ਲੋਕਾਂ ਦੇ ਕੰਮ ਕਰਾਉਣ ਲੱਗੀ। ਥਾਣੇ ਕਚਹਿਰੀ 'ਚ ਮੈਂਬਰਨੀ ਨਾਲੋਂ ਉਹਦੀ ਵੱਧ ਚੱਲਣ ਲੱਗੀ। ਵੇਲੇ ਕੁ ਉਹ ਕਿਸੇ ਥਾਣੇਦਾਰ ਕੋਲ ਠਹਿਰ ਵੀ ਜਾਂਦੀ। ਗੱਜਣ ਆਇਆ ਤਾਂ ਉਹਨੇ ਭਾਨੀ ਨੂੰ ਅਸਮਾਨ 'ਤੇ ਚਾੜ ਦਿੱਤਾ। ਜਿਹਨੂੰ ਜੀ ਕਰੇ ਫੜਾ ਜਾਵੇ, ਜਿਹਨੂੰ ਜੀ ਕਰੇ ਛੁਡਾ ਲਵੇ। ਪੈਸੇ ਵੀ ਬਣਨ ਲੱਗੇ ਤੇ ਦਾਰੂ ਦਾ ਸਵਾਦ ਵੀ ਪੈ ਗਿਆ। ਭਾਨੀ ਨੇ ਵੀ ਉਹਨੂੰ ਰੱਜ ਕੇ ਕੰਮ ਦਿੱਤਾ। ਸਾਰੇ ਅਗਵਾੜ ਦੀ ਸੂਹ ਘਰ ਬੈਠੇ ਨੂੰ ਮਿਲ ਜਾਂਦੀ। ਇੱਲ ਦੇ ਆਂਡੇ ਵਰਗੀ ਅੱਖ, ਗੁੰਦਵਾਂ ਸਰੀਰ, ਸਰੂ ਵਰਗਾ ਕੱਦ ਗੱਜਣ ਨੂੰ ਬੇਹੱਦ ਪਸੰਦ ਸੀ। ਗੱਜਣ ਨੂੰ ਕੁਰਸੀ 'ਤੇ ਬਿਠਾ ਕੇ ਉਹ ਇੱਕ ਪਾਸੇ ਪਏ ਮੰਜੇ 'ਤੇ ਬੈਠ ਗਈ। ਸਭਾ 'ਚ ਬੈਠੀ ਬਹੂ ਨੂੰ ਸਭ ਦਿਖਦਾ ਰਿਹਾ, ਇਸ ਲਈ ਵਿਹੜੇ ਵਾਲੀ ਤਾਕੀ ਖੋਲ੍ਹ ਲਈ। ਇਹ ਨਖਰਾ ਕਦੋਂ ਤੋਂ? ਭਾਨੀ ਦੇ ਪੱਟ 'ਤੇ ਚੁੰਡੀ ਭਰਦਿਆਂ ਗੱਜਣ ਨੇ ਪੁੱਛਿਆ। ਉਹਨੂੰ ਛੇੜਨ ਦੇ ਮੂਡ ਸੀ। ਕਦੇ ਫੇਰ ਆ ਜਾਊਂ। ਫੌਜਣ ਨੇ ਜੀਣਾ ਹਰਾਮ ਕਰਤਾ। ਇੱਕ ਦਿਨ ਇਹਨੇ ਸੱਜਣ ਹੌਲਦਾਰ ਨਾਲ ਮੈਨੂੰ ਫੜ ਲਿਆ। ਬੜੀ ਕਪੱਤ ਕੀਤੀ ਮਰ ਜਾਣੀ ਨੇ। ਇੱਕ ਵਾਰੀ ਔਂਤਰੇ ਬੰਤ ਹੌਲਦਾਰ ਨੇ 109 ਦਾ ਕੇਸ ਬਣਾਤਾ। 6 ਮਹੀਨੇ ਕਚਹਿਰੀ ਧੱਕੇ ਖਾਂਦੀ ਰਹੀ। ਮੇਰੀ ਤਾਂ ਸੁਆਹ ਬਣੀ ਪਈ ਹੈ। ਆਪਣੀ ਹੱਡ ਬੀਤੀ ਸੁਣਾਉਂਦੀ ਉਹ ਅੱਖਾਂ ਭਰ ਆਈ। ਚੱਲ ਛੱਡ, ਇਉਂ ਦੱਸ ਵੀ ਆਹ ਜਿਹੜਾ ਬੰਟੀ ਗੁਆਚਾ ਹੋਇਆ, ਇਸ ਬਾਰੇ ਤੈਨੂੰ ਕੁਛ ਪਤਾ? ਮੈਨੂੰ ਪਤਾ ਲੱਗਾ ਉਹ ਇਸ ਅਗਵਾੜ 'ਚ ਕਿਤੇ ਲੁਕੋਇਆ ਹੋਇਆ। ਬਾਹਰੋਂ ਉਹਨੂੰ ਬੁਲਾਉਣ ਲਈ ਵੱਜਦੀਆਂ ਵਿਸਲਾਂ ਤੇ ਸਬਾਤ ਵਿੱਚੋਂ ਆਉਂਦੇ ਖੰਘੂਰਿਆਂ ਦੀ ਰਮਜ਼ ਨੂੰ ਪਹਿਚਾਣ ਕੇ ਗੱਜਣ ਨੇ ਮਤਲਬ ਦੀ ਗੱਲ ਛੇੜੀ। ਰੱਬ ਰੱਬ ਕਰ, ਅਗਵਾੜ 'ਚ ਕੋਈ ਨਹੀਂ ਅਜਿਹਾ ਨੀਚ ਕੰਮ ਕਰਨ ਵਾਲਾ। ਬੰਟੀ ਦੀ ਗੱਲ ਸੁਣ ਕੇ ਭਾਨੀ ਦਾ ਚਿਹਰਾ ਪੀਲਾ ਭੂਖ ਹੋ ਗਿਆ। ਆਪਣੇ ਹੱਥ ਮਲਦੀ ਉਹ ਸਫਾਈ ਪੇਸ਼ ਕਰਨ ਲੱਗੀ। ਕਈ ਕਾਲਜੀ ਕੇਸਰੀ ਪੱਗਾਂ ਬੰਨ੍ਹੇ ਫਿਰਦੇ ਨੇ। ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਅਜਿਹਾ ਕੰਮ ਕਰ ਬੈਠਣ। ਕੇਸਰੀ ਪੱਗਾਂ ਤਾਂ ਜੀ ਬੰਨੀ ਫਿਰਦਾ ਹੈ। ਸਾਡੇ ਫੌਜੀ ਨੇ ਵੀ ਲਿਆਂਦੀ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਢੇਰੂ ਬਦਮਾਸ਼ ਬਾਰੇ ਕੀ ਖਿਆਲ ਹੈ? ਪੈਸੇ ਪਿੱਛੇ ਕਤਲ ਕਰਨ ਵਾਲੇ ਦਾ ਕੋਈ ਵਸਾਹ ਨਹੀਂ ਹੁੰਦਾ। ਕਦੋਂ ਭੈੜੇ ਤੋਂ ਭੈੜਾ ਕੰਮ ਕਰ ਬਹੇ। ਬੰਦਾ ਮਾਰਨਾ ਉਹਨੂੰ ਕੀੜੀ ਮਾਰਨਾ ਵਾਂਗੂ ਲੱਗਦਾ। ਉਹਨੇ ਹੋਰ ਚਾਹੇ ਜਿਹੜਾ ਮਰਜ਼ੀ ਜੁਰਮ ਕੀਤਾ ਹੋਵੇ, ਇਹ ਕੰਮ ਉਹ ਕਦੇ ਨਹੀਂ ਕਰ ਸਕਦਾ। ਉਹ ਤਾਂ ਮੇਰੇ ਕੋਲ ਕਈ ਵਾਰ ਕਲਪ ਕੇ ਗਿਆ ਵੀ ਇਹ ਮਾਸੂਮਾਂ ਨੂੰ ਪਤਾ ਨਹੀਂ ਕਿਉਂ ਮਾਰਦੇ ਫਿਰਦੇ ਨੇ। ਮਾਰਨਾ ਤਾਂ ਦੁਸ਼ਮਣਾਂ ਨੂੰ ਮਾਰੋ, ਉਹ ਵੀ ਲਲਕਾਰ ਕੇ। ਨੰਨੇ ਫੁੱਲ ਜਿਹੇ ਬੱਚੇ ਨਾਲ ਉਹ ਧੱਕਾ ਨਹੀਂ ਕਰ ਸਕਦਾ। ਉਹ ਨੱਥੂ ਨਾਈ ਵੀ ਪੁੱਛਵੀਂ ਪੱਗ ਬੰਨੀ ਫਿਰਦਾ। ਉਹਨੂੰ ਕਿਹੜੀ ਨੋਟਾਂ ਦੀ ਨਵੀਂ ਖਾਣ ਲੱਗ ਪਈ ਬਈ ਜਿਹੜਾ ਨਿੱਤ ਨਵੇਂ ਬਦਲਦਾ। ਕਈ ਵਾਰ ਸ਼ਰਾਰਤ ਕਰਨ ਵਾਲੇ ਅਜਿਹੇ ਬੰਦੇ ਨੂੰ ਰੁਪਇਆਂ ਦਾ ਬੁੱਕ ਦੇ ਕੇ ਵਰਗਲਾ ਲੈਂਦੇ ਨੇ। ਨੀਅਤ ਫਿਰਦੀ ਨੂੰ ਟਾਈਮ ਨਹੀਂ ਲੱਗਦਾ। ਨਹੀਂ ਵੇ ਨਹੀਂ, ਇਹੋ ਜਿਹਾ ਉਹ ਨਹੀਂ। ਉਹਨੂੰ ਤਾਂ ਮੁਫਤ ਦੀ ਜ਼ਮੀਨ ਟੱਕਰੀ ਹੈ। ਪਿੱਛੇ ਜੇ ਉਹਨੇ ਕਲਕੱਤੇ ਵਾਲਿਆਂ ਨਾਲ ਰਲ ਕੇ ਕਿਸੇ ਬੁੜੀ ਤੋਂ ਇਕਰਾਰਨਾਮੇ ਦੇ ਬਹਾਨੇ ਬੈਨਾਮੇ 'ਤੇ ਅੰਗੂਠਾ ਲਗਵਾ ਲਿਆ। ਉਹਦੀ ਕਮਾਈ ਰੜਕਦੀ ਹੈ। ਉਸ ਭੋਲੇ ਪੰਛੀ ਨੂੰ ਇਹਨਾਂ ਗੱਲਾਂ ਦਾ ਉਹੀ ਨਹੀਂ ਪਤਾ। ਫਿਰ ਕੁਛ ਦੱਸ ਵੀ, ਕਿਸੇ ਰਾਹ ਪਾ। 100 ਦਾ ਨੋਟ ਬਟੂਏ 'ਚੋਂ ਕੱਢਦਿਆਂ ਗੱਜਣ ਨੇ ਭਾਨੀ 'ਤੇ ਜ਼ੋਰ ਪਾਇਆ। ਇਸ ਨੋਟ ਨੂੰ ਜੇਬ 'ਚ ਰੱਖ। ਤੈਨੂੰ ਸੂਹ ਮੈਂ ਕੋਈ ਪੈਸਿਆਂ ਦੇ ਲਾਲਚ ਤਾਂ ਨਹੀਂ ਸੀ ਦਿੰਦੀ। ਊਈਂ ਤੇਰੇ ਨਾਲ ਮੋਹ ਹੋ ਗਿਆ ਸੀ। ਨਾਲੇ ਉਦੋਂ ਹੱਥ ਤੰਗ ਸੀ। ਹੁਣ ਮੁੰਡਾ ਆਪੇ ਖਰਚ ਚਲਾਉਂਦਾ। ਮੈਂ ਸਭ ਛੱਡਤਾ ਇਹੋ ਜਿਹਾ ਕੰਮ। ਨੋਟ ਗੱਜਣ ਵੱਲ ਮੋੜਦੀ ਭਾਨੀ ਨੇ ਮੁਖਬਰੀ ਦੇਣੀ ਸ਼ੁਰੂ ਕੀਤੀ। ਬਾਈਏ ਕਿ ਵਗ ਜਾ। ਪੂਰਾ ਟਰੱਕ ਅਫੀਮ ਦਾ ਆਇਆ। 10-20 ਸੇਰ ਹਾਲੇ ਵੀ ਪਈ ਹੋ। ਮੈਂ ਬੰਟੀ ਬਾਰੇ ਪੁੱਛਦਾ, ਉਸ ਨਾਲ ਕਿਹੜਾ ਪੰਗਾ ਲਏ? ਉਹ ਵਜ਼ੀਰਾਂ ਨਾਲ ਗਲਾਸ ਖੜਕਾਉਂਦਾ ਅੱਜ ਕੱਲ੍ਹ। ਭਾਨੀ ਸੋਚੀ ਪੈ ਗਈ। ਬੰਟੀ ਬਾਰੇ ਉਹ ਕੀ ਦੱਸੇ? ਉਹ ਤਾਂ ਇਹੋ ਦੱਸ ਸਕਦੀ ਹੈ ਕਿ ਕਿਹਦੀ ਕੁੜੀ ਕਿਹਦੇ ਮੁੰਡੇ ਨਾਲ ਇਸ਼ਕ ਕਰਦੀ ਹੈ। ਕਿਸ ਕੁਆਰੀ ਕੁੜੀ ਨੇ ਕਿਸ ਦਾਈ ਤੋਂ ਬੱਚਾ ਕਢਾਇਆ। ਕਿਸ ਘਰ ਕਿਹਦਾ ਆਉਣ ਜਾਣਾ, ਕਿਹੜਾ ਨਾ ਮਰਦਾ, ਕਿਹਦੀ ਘਰ ਵਾਲੀ ਰਾਤ ਬਰਾਤੇ ਇੱਧਰ ਉੱਧਰ ਮੂੰਹ ਮਾਰਦੀ ਹੈ। ਉਹ ਬੰਟੀ ਬਾਰੇ ਨਾਂ 'ਚ ਸਿਰ ਮਾਰਨ ਤੋਂ ਬਿਨਾਂ ਉਸ ਕੋਲ ਕੁਝ ਨਹੀਂ ਸੀ। ਚੰਗਾ ਕੋਈ ਅਸਾਮੀ ਟਕਰਾ ਦੇ, ਖਰਚਾ ਵਰਚਾ ਨਿਕਲ ਜੂ। 100 ਦੇ ਨੋਟ ਨੂੰ ਦਰੀ ਹੇਠ ਰੱਖਦਿਆਂ ਗੱਜਣ ਨੇ ਗੱਲ ਦਾ ਰੁੱਖ ਬਦਲਿਆ। ਦਾਰੂ ਦਾ ਘੁੱਟ ਪੀਣਾ ਤਾਂ ਮਹਿੰਗੇ ਤੇ ਖਾਣ ਕੇ ਚਲਾ ਜਾ। ਕੱਲ੍ਹ ਹੀ ਭੱਠੀ ਲਾਈ ਸੀ, ਬਲਾ ਵਧੀਆ ਸ਼ਰਾਬ ਕੱਢਦਾ। ਕੋਈ ਕੰਮ ਦੀ ਗੱਲ ਕਰ। ਨਵਾਂ ਪੁਰਜਾ ਦੇਖਣ ਦੀ ਝਾਕ ਹੈ ਤਾਂ ਸਾਧੂ ਦਾ ਕੁੰਡਾ ਖੜਕਾ ਦੇ। ਮੁੰਡਾ ਫੌਜ 'ਚ ਹੈ, ਫੌਜਣ ਨੂੰ ਲੋਕ ਸਾਂਭਦੇ ਨੇ। ਤੇਰੇ ਵਰਗੇ ਛੈਲ ਛਬੀਲੇ ਨੂੰ ਤਾਂ ਭੱਜ ਕੇ ਜੱਫੀ ਪਾਊ। ਜਵਾਨਾਂ ਨੇ ਬਾਹਰੋਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰਤਾ ਸੀ। ਉਹਦੀ ਨੂੰਹ ਵੀ ਦੁੱਧ ਦੇ ਭਰੇ 2 ਕੰਗਣੀ ਵਾਲੇ ਗਲਾਸ ਬੈਠਕ 'ਚ ਰੱਖ ਗਈ ਸੀ। ਨਾਲੇ ਚੋਰ ਅੱਖ ਨਾਲ ਗੱਜਣ ਦੀ ਪਛਾਣ ਵੀ ਕਰ ਗਈ। ਇਹ ਵਕਤ ਐਸ਼ ਕਰਨ ਦਾ ਨਹੀਂ। 2 ਪੈਸੇ ਬਣਵਾ ਸਕਦੀਆਂ ਤਾਂ ਦੱਸ। ਤੇਰਾ ਕਮਿਸ਼ਨ ਪੱਕਾ। ਜੇ ਪੈਸੇ ਦੀ ਤਲਬ ਹੈ ਤਾਂ ਮੰਗੂ ਬਾਣੀਏ ਦੇ ਜਾਵੜ। ਦੇਖਦਾ ਨਹੀਂ ਦਿਨਾਂ 'ਚ ਹੀ ਚੁਬਾਰੇ ਉਸਰ ਗਏ। ਜਦੋਂ ਦਾ ਕੋਈ ਸਖਤ ਕਾਨੂੰਨ ਬਣਿਆ, ਮਾੜੇ ਮੋਟੇ ਸਭ ਭੱਜ ਗਏ। ਇਹੋ ਕੱਲਾ ਮੈਦਾਨ 'ਚ ਰਹਿ ਗਿਆ। ਰੇਟ ਦੂਣਾ ਕਰਤਾ। ਨੋਟਾਂ ਦੇ ਬੋਰੇ ਭਰ ਲਏ। ਉਹ ਕਾਲੀ ਜੀ ਬਣਿਆਣੀ ਜਿਹੜੀ ਸਾਰਾ ਦਿਨ ਕੱਪੜੇ ਸਿਉਣ ਵਾਲੀ ਮਸ਼ੀਨ ਨਾਲ ਚਿਪਕੀ ਰਹਿੰਦੀ ਸੀ, ਸੇਰ ਸੋਨਾ ਪਾ ਕੇ ਰੱਖਦੀ ਆ। ਪੰਸੇਰੀ ਦੇ ਡੋਲੇ ਹੋ ਗਏ। ਜਿਹੜੇ 2-3 ਨਕਸਲੀਏ ਸੀ, ਉਹ ਕਿੱਥੇ ਹੁੰਦੇ ਨੇ ਅੱਜ ਕੱਲ੍ਹ?
ਇੱਕੋ ਗੱਲ ਗੱਜਣ ਦੇ ਜ਼ਹਿਨ 'ਚ ਸੀ, ਘੁਮਾ ਫਿਰਾ ਕੇ ਉੱਥੇ ਹੀ ਆ ਜਾਂਦਾ। ਉਹਨਾਂ ਨੇ ਉਹ ਰੂਪ ਧਾਰਿਆ ਹੋਇਆ, ਕੇਸ ਕਟਾਏ ਹੋਏ ਨੇ, ਦਾੜੀ ਕੁਤਰ ਕੇ ਰੱਖਦੇ ਨੇ, ਬਾਬੇ ਨਾਲ ਰਹਿੰਦੇ ਨੇ, ਕਦੇ ਡਰਾਮੇ ਕਰਨ ਤੁਰ ਗਏ, ਕਦੇ ਭੂਤ ਪ੍ਰੇਤ ਕੱਢਣ ਵਾਲੇ ਸੰਤਾਂ ਦੇ ਪਿੱਛੇ ਪੈ ਗਏ, ਘਰ ਤਾਂ ਟਿਕਦੇ ਨਹੀਂ। ਭਾਨੀ ਕੁਝ ਵੀ ਪੱਲੇ ਨਹੀਂ ਸੀ ਪਾ ਰਹੀ। ਜੇ ਭਾਨੀ ਦੇ ਪੱਲੇ ਕੁਝ ਨਹੀਂ ਸੀ ਤਾਂ ਅਗਵਾੜ ਵਿੱਚ ਵੀ ਕੁਝ ਨਹੀਂ ਸੀ। ਘਰ ਘਰ ਦੀ ਤਲਾਸ਼ੀ ਕਰਨਾ ਤੇ ਬੰਟੀ ਦੀ ਆਸ ਰੱਖਣਾ ਫਜ਼ੂਲ ਸੀ। ਗੱਜਣ ਚਾਹੁੰਦਾ ਤਾਂ ਭਾਨੀ ਦੀਆਂ ਦੱਸੀਆਂ ਥਾਵਾਂ 'ਤੇ ਛਾਪੇ ਮਾਰ ਕੇ ਪੈਸੇ ਕਮਾ ਸਕਦਾ ਸੀ। ਉਹਦੀ ਜ਼ਮੀਰ ਨਹੀਂ ਸੀ ਮੰਨ ਰਹੀ। ਮੁਰਦੇ ਉਖਾੜਨ ਦਾ ਮਤਲਬ ਲੋਕਲ ਪੁਲਿਸ ਦਾ ਜਲੂਸ ਕੱਢਣਾ ਹੁੰਦਾ ਹੈ। ਪ੍ਰੀਤਮ ਸਿੰਘ ਉਹਦਾ ਲੰਗੋਟੀਆ ਯਾਰ ਹੈ। ਅੱਜ ਪ੍ਰੀਤਮ ਦੇ ਹਲਕੇ ਵਿੱਚ ਜਲੂਸ ਕੱਢੇਗਾ ਤੇ ਕੱਲ੍ਹ ਨੂੰ ਉਹ ਗੱਜਣ ਦੀਆਂ ਅਸਾਮੀਆਂ ਨੂੰ ਚੁੱਕ ਲੈਣਗੇ। ਇਸ ਤਰ੍ਹਾਂ ਪੁਲਿਸ ਦਾ ਵਕਾਰ ਘਟਦਾ ਹੈ। ਗੱਜਣ ਚੁੱਪ ਰਹਿਣ 'ਚ ਭਲਾ ਸਮਝਦਾ ਸੀ। ਭਾਨੀ ਦੇ ਘਰੋਂ ਸਿੱਧੇ ਉਹ ਧਰਮਸ਼ਾਲਾ ਗਏ। ਸਾਰੀ ਫੋਰਸ ਨੂੰ ਦੁਬਾਰਾ ਇਕੱਠਾ ਕੀਤਾ। ਹੁਣ ਤੱਕ ਕੀਤੀਆਂ ਤਲਾਸ਼ੀਆਂ ਦਾ ਜਾਇਜ਼ਾ ਲਿਆ। ਮੁੜ ਨਵੀਆਂ ਪਾਰਟੀਆਂ ਬਣਾ ਕੇ ਬਾਕੀ ਰਹਿੰਦੇ ਘਰਾਂ ਦੀ ਤਲਾਸ਼ੀ ਲਈ ਭੇਜ ਦਿੱਤੀਆਂ। ਮੰਗੂ ਬਾਣੀਏ ਵੱਲ ਗੁਰਦਾਸ ਰਾਮ ਨੂੰ ਭੇਜਿਆ। ਚੁੱਪ ਕਰਕੇ ਫੀਸ ਫੜ ਲਿਆਉਣ ਵਿੱਚ ਕੋਈ ਹਰਜ ਨਹੀਂ। ਉਹ ਰੌਲਾ ਪਾਉਣ ਵਾਲਾ ਨਹੀਂ ਸੀ। ਗੱਜਣ ਨੂੰ ਸਭ ਅੱਛਾ ਹੈ ਦੀ ਰਿਪੋਰਟ ਭੇਜ ਕੇ ਬੋਤਲ ਖੋਲ੍ਹਣ ਤੋਂ ਸਿਵਾ ਕੋਈ ਕੰਮ ਨਹੀਂ ਸੀ। ਅੰਗ 12ਵਾਂ। ਕੁਸ਼ਟ ਆਸ਼ਰਮ ਵੱਲ ਜਾਣ ਦੀ ਹੌਲਦਾਰ ਦੇਸਰਾਜ ਦੀ ਵੱਡੀ ਰੂਹ ਵੀ ਨਹੀਂ ਸੀ ਕਰਦੀ। ਸ਼ਹਿਰ ਆਉਣ ਲੱਗਿਆਂ ਦੇਸਰਾਜ ਨੇ ਕਈ ਹਵਾਈ ਕਿਲੇ ਬਣਾਏ ਸੀ। ਉਹਨੇ ਸੋਚਿਆ ਸੀ ਕਿਸੇ ਚੰਗੀ ਪੁਲਿਸ ਪਾਰਟੀ ਦਾ ਮੈਂਬਰ ਬਣ ਕੇ ਬਾਣੀਆਂ ਬਾਹਮਣਾਂ ਦੇ ਘਰਾਂ ਦੀ ਤਲਾਸ਼ੀ ਲਏਗਾ, ਚੰਗਾ ਖਾਏ ਪੀਏਗਾ, ਡਰਾ ਧਮਕਾ ਕੇ ਮਹੀਨੇ 20 ਦਿਨਾਂ ਦਾ ਰਾਸ਼ਨ ਇਕੱਠਾ ਕਰੇਗਾ। ਦੇਸਰਾਜ ਪਿਛਲੇ 2 ਸਾਲਾਂ ਤੋਂ ਪੁਲਿਸ ਲਾਈਨ 'ਚ ਉਸਤਾਦ ਲੱਗਾ ਹੋਇਆ ਸੀ। ਸਾਰਾ ਦਿਨ ਪਸੀਨਾ ਵਹਾਉਣ ਤੇ ਮੈਦਾਨ 'ਚ ਇੱਧਰ ਉੱਧਰ ਦੌੜਨ ਤੋਂ ਬਿਨਾਂ ਕੁਝ ਨਹੀਂ ਸੀ ਰੱਖਿਆ। ਡਰਿਲ ਮਾਸਟਰੀ 'ਚ ਥੋੜ੍ਹਾ ਜਿਹਾ ਖਿੱਚ ਕੇ ਪਰੇਡ ਕਰਾ ਦਿਓ ਤਾਂ ਰੰਗਰੂਟ ਤੇ ਸਾਥੀ ਮੁਲਾਜ਼ਮ ਮੂੰਹ ਵਿੰਗਾ ਕਰ ਲੈਂਦੇ ਹਨ। ਖਾਣ ਨੂੰ ਮਿਲਦੀਆਂ ਹਨ ਮੈਸ ਦੀਆਂ ਸੁੱਕੀਆਂ ਰੋਟੀਆਂ। ਕੁਸ਼ਟ ਆਸ਼ਰਮ ਦੀ ਤਲਾਸ਼ੀ ਕਰਨ ਵਾਲੀ ਪਾਰਟੀ ਦਾ ਮੁਖੀ ਬਣਾ ਕੇ ਖਾਨ ਨੇ ਉਹਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਉੱਪਰੋਂ ਇੱਕ ਧੱਕਾ ਹੋਰ। ਪੁਲਿਸ ਪਾਰਟੀ ਨੂੰ ਉੱਥੇ ਪਹੁੰਚਾਉਣ ਲਈ ਕਿਸੇ ਸਵਾਰੀ ਦਾ ਪ੍ਰਬੰਧ ਵੀ ਨਹੀਂ ਸੀ ਕੀਤਾ ਗਿਆ। ਉਹਨਾਂ ਨੇ ਪੈਦਲ ਹੀ ਟੰਗਾਂ ਤੁੜਾਉਣੀਆਂ ਸਨ। ਬੁਝੇ ਮਨ ਨਾਲ ਉਹ ਤੇ 2 ਸਿਪਾਹੀ ਆਸ਼ਰਮ ਵੱਲ ਤੁਰ ਪਏ। ਉਂਝ ਦੇਸਰਾਜ ਨੂੰ ਆਪਣੀ ਵਰਦੀ 'ਤੇ ਮਾਣ ਸੀ। ਇਸ ਵਰਦੀ 'ਚ ਕਰਾਮਾਤ ਸੀ। ਜਿੱਧਰ ਵੀ ਜਾਓ ਡੰਡਾ ਖੜਕਾਉਂਦੇ ਰਹੋ। ਪੈਸੇ ਚੁੰਬਕ ਵਾਂਗ ਪਿੱਛੇ ਭੱਜੇ ਆਉਂਦੇ ਹੈ। ਮਦਾਰੀ ਵਾਂਗ ਪੁਲਿਸੀਏ ਨੂੰ ਥੋੜ੍ਹੀ ਜਿਹੀ ਕਲਾਕਾਰੀ ਕਰਨੀ ਪੈਂਦੀ ਹੈ। ਜ਼ਰੂਰੀ ਤਾਂ ਨਹੀਂ ਵੀ ਸਾਰਾ ਸਮਾਂ ਆਸ਼ਰਮ ਵਿੱਚ ਹੀ ਗੁਜ਼ਾਰਿਆ ਜਾਵੇ। ਸਾਰੀਆਂ 15-20 ਕੁੱਲੀਆਂ ਸਨ। ਅੱਧੇ ਘੰਟੇ 'ਚ ਖਾਨਾ ਪੂਰੀ ਹੋ ਜਾਏਗੀ। ਪਿੱਛੋਂ ਉਹ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਸਕਦੇ ਹੈ। ਸਾਂਸੀਆਂ ਦੀਆਂ ਕੁੱਲੀਆਂ ਉੱਥੋਂ 200 ਗਜ ਦੇ ਫਾਸਲੇ 'ਤੇ ਸੀ। ਆਸ਼ਰਮ ਵਿੱਚੋਂ ਕੁਝ ਹੱਥ ਨਾ ਲੱਗਾ ਤਾਂ ਉੱਥੋਂ ਕੁਝ ਨਾ ਕੁਝ ਜ਼ਰੂਰ ਮਿਲ ਜਾਣਾ ਸੀ। ਸਾਂਸੀ ਸਾਰੇ ਜ਼ਿਲ੍ਹੇ 'ਚ ਮਾਰ ਕਰਦੇ ਹੈ। ਅੱਧੇ ਦੇਸਰਾਜ ਨੂੰ ਜਾਣਦੇ ਆ। ਉਹਨਾਂ ਦੀ ਪਾਰਟੀ ਨੇ ਰੱਬ ਦੇ ਮਾਂ ਤਾਂ ਨਹੀਂ ਮਾਰੇ ਬਈ ਉਹ ਭੁੱਖੇ ਮਰਨਗੇ। ਕਰਫਿਊ ਨਾ ਲੱਗਾ ਹੁੰਦਾ ਤਾਂ ਪੈਦਲ ਤੁਰਨ ਦੀ ਲੋੜ ਹੀ ਨਾ ਪੈਂਦੀ। ਕਿਸੇ ਟਰੱਕ ਟੈਂਪੂ ਨੂੰ ਰੋਕ ਕੇ ਬੈਠ ਜਾਂਦੇ। ਫਿਰ ਉਹਨੇ ਮਨ ਨੂੰ ਸਮਝਾਇਆ, ਪੈਦਲ ਤੁਰਨ 'ਚ ਵੀ ਭਲਾਈ ਹੈ। ਰਸਤੇ 'ਚ ਸੈਂਕੜੇ ਦੁਕਾਨਾਂ ਤੇ ਘਰ ਹਨ। ਕਿਸੇ ਦੁਕਾਨ ਦਾ ਛੋਟਾ ਦਰਵਾਜ਼ਾ ਖੁੱਲ੍ਹਾ ਹੋਇਆ ਜਾਂ ਸ਼ਟਰ ਥੋੜ੍ਹਾ ਜਿਹਾ ਉੱਚਾ ਚੁੱਕਿਆ ਹੋਇਆ ਤਾਂ ਉਹਨਾਂ ਦੀਆਂ ਮੌਜਾਂ ਬਣ ਜਾਣਗੀਆਂ। ਹੋਰ ਨਹੀਂ ਤਾਂ ਹੋ ਸਕਦਾ ਕੋਈ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਜਾਂ ਟੱਟੀ ਪਿਸ਼ਾਬ ਲਈ ਬਾਹਰ ਨਿਕਲ ਪਏ। ਕੋਈ ਵੀ ਬਾਹਰ ਮਿਲਿਆ ਉਹਨਾਂ ਇੱਲਾਂ ਵਾਂਗ ਝਪਟ ਪੈਣਾ ਸੀ। ਇਸੇ ਆਸ ਨਾਲ ਉਹਨਾਂ ਆਸ਼ਰਮ ਨੂੰ ਜਾਣ ਵਾਲਾ ਸਭ ਤੋਂ ਲੰਬਾ ਰਸਤਾ ਅਪਣਾਇਆ। ਥਾਣੇ ਦੇ ਪਿਛਾਂਹ ਦੀ ਹਸਪਤਾਲ ਤੇ ਮਾਰਕੀਟ ਕਮੇਟੀ ਦੇ ਅੱਗੋਂ ਦੀ ਲੰਘਦਿਆਂ ਉਹਨਾਂ ਨੂੰ ਸਭ ਤੋਂ ਵੱਧ ਦੁਕਾਨਾਂ ਤੇ ਮਕਾਨਾਂ 'ਤੇ ਨਜ਼ਰ ਰੱਖਣ ਦਾ ਮੌਕਾ ਮਿਲਣਾ ਸੀ। ਇਹ ਉਮੀਦ ਨਾ ਹੁੰਦੀ ਤਾਂ ਉਹਨਾਂ ਨੂੰ 10 ਕਦਮ ਤੁਰਨਾ ਵੀ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਂਗ ਲੱਗਦਾ ਸੀ। ਪਰ ਲੋਕਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਸੀ। ਕਿਸੇ ਦੇ ਸਾਹ ਲੈਣ ਤੱਕ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਸਭ ਕੁੰਡੇ ਜੰਦੇ ਲਾਈ ਘਰੋਂ ਘਰੀ ਦੁੱਬ ਬੈਠੇ ਸਨ। ਦੇਸਰਾਜ ਦੀ ਬਹੁਤੀ ਨੌਕਰੀ ਪੁਲਿਸ ਲਾਈਨ ਦੀ ਸੀ। ਥਾਣੇ 'ਚ ਤਾਂ ਕਦੇ ਹੀ ਲੱਗਦਾ ਸੀ। ਉਦੋਂ ਜਦੋਂ ਕਿਸੇ ਨੂੰ ਸਜ਼ਾ ਦੇਣ ਲਈ ਉਸਤਾਦ ਬਣਾ ਕੇ ਪੁਲਿਸ ਲਾਈਨ ਭੇਜਿਆ ਜਾਂਦਾ। 5-4 ਮਹੀਨੇ ਥਾਣੇ ਕੱਟਦਾ, ਮੁੜ ਕੋਈ ਉਹਦੀ ਥਾਂ ਆ ਟਪਕਦਾ। ਬਿਨਾਂ ਜ਼ੋਰ ਵਾਲਿਆਂ ਨਾਲ ਇਹੋ ਹੀ ਹੁੰਦੀ ਹੈ। ਇਹ ਸ਼ਹਿਰ ਉਸ ਲਈ ਨਵਾਂ ਹੀ ਸੀ। 1-2 ਵਾਰ ਪਹਿਲਾਂ ਆਇਆ ਤਾਂ ਸੀ, ਪਰ ਥਾਣੇ 'ਚੋਂ ਮੁੜ ਜਾਂਦਾ ਰਿਹਾ। ਦੇਸਰਾਜ ਨੇ ਆਸ਼ਰਮ ਦਾ ਬੜਾ ਸੋਹਣਾ ਚਿੱਤਰ ਕਲਪਿਆ ਹੋਇਆ ਸੀ। ਕੋਈ ਸਾਫ਼ ਸੁਥਰਾ ਦਰਖਤਾਂ ਨਾਲ ਭਰਿਆ ਥਾਂ ਹੋਏਗਾ। ਚਾਰੇ ਪਾਸੇ 4 ਦੀਵਾਰੀ ਹੋਏਗੀ। ਲੋਹੇ ਦੇ ਵੱਡੇ ਸਾਰੇ ਗੇਟ ਦੇ ਸੋਹਣਾ ਜਿਹਾ ਬੋਰਡ ਲਟਕ ਰਿਹਾ ਹੋਏਗਾ। ਅੰਦਰ ਹਵਾਦਾਰ ਕਮਰੇ ਬਣੇ ਹੋਣਗੇ। ਇੱਕ ਪਾਸੇ ਫਲਸ਼ ਦੀਆਂ ਟੱਟੀਆਂ ਹੋਣਗੀਆਂ, ਦੂਜੇ ਪਾਸੇ ਨਹਾਉਣ ਤੇ ਧੋਣ ਲਈ ਗੁਸਲਖਾਨੇ ਹੋਣਗੇ। ਦਰਖਤਾਂ ਹੇਠ ਚਬੂਤਰੇ ਬਣੇ ਹੋਣਗੇ। ਬੈਠਣ ਉੱਠਣ ਲਈ ਤੇ ਵਿਚਾਰ ਵਟਾਂਦਰਾ ਕਰਨ ਲਈ ਤਖਤ ਪੋਸ਼ ਹੋਣਗੇ।
ਪੂਜਾ ਪਾਠ ਲਈ, ਪਿਛਲੇ ਮਾੜੇ ਕਰਮਾਂ ਦਾ ਪਛਤਾਵਾ ਕਰਨ ਲਈ ਮੰਦਰ ਹੋਏਗਾ। ਉੱਥੇ ਉਹ ਸਾਰਾ ਦਿਨ ਭਜਨ ਕੀਰਤਨ 'ਚ ਲੱਗੇ ਆਪਣੇ ਅਗਲੇ ਜਨਮ ਨੂੰ ਸੁਧਾਰਨ ਲਈ ਯਤਨਸ਼ੀਲ ਹੋਣਗੇ। ਮੰਗਤੇ ਤਾਂ ਹੁਣ ਪਛਾਣ 'ਚ ਹੀ ਨਹੀਂ ਆਉਂਦੇ ਹੋਣੇ। ਖੀਰ ਪੂੜੇ ਖਾ ਖਾ ਕੇ ਉਹ ਹੱਟੇ ਕੱਟੇ ਹੋ ਗਏ ਹੋਣਗੇ। ਉਹਨੇ ਸੁਣ ਰੱਖਿਆ ਸੀ ਕਿ ਲਾਲਾ ਜੀ ਦੀ ਕਿਰਪਾ ਨਾਲ ਇਹਨਾਂ ਦੇ ਭਾਗ ਜਾਗ ਪਏ। ਸ਼ਹਿਰ ਦੇ ਕਿਸੇ ਆਦਮੀ ਨੇ ਪੁੰਨ ਦਾਨ ਕਰਨਾ ਹੋਵੇ ਤਾਂ ਉਹ ਇਸੇ ਆਸ਼ਰਮ ਵੱਲ ਦੌੜਦਾ। ਦਾਨ ਕਰਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਨਾਂ ਨੂੰ ਪਹਿਲਾਂ ਆਸ਼ਰਮ ਦੇ ਚੌਧਰੀ ਨਾਲ ਸੰਪਰਕ ਬਣਾਉਣਾ ਪੈਂਦਾ ਹੈ। ਚੌਧਰੀ ਨੂੰ ਬੁੱਕ ਹੋਈਆਂ ਤਰੀਕਾਂ ਯਾਦ ਨਹੀਂ ਰਹਿੰਦੀਆਂ। ਉਹਨੇ ਡਾਇਰੀ ਲਾਈ ਹੋਈ ਹੈ। ਉਹ ਡਾਇਰੀ ਦੇਖ ਕੇ ਦੱਸਦਾ ਕਿ ਤੁਹਾਨੂੰ ਕਿਸ ਦਿਨ ਪੁੰਨ ਕਰਨ ਦਾ ਸੁਭਾਗ ਪ੍ਰਾਪਤ ਹੋ ਸਕਦਾ ਹੈ। ਉਹ ਕਿਹੜੀਆਂ ਚੀਜ਼ਾਂ ਖਾਣਗੇ ਇਹਦੀ ਲਿਸਟ ਵੀ ਚੌਧਰੀ ਦਿੰਦਾ। ਖੀਰ ਪੂੜਿਆਂ ਲਈ ਸੋਮਵਾਰ ਹੈ, ਛੋਲੇ ਪੂਰੀਆਂ ਲਈ ਬੁੱਧਵਾਰ ਹੈ, ਮੰਗਲਵਾਰ ਨੂੰ ਹਨੂੰਮਾਨ ਦਾ ਵਰਤ ਰੱਖਦੇ ਹੈ, ਇਸ ਲਈ ਉਸ ਦਿਨ ਮਿੱਠੀ ਚੀਜ਼ ਹੀ ਚੱਲਦੀ ਹੈ। ਕੜਾਹ ਪੂਰੀ ਲਈ ਵੀਰਵਾਰ ਹੈ। ਸ਼ਹਿਰ ਦੇ ਕਲੱਬਾਂ ਨੂੰ ਵੀ ਜਿਵੇਂ ਪੁੰਨ ਦਾਨ ਲਈ ਹੋਰ ਕਿਧਰੋਂ ਗਰੀਬ ਲੱਭਦੇ ਹੀ ਨਹੀਂ। ਕਿਸੇ ਨੇ ਜਰਸੀਆਂ ਵੰਡਣੀਆਂ ਹੋਣ ਤਾਂ ਇੱਥੇ, ਕਿਸੇ ਨੇ ਕੰਬਲ ਵੰਡਣੇ ਹੋਣ ਤਾਂ ਇੱਥੇ, ਬਾਹਰੋਂ ਕੋਈ ਸੰਸਥਾ ਸਹਾਇਤਾ ਦੇਣ ਆਵੇ ਉਹ ਵੀ ਠਾਹ ਇੱਥੇ। ਜਿਸ ਹਿਸਾਬ ਨਾਲ ਅਖਬਾਰਾਂ 'ਚ ਖਬਰਾਂ ਅਤੇ ਫੋਟੋਆਂ ਛਪਦੀਆਂ ਹਨ, ਉਸ ਹਿਸਾਬ ਨਾਲ ਤਾਂ ਇਹਨਾਂ ਕੋਲ 20 ਕੰਬਲ ਅਤੇ 50 ਸਵੈਟਰ ਜਰਸੀਆਂ ਹੋਣੀਆਂ ਚਾਹੀਦੀਆਂ। ਕੰਮ ਠੀਕ ਠਾਕ ਰਿਹਾ ਤਾਂ ਚੌਧਰੀ ਤੋਂ 2-4 ਕੰਬਲ ਜ਼ਰੂਰ ਲੈ ਲੈਣਗੇ। ਉਸ ਕੋਲ ਬਥੇਰੇ ਨਵੇਂ ਪਏ ਹੋਣਗੇ। ਡਰਾਈ ਕਲੀਨ ਕਰਾ ਕੇ ਸਭ ਠੀਕ ਹੋ ਜਾਏਗਾ। ਆਸ਼ਰਮ ਵੱਲ ਜਾਂਦਾ ਦੇਸਰਾਜ ਮਨ ਨਾਲ ਸਲਾਹ ਕਰ ਰਿਹਾ ਸੀ, ਪਰ ਜੋ ਦੇਸਰਾਜ ਨੇ ਉੱਥੇ ਜਾ ਕੇ ਵੇਖਿਆ ਉਹਦੀ ਕਲਪਨਾ ਤੋਂ ਬਿਲਕੁਲ ਉਲਟ ਸੀ। ਸ਼ਹਿਰ ਦੇ ਗੰਦੇ ਨਾਲੇ ਦਾ ਪਾਣੀ ਇੱਥੇ ਬਣੇ ਇੱਕ ਛੱਪੜ 'ਚ ਪੈਂਦਾ ਸੀ। ਅੱਧੇ ਛੱਪੜ 'ਚ ਭਰਤ ਪਾ ਕੇ ਆਸ਼ਰਮ ਲਈ ਜਗ੍ਹਾ ਬਣਾਈ ਗਈ ਸੀ। ਬਾਕੀ ਅੱਧੇ 'ਚ ਹਾਲੇ ਵੀ ਗੰਦਾ ਪਾਣੀ ਪੈਂਦਾ ਸੀ। ਆਸ਼ਰਮ ਦੇ ਨਾਂ ਦਾ ਬੋਰਡ ਸੜਕ 'ਤੇ ਹੀ ਗੱਡਿਆ ਹੋਇਆ ਸੀ। ਬੋਰਡ ਉੱਪਰ ਭਾਂਤ-ਭਾਂਤ ਦੇ ਪੋਸਟਰ ਚਿਪਕੇ ਹੋਏ ਸਨ। ਬੋਰਡ ਦੀਆਂ ਟੰਗਾਂ ਵਿੰਗੀਆਂ ਟੇਢੀਆਂ ਹੋਈਆਂ ਪਈਆਂ ਸਨ। ਪੋਸਟਰਾਂ ਨੇ ਆਸ਼ਰਮ ਦਾ ਨਾਂ ਪੂਰੀ ਤਰ੍ਹਾਂ ਢੱਕ ਰੱਖਿਆ ਸੀ। 300 ਗਜ਼ ਦੇ ਗੋਲਦਾਰ ਦਾਇਰੇ 'ਚ ਕੱਚੀਆਂ ਕੁੱਲੀਆਂ ਬਣਾਈਆਂ ਹੋਈਆਂ ਸਨ। ਕੁਝ ਕੁੱਲੀਆਂ ਦੀਆਂ ਛੱਤਾਂ 'ਤੇ ਸਿਰਕੀ ਪਾਈ ਹੋਈ ਸੀ, ਕੋਈ 'ਤੇ ਸਰਕੜਾ, ਬਾਕੀ 'ਤੇ FCI ਦੇ ਗੋਦਾਮਾਂ 'ਚੋਂ ਲਿਆਂਦਾ ਵਾਧੂ ਘੱਟੂ ਕਾਲਾ ਮੋਮਜਾਮਾ। ਕੁੱਲੀਆਂ ਦੇ ਵਿਚਕਾਰ ਇੱਕ ਥੜਾ ਸੀ ਜਿਹਦੇ 15-20 ਇੱਟਾਂ ਰੱਖ ਕੇ ਪੂਜਾ ਲਈ ਮਿੱਟੀ ਬਣਾਈ ਗਈ ਸੀ। ਮਿੱਟੀ ਨੂੰ ਆਸ਼ਰਮ ਦੀ ਉਮਰ ਜਿੰਨਾ ਇੱਕ ਛੋਟਾ ਜਿਹਾ ਪਿੱਪਲ ਛਾਂ ਕਰ ਰਿਹਾ ਸੀ। ਇੱਟਾਂ ਨੂੰ ਸਫੈਦੀ ਕੀਤੀ ਹੋਈ ਸੀ। ਕੋਲ ਦੀਵੇ ਤੇ ਸੰਧੂਰ ਪਿਆ ਸੀ। ਇਹੋ ਇਹਨਾਂ ਦਾ ਪੂਜਾ ਸਥਾਨ ਸੀ। ਮਿੱਟੀ ਦੇ ਨਾਲ ਇੱਕ ਹੋਰ ਚਬੂਤਰਾ ਸੀ ਜਿਹਦੀਆਂ ਇੱਟਾਂ ਕਈ ਥਾਵਾਂ ਤੋਂ ਉਖੜੀਆਂ ਹੋਈਆਂ ਸਨ। ਦਰਖਤ ਦੀ ਛਾਂ ਹੇਠ ਇੱਕ ਬੱਕਰੀ ਵੀ ਖੜੀ ਸੀ ਜਿਹੜੀ ਸੁੱਕੀਆਂ ਰੋਟੀਆਂ ਤੇ ਹਰੇ ਘਾਹ ਨੂੰ ਮੂੰਹ ਮਾਰ ਰਹੀ ਸੀ। ਪੁਲਿਸ ਨੂੰ ਆਸ਼ਰਮ ਵੱਲ ਆਉਂਦੀ ਵੇਖ ਕੇ 4-5 ਬੱਚੇ ਅੰਕਲ ਅੰਕਲ ਕਰਦੇ ਝੌਂਪੜੀਆਂ 'ਚੋਂ ਬਾਹਰ ਨਿਕਲ ਆਏ। ਅੱਜ ਇਹਨਾਂ ਦਾ ਫਾਕਾ ਲੱਗਣਾ ਸੀ। ਕਰਫਿਊ ਦੀ ਅਫਵਾਹ ਕਾਰਨ ਸ਼ਾਇਦ ਕੋਈ ਧਰਮੀ ਬੰਦਾ ਆਪਣੇ ਕੌਲ ਨਿਭਾਉਣੋਂ ਖੁੰਝ ਗਿਆ ਸੀ। ਬੱਚਿਆਂ ਨੇ ਸੋਚਿਆ ਹੋਣਾ ਉਹਨਾਂ ਦੀ ਭੁੱਖ ਮਿਟਾਉਣ ਵਾਲੇ ਅਖੀਰ ਪਹੁੰਚ ਹੀ ਗਏ। ਜਦ 10 ਕੁ ਸਾਲਾਂ ਦੀ ਕੁੜੀ ਨੇ ਪੁਲਿਸ ਦੀ ਵਰਦੀ ਨੂੰ ਪਛਾਣਿਆ ਤਾਂ ਉਹਨੇ ਦੂਜੇ ਬੱਚਿਆਂ ਨੂੰ ਝਿੜਕਿਆ, ਇਹ ਅੰਕਲ ਨਹੀਂ ਪੁਲਿਸ ਸੀ। ਪੁਲਿਸ ਕਦੇ ਵੀ ਸੁੱਖ ਨੂੰ ਨਹੀਂ ਆਉਂਦੀ। ਡਰੇ ਸਹਿਮੇ ਉਹ ਮੁੜ ਕੁੱਲੀਆਂ 'ਚ ਗੁਆਚ ਗਏ। ਪੁਲਿਸ ਦਾ ਅਪਮਾਨ ਹੋ ਰਿਹਾ ਸੀ। ਹੁਣ ਤੱਕ ਚੌਧਰੀ ਨੂੰ ਪਤਾ ਲੱਗ ਚੁੱਕਾ ਹੋਣਾ ਕਿ ਪੁਲਿਸ ਉਹਨਾਂ ਦੇ ਆਸ਼ਰਮ 'ਚ ਆਈ ਹੈ। ਉਹਦਾ ਚੁੱਪੇ ਰਹਿਣਾ ਦੇਸਰਾਜ ਨੂੰ ਗੁੱਸਾ ਚੜ੍ਹਾ ਰਿਹਾ ਸੀ। ਮਿੱਟੀ ਕੋਲ ਖੜੋ ਕੇ ਦੇਸਰਾਜ ਨੇ ਚੌਧਰੀ ਨੂੰ ਉੱਚੀ ਉੱਚੀ ਹਾਕਾਂ ਮਾਰੀਆਂ। ਚੌਧਰੀ ਹੁੰਦਾ ਤਾਂ ਹੀ ਬਾਹਰ ਆਉਂਦਾ, ਉਹ ਤਾਂ ਸਵੇਰ ਦਾ ਇੱਥੇ ਨਹੀਂ ਸੀ। ਸ਼ੇਰ ਦੀ ਦਹਾੜ ਵਰਗੀ ਹੌਲਦਾਰ ਦੀ ਆਵਾਜ਼ ਸੁਣ ਕੇ ਝੁੱਗੀਆਂ ਵਾਲੇ ਹੋਰ ਵੀ ਦਹਿਲ ਗਏ। ਕੁਝ ਮਿੰਟ ਹੋਰ ਨਿਕਲ ਗਏ। ਜਦੋਂ ਫੇਰ ਵੀ ਕੋਈ ਬਾਹਰ ਨਾ ਆਇਆ ਤਾਂ ਦੇਸਰਾਜ ਦੇ ਪਿੱਛੇ ਖੜਾ ਨਿੱਕਾ ਸਿਪਾਹੀ ਚਲਾਇਆ, ਉਹ ਹਰਾਮਜ਼ਾਦਿਓ ਕੋਈ ਤਾਂ ਬਾਹਰ ਨਿਕਲੋ, ਨਹੀਂ ਅਸੀਂ ਡੰਡਾ ਪਰੇਡ ਸ਼ੁਰੂ ਕਰਨ ਲੱਗੇ ਹਾਂ। ਬਹੁਤੀ ਦੇਰ ਖੜੋਣਾ ਉਹਨਾਂ ਨੂੰ ਦੁੱਬਰ ਹੋਇਆ ਪਿਆ ਸੀ। ਕੜਕਦੀ ਧੁੱਪ ਕਾਰਨ ਗੰਦੇ ਛੱਪੜ 'ਚ ਉੱਠ ਰਹੀ ਹਵਾੜ ਸਾਰੇ ਵਾਤਾਵਰਨ ਨੂੰ ਗੰਦਾ ਕਰ ਰਹੀ ਸੀ। ਹਵਾ ਦਾ ਰੁੱਖ ਵੀ ਆਸ਼ਰਮ ਵੱਲ ਹੀ ਸੀ। ਨੱਕ 'ਤੇ ਰੁਮਾਲ ਰੱਖ ਕੇ ਵੀ ਕੰਮ ਨਹੀਂ ਸੀ ਚੱਲ ਰਿਹਾ। ਨਿੱਕਾ ਸਿੰਘ ਦਾ ਦਬਕਾ ਰੰਗ ਲਿਆਇਆ। ਸਾਹਮਣੇ ਝੁੱਗੀ 'ਚੋਂ ਇੱਕ ਹੱਡੀਆਂ ਦਾ ਪਿੰਜਰ ਜਿਹਾ ਜ਼ਮੀਨ 'ਤੇ ਘਿਸਰਦਾ ਉਹਨਾਂ ਵੱਲ ਆਉਣ ਲੱਗਾ। ਆਉਣ ਵਾਲੇ ਦੀਆਂ ਲੱਤਾਂ ਕਿਸੇ ਬਿਮਾਰੀ ਨੇ ਸੁਕਾ ਦਿੱਤੀਆਂ ਸਨ। ਉਹਦਾ ਰੰਗ ਕਾਲਾ ਸ਼ਾਹ ਸੀ। ਦੰਦ ਪੀਲੇ ਭੂਕ, ਲੱਕੜ ਦੀਆਂ ਪਟੜੀਆਂ 'ਤੇ ਰਬੜ ਫਿੱਟ ਕਰਕੇ ਪਟੜੀਆਂ ਉਹਨੇ ਹੱਥਾਂ 'ਚ ਪਾ ਰੱਖੀਆਂ ਸਨ। ਇਸ ਤਰ੍ਹਾਂ ਉਹਦੇ ਹੱਥ ਰਗੜ ਤੋਂ ਬਚ ਰਹੇ ਸਨ। ਉਹਦੇ ਸਰੀਰ 'ਤੇ ਇੱਕੋ ਕੱਪੜਾ ਸੀ, ਉਹ ਸੀ ਲੰਗੋਟੀ। ਜ਼ਮੀਨ 'ਤੇ ਘਿਸੜਨ ਤੋਂ ਬਚਾਉਣ ਲਈ ਕਿਸੇ ਵੱਡੀ ਟਿਊਬ ਦਾ ਇੱਕ ਟੁਕੜਾ ਉਹਨੇ ਬੰਨ੍ਹ ਲਿਆ ਸੀ ਪਿੱਛੇ। ਨਿੱਕੇ ਨੇ ਉਹਨੂੰ ਪਹਿਲੀ ਨਜ਼ਰ ਹੀ ਪਛਾਣ ਲਿਆ। ਇੱਥੇ ਆਉਣ ਤੋਂ ਪਹਿਲਾਂ ਉਹ ਸਟੇਸ਼ਨ 'ਤੇ ਭੀਖ ਮੰਗਦਾ ਸੀ। ਉੱਥੇ ਹੀ ਪਾਣੀ ਵਾਲੀ ਟੈਂਕੀ ਹੇਠਾਂ ਸੌਂ ਜਾਂਦਾ ਸੀ। ਇੱਕ ਗਠੜੀ ਤੇ ਇੱਕ ਟੀਨ ਦਾ ਡੱਬਾ ਹੀ ਉਹਦੀ ਜਾਇਦਾਦ ਸੀ। ਯੁਵਾ ਸੰਘ ਵਾਲੇ ਉਹਨੂੰ ਇੱਥੇ ਛੱਡ ਗਏ ਸੀ। ਉਹਦੇ ਪਿੱਛੇ ਪਿੱਛੇ ਉਹਦੀ ਸ਼ਕਲ ਸੂਰਤ ਵਰਗੀ ਇੱਕ ਮੁਟਿਆਰ ਨਿਕਲ ਆਈ। ਉਹਨੇ ਤੇੜ ਮੈਲ ਨਾਲ ਭਰਿਆ ਇੱਕ ਪੇਟੀਕੋਟ ਸੀ, ਛਾਤੀਆਂ ਨੂੰ ਢੱਕਣ ਲਈ ਇੱਕ ਫਟਿਆ ਹੋਇਆ ਬਲਾਊਜ਼, ਸਿਰ ਦੇ ਵਾਲਾਂ ਦਾ ਇਉਂ ਝੱਥਰਾ ਹੋਇਆ
ਸੀ ਜਿਵੇਂ ਸਾਲਾਂ ਤੋਂ ਨਹਾਤੀ ਨਾ ਹੋਵੇ। ਉਹਦੀ ਗੋਦ 'ਚ ਇੱਕ ਮੜਚੂ ਜਿਹਾ ਬੱਚਾ ਸੀ ਜਿਹੜਾ ਉਹਦੀ ਖੱਬੀ ਛਾਤੀ ਨੂੰ ਚੁੰਘ ਰਿਹਾ ਸੀ। ਬੱਚਾ ਵੀ ਨੰਗ ਧੜੰਗਾ ਸੀ, ਛਾਤੀ 'ਚੋਂ ਦੁੱਧ ਨਾ ਆਉਣ ਕਰਕੇ ਰੀ ਕਰ ਰਿਹਾ ਸੀ। ਇਹ ਔਰਤ ਵੀ ਪਹਿਲਾਂ ਬੱਸ ਸਟੈਂਡ ਤੋਂ ਪੈਸੇ ਮੰਗਿਆ ਕਰਦੀ ਸੀ। ਪੈਸੇ ਮੰਗਿਆ ਕਰਦੀ ਸੀ। ਕਦੇ ਕਦੇ ਸਟੇਸ਼ਨ 'ਤੇ ਵੀ ਦਿਖਾਈ ਦਿੰਦੀ। ਟਰੱਕ ਡਰਾਈਵਰਾਂ, ਰੇਲਵੇ ਮੁਲਾਜ਼ਮਾਂ, FCI ਦੀ ਲੇਬਰ ਨੇ ਕਈ ਵਾਰ ਉਸ ਨਾਲ ਜਬਰ ਜਨਾਹ ਕੀਤਾ ਸੀ। ਇੱਕ ਵਾਰ ਉਹ ਗਰਭਵਤੀ ਵੀ ਹੋ ਗਈ ਸੀ। ਇਸ ਉੱਤੇ ਵੀ ਲਾਲਾ ਜੀ ਦੀ ਕਿਰਪਾ ਹੋਈ ਸੀ। ਇਹਨਾਂ ਦੋਹਾਂ ਦਾ ਵਿਆਹ ਕਰ ਦਿੱਤਾ ਸੀ। ਇਹ ਬੱਚਾ ਪਹਿਲਾਂ ਹੈ ਜਾਂ ਹੁਣ ਹੋਇਆ, ਨਿੱਕਾ ਅੰਦਾਜ਼ਾ ਨਾ ਲਾ ਸਕਿਆ। ਪੁਲਿਸ ਨੂੰ ਦੇਖ ਕੇ ਉਹ ਵੀ ਸਹਿਮੀ ਹੋਈ ਸੀ। ਬਾਰ-ਬਾਰ ਆਪਣੇ ਅੱਧ ਨੰਗੇ ਜਿਸਮ ਨੂੰ ਢਕਣ ਦੇ ਯਤਨ ਕਰ ਰਹੀ ਸੀ, ਜਿਵੇਂ ਪੁਲਿਸ ਉਸੇ ਨੂੰ ਲੈਣ ਆਈ ਹੋਵੇ। ਚੌਧਰੀ ਕਹਾਂ ਹੈ, ਹਮਨੇ ਤਲਾਸ਼ੀ ਲੈਣੀ ਹੈ। ਉਹਨਾਂ ਦੀ ਹਾਲਤ ਦੇਖ ਕੇ ਦੇਸਰਾਜ ਢਿੱਲਾ ਪੈ ਚੁੱਕਾ ਸੀ। ਉਹ ਕਾਹਲੀ 'ਚ ਸੀ। ਇਸ ਨਰਕ 'ਚ ਉਹਦਾ ਦਮ ਘੁੱਟਣ ਲੱਗਾ ਸੀ। वो यहाँ नहीं है साहिब, तलाशी जब मर्जी लो, हमें कोई इतराज़ नहीं। जो कुछ हमारे पास आपके सामने खड़ा है। टूटी फूटी हिंदी बोलता लुंजा अपनी पत्नी ਨੂੰ ਵੀ ਇਸ਼ਾਰੇ ਕਰਨ ਲੱਗਾ। ਲੁੰਜੇ ਦੀ ਪਤਨੀ ਝੁੱਗੀਆਂ ਅੱਗੇ ਜਾ ਅਜੀਬ ਆਵਾਜ਼ੇ ਕੱਸਣ ਲੱਗੀ। ਦੇਖਦੇ ਹੀ ਦੇਖਦੇ ਮਰਦ ਤੇ ਔਰਤਾਂ ਝੁੱਗੀਆਂ 'ਚੋਂ ਬਾਹਰ ਨਿਕਲਣ ਲੱਗੇ। ਸਾਰਾ ਆਸ਼ਰਮ ਤਲਾਸ਼ੀ ਲਈ ਤਿਆਰ ਸੀ। ਪੁਲਿਸ ਜਿਵੇਂ ਮਰਜ਼ੀ ਤਲਾਸ਼ੀ ਕਰੇ। ਪੁਲਿਸ ਦੁਆਲੇ ਜੁੜੀ ਭੀੜ 'ਚ 8-10 ਬੱਚੇ ਵੀ ਆ ਰਲੇ ਸਨ। ਉਹਨਾਂ ਦੇ ਨੱਕਾਂ 'ਚੋਂ ਵਗਦੀਆਂ ਨਲੀਆਂ, ਮੂੰਹਾਂ 'ਚੋਂ ਵਗਦੀਆਂ ਲਾਲਾਂ, ਮੱਖੀਆਂ ਭਿਣਕ ਰਹੀਆਂ ਸੀ। ਲਗਭਗ ਉਹ ਸਾਰੇ ਨੰਗੇ ਸਨ। ਕੁੜੀਆਂ ਮੁੰਡਿਆਂ 'ਚ ਕੋਈ ਬਹੁਤਾ ਫਰਕ ਨਹੀਂ ਸੀ ਰੱਖਿਆ ਗਿਆ। ਸਾਰੇ ਸਿਰੋਂ ਮੋਨੇ, ਰੰਗ ਦੇ ਕਾਲੇ, ਸਿਹਤ ਦੇ ਕਮਜ਼ੋਰ, ਗੱਲਾਂ 'ਤੇ ਵਹੀਆਂ ਹੰਝੂਆਂ ਦੀਆਂ ਨਦੀਆਂ ਦੇ ਨਿਸ਼ਾਨ, ਅੱਖਾਂ 'ਚ ਸੋਜਿਸ਼। ਦਾਨੀਆਂ ਦੇ ਆਉਣ ਦਾ ਸਮਾਂ ਲੰਘ ਚੁੱਕਾ ਸੀ। ਕੁੱਲੀਆਂ 'ਚ ਖਾਣਾ ਪਕਾਉਣ ਲਈ ਰਾਸ਼ਨ ਨਹੀਂ ਸੀ। ਦੋਵੇਂ ਡਾਂਗੀ ਦਾਨੀਆਂ ਸਹਾਰੇ ਨਿਕਲਦੇ ਸੀ। ਕਈ ਕੁੱਲੀਆਂ 'ਚ ਚੁੱਲ੍ਹਾ ਚੌਂਕਾ ਵੀ ਨਹੀਂ ਸੀ। ਬੱਚਿਆਂ ਦੇ ਪੇਟਾਂ 'ਚ ਚੂਹੇ ਨੱਚ ਰਹੇ ਹੋਣਗੇ। ਇੱਕ ਦੋ ਖੁਸ਼ਕਿਸਮਤਾਂ ਦੇ ਹੱਥਾਂ 'ਚ ਸੁੱਕੀਆਂ ਰੋਟੀਆਂ ਤੇ ਸੁੱਕੀਆਂ ਪੂਰੀਆਂ ਦੇ ਟੁਕੜੇ ਸਨ। ਉਹਨਾਂ ਟੁਕੜਿਆਂ ਨੂੰ ਹੀ ਕੜਾਹ ਸਮਝ ਕੇ ਖਾ ਰਹੇ ਸਨ। ਬਾਕੀ ਤਰਸਦੀਆਂ ਅੱਖਾਂ ਨਾਲ ਉਹਨਾਂ ਖੁਸ਼ਕਿਸਮਤਾਂ ਦੇ ਮੂੰਹ ਵੱਲ ਤੱਕ ਰਹੇ ਸਨ। ਇੱਕ ਤੀੜ ਤੁਹਾਡੀ ਹੈ ਜਾਂ ਕਿਤੋਂ ਚੱਕ ਕੇ ਲਿਆਂਦੀ ਹੈ? ਕੋੜੀਆਂ ਕਲੰਕੀਆਂ ਦੇ ਇੰਨੇ ਬੱਚੇ ਦੇਖ ਕੇ ਦੇਸਰਾਜ ਨੂੰ ਸ਼ੱਕ ਹੋਇਆ। ਹੁਣ ਤੱਕ ਆਸ਼ਰਮ ਦੇ ਜਿੰਨੇ ਵੀ ਮਰਦ ਔਰਤਾਂ ਉਸ ਸਾਹਮਣੇ ਆਏ ਸਨ, ਸਭ ਇੱਕ ਦੂਜੇ ਤੋਂ ਵੱਧ ਕਮਜ਼ੋਰ ਸਨ। ਕਿਸੇ ਦੀ ਟੰਗ ਕੱਟੀ ਹੋਈ ਸੀ, ਕਿਸੇ ਦੀ ਬਾਂਹ, ਕਿਸੇ ਦਾ ਇੱਕ ਪੈਰ ਸੁੱਜ ਕੇ 20 ਕਿਲੋ ਦਾ ਹੋਇਆ ਸੀ। ਦੂਜੇ ਦਾ ਪੱਟ, ਕਿਸੇ ਦੀ ਨੱਕ ਦੀ ਹੱਡੀ ਨਹੀਂ ਸੀ ਤੇ ਕਿਸੇ ਦੇ ਦੋਵੇਂ ਬੁੱਲ ਗਾਇਬ ਸਨ। ਕਈਆਂ ਦੀਆਂ ਸਾਰੀਆਂ ਉਂਗਲਾਂ ਗਲ ਕੇ ਝੜ ਚੁੱਕ ਗਈਆਂ ਸਨ। ਕਿਸੇ ਦੇ ਪੈਰ 'ਚੋਂ ਪੀਕ ਵਗ ਰਹੀ ਸੀ, ਕਿਸੇ ਦਾ ਪੇਟ ਰਿਸ ਰਿਹਾ ਸੀ, ਕਿਸੇ ਔਰਤ ਦੇ ਪੇਟ 'ਚ ਰਸੌਲੀ ਸੀ, ਕਿਸੇ ਦੀਆਂ ਦੋਵੇਂ ਅੱਖਾਂ ਗਾਇਬ ਸਨ। ਦੇਸਰਾਜ ਨੂੰ ਲੱਗਦਾ ਸੀ ਇਹਨਾਂ ਵਿੱਚੋਂ ਕੋਈ ਵੀ ਔਰਤ ਜਾਂ ਮਰਦ ਬੱਚੇ ਜੰਮਣ ਦੇ ਯੋਗ ਨਹੀਂ। ਫਿਰ ਇਹ ਲਾਰ ਕਿੱਥੋਂ ਆਈ ਸੀ? ਕਿਧਰੇ ਬੰਟੀ ਵਾਂਗ ਚੁੱਕੇ ਤਾਂ ਨਹੀਂ ਗਏ? ਹਮਾਰੇ ਹੈ ਮਾਈ ਬਾਪ। ਇੱਕ ਭੂਤਾਂ ਵਰਗੀ ਸ਼ਕਲ ਵਾਲੀ ਔਰਤ ਨੇ ਜਦੋਂ ਅੱਗੇ ਵੱਧ ਕੇ ਆਖਿਆ ਤਾਂ ਦੇਸਰਾਜ ਨੇ ਉਹਦੇ ਪੇਟ 'ਤੇ ਨਿਗਾਹ ਮਾਰੀ। ਉਹ ਗਰਭਵਤੀ ਸੀ ਤੇ ਕਿਸੇ ਵੀ ਸਮੇਂ ਮਾਂ ਬਣ ਸਕਦੀ ਸੀ। ਦੇਸਰਾਜ ਨੂੰ ਹੋਰ ਕੋਈ ਸਬੂਤ ਮੰਗਣ ਦੀ ਜ਼ਰੂਰਤ ਨਾ ਪਈ। ਠੀਕ ਹੈ, ਤਲਾਸ਼ੀ ਦਿਓ। ਜਲਦੀ ਖਹਿੜਾ ਛਡਾਉਣ ਦੇ ਮੂਡ ਵਿੱਚ ਡੰਡਾ ਖੜਕਾਉਂਦਾ ਦੇਸਰਾਜ ਝੁੱਗੀਆਂ ਵੱਲ ਵਧਿਆ। ਪਹਿਲੀ ਝੁੱਗੀ 'ਚ ਘੁੱਪ ਹਨੇਰਾ ਸੀ। ਸੱਜੇ ਪਾਸਿਓਂ ਕਿਸੇ ਦੇ ਹੂੰਗਰਾ ਮਾਰਨ ਦੀ ਆਵਾਜ਼ ਆ ਰਹੀ ਸੀ। ਗੰਦੀ ਹਵਾੜ ਜਦੋਂ ਦੇਸਰਾਜ ਦੇ ਨੱਕ 'ਚ ਵੜੀ ਤਾਂ ਘਬਰਾਇਆ ਉਹ ਇੱਕਦਮ ਝੁੱਗੀ 'ਚੋਂ ਬਾਹਰ ਆ ਗਿਆ। ਕੌਣ ਹੈ ਇਸ 'ਚ? ਦੀਵਾ ਜਲਾਓ। ਧੁਰ ਅੰਦਰ तक दहलिया देसराज कड़ के। ये रामू है साहब, कई दिनों से तेज बुखार है, दवा दारू से आराम नहीं आया। बाबा ने टूणा किया है, मोमबत्ती बाल दी। रामू की पत्नी के हथ कंब रहे सन। मोमबत्ती बलदियां एक काला कलूटा जिहा पिंजर देसराज की नज़र पिया। पिंजर ने गल च रंग बिरंगे मणकियां की माला पा रखी सी। ਉਹਦੇ ਸਰਾਣੇ ਵਾਲੇ ਪਾਸੇ ਪਏ ਇੱਕ ਚੱਪਣ 'ਚ ਧੂਣੀ ਮਗ ਰਹੀ ਸੀ। ਪਾਣੀ ਦੇ ਕੁੱਜੇ ਨਾਲ ਕੋਈ ਤਵੀਤ ਬੰਨਿਆ ਹੋਇਆ ਸੀ। ਉਹ ਮਿੱਟੀ ਦੇ ਚਬੂਤਰੇ 'ਤੇ ਪਿਆ ਸੀ। ਉਹਦੇ ਚਾਰੇ ਖੂੰਜਿਆਂ 'ਚ ਮੇਖਾਂ ਗੱਡ ਕੇ ਸੂਤ ਲਪੇਟਿਆ ਆਇਆ ਸੀ। ਨੀਂਦ ਬੇਹੋਸ਼ੀ 'ਚੋਂ ਬੁੜਬੁੜਾ ਰਿਹਾ ਸੀ। ਦੇਸਰਾਜ ਨੇ ਸਾਰੀ ਕੁੱਲੀ ਦਾ ਜਾਇਜ਼ਾ ਲਿਆ। 2 ਗਠੜੀਆਂ, ਇੱਕ ਪਾਣੀ ਵਾਲੇ ਤਪਲੇ ਤੇ ਇੱਕ ਟੁੱਟੇ ਪੀਪੇ ਤੋਂ ਬਿਨਾਂ ਕੁਝ ਨਹੀਂ ਸੀ। ਡੰਡੇ ਨਾਲ ਉਹਨੇ ਇੱਕ ਗਠੜੀ ਖੋਲ੍ਹੀ। ਪਾਟੇ ਪੁਰਾਣੇ ਕੱਪੜੇ, ਸੁੱਕੀਆਂ ਰੋਟੀਆਂ ਜ਼ਮੀਨ 'ਤੇ ਬਿਖਰ ਗਈਆਂ। ਦੂਜੀ 'ਚ ਫਟੀਆਂ ਪੁਰਾਣੀਆਂ ਬੋਰੀਆਂ ਸੀ ਜਿਨ੍ਹਾਂ ਨੂੰ ਸੀ ਕੇ ਉਹਨਾਂ ਨੇ ਸਿਆਲਾਂ 'ਚ ਰਜਾਈਆਂ ਦੀ ਥਾਂ ਵਰਤਣਾ ਸੀ। ਦੂਜੀ ਝੁੱਗੀ ਦਾ ਵੀ ਇਹੋ ਹਾਲ ਸੀ। ਇੱਥੇ ਮੌਤ ਨਾਲ ਲੜਨ ਵਾਲੀ ਇੱਕ ਔਰਤ ਸੀ। ਝੁੱਗੀ 'ਚ ਪਈ ਹੱਥ ਰੇਹੜੀ ਤੋਂ ਬਿਨਾਂ ਕੁਝ ਨਹੀਂ ਸੀ। ਜਦੋਂ ਉਹਦਾ ਘਰ ਵਾਲਾ ਜਿਉਂਦਾ ਸੀ ਉਹਨੂੰ ਇਸੇ ਰੇਹੜੀ 'ਚ ਪਾ ਕੇ ਮੰਗਣ ਜਾਇਆ ਕਰਦਾ ਸੀ। ਜਦੋਂ ਦਾ ਮਰਿਆ ਇਹਦਾ ਕੋਈ ਸਹਾਰਾ ਨਹੀਂ ਰਿਹਾ। ਬੁੱਢੀ ਹੈ, ਕਿਸੇ ਕੰਮਕਾਰ ਜੋਗੀ ਵੀ ਨਹੀਂ। ਕੋਈ ਰਹਿਮ ਕਰਕੇ ਰੋਟੀ ਦੇ ਦੇਵੇ ਖਾ ਲੈਂਦੀ ਹੈ, ਨਹੀਂ ਤਾਂ ਭੁੱਖੀ ਪਈ ਰਹਿੰਦੀ ਹੈ। ਉਹਦੇ ਸਰਾਣੇ ਪਿਆ ਇੱਕ ਸਿਲਵਰ ਦਾ ਕੌਲਾ ਤੇ ਇੱਕ ਪਲੇਟ ਹੀ ਉਹਦੀ ਜਾਇਦਾਦ ਸੀ। ਅੰਦਰ ਆਏ ਦੇਸਰਾਜ ਨੂੰ ਉਹ ਪਛਾਣ ਨਹੀਂ ਸੀ ਸਕੀ।
ਉਹਨੂੰ ਕਿਸੇ ਦਾਨੀ ਦਾ ਭੁਲੇਖਾ ਪਿਆ। ਉੱਠ ਕੇ ਉਹ ਆਪਣੀ ਪਲੇਟ ਤੇ ਕੋਲੇ ਨੂੰ ਠੀਕ ਕਰਨ ਲੱਗੀ। ਸ਼ਾਇਦ ਭੁੱਖ ਸਤਾ ਰਹੀ ਸੀ। ਛੱਡ ਉਸਤਾਦ, ਕੀ ਪਿਆ ਇੱਥੇ, ਐਵੇਂ ਸਾਲੇ ਲੀਡਰ ਭੌਂਕਦੇ ਰਹਿੰਦੇ ਆ। ਕੋਈ ਆਖਦਾ ਹੈ ਜਰਾਇਮ ਪੇਸ਼ਾ ਲੋਕ ਹੈ, ਇਹਨਾਂ ਤੇ ਸਖਤੀ ਹੋਣੀ ਚਾਹੀਦੀ ਹੈ। ਦੂਜਾ ਆਖਦਾ ਸੰਘ ਨੇ ਇਹਨਾਂ ਦੀ ਕਾਇਆ ਪਲਟ ਦਿੱਤੀ, ਉਹਨਾਂ ਨੂੰ ਮੌਜ ਕਰਨ ਲਾ ਦਿੱਤਾ। ਇੱਥੇ ਸ਼ਾਇਦ ਕਦੇ ਵੀ ਕਿਸੇ ਨੇ ਚੱਕਰ ਨਾ ਮਾਰਿਆ। ਕੁਝ ਦੇਰ ਪਹਿਲਾਂ ਬੜਕਾ ਮਾਰਨ ਵਾਲੇ ਨਿੱਕੇ ਦਾ ਮਨ ਪਸੀਜ ਗਿਆ ਸੀ। ਉਹਦਾ ਗਲਾ ਭਰ ਆਇਆ, ਅੱਖਾਂ ਛਲਕਣੀ ਵਾਲੀਆਂ ਸਨ। ਤਲਾਸ਼ੀਆਂ ਦੇ ਝੰਜਟ ਨੂੰ ਵਿੱਚੇ ਛੱਡ ਕੇ ਉਹ ਸੜਕ ਦੇ ਉਸ ਕਿਨਾਰੇ ਤੇ ਜਾ ਖੜੋਤਾ ਜਿੱਥੇ ਆਸ਼ਰਮ ਦੇ ਨਾਂ ਦਾ ਬੋਰਡ ਲੱਗਾ ਸੀ। ਉਹਦੀ ਗੱਲ ਠੀਕ ਹੈ, ਛੱਡੋ ਪਰੇ, ਇਹਨਾਂ ਤੋਂ ਤਾਂ ਆਪਣੇ ਜਵਾਕ ਨਹੀਂ ਸੰਭਲਦੇ, ਹੋਰ ਇਹਨਾਂ ਕੀ ਕਰਨੇ ਆ। ਆਖ ਦਿਆਂਗੇ ਸਭ ਦੀ ਤਲਾਸ਼ੀ ਕਰ ਲਈ, ਕਿਧਰੇ ਨਹੀਂ ਗਲ ਫਾਹਾ ਪੈਣ ਲੱਗਾ। ਨਿੱਕੂ ਦੇ ਪਿੱਛੇ ਵੀ ਖੁਸ਼ੀ ਵੀ ਬੋਰਡ ਵੱਲ ਤੁਰ ਗਿਆ। ਦੇਸ ਰਾਜ ਕਿਹੜਾ ਇਹਨਾਂ ਤੋਂ ਕੋਈ ਵੱਖਰੀ ਰਾਏ ਰੱਖਦਾ ਸੀ। ਉਹਦਾ ਵੀ ਖਾਧਾ ਪੀਤਾ ਬਾਹਰ ਆਉਣ ਲੱਗਾ ਸੀ। ਵਾਪਸ ਮੁੜਦੇ ਦੇਸ ਰਾਜ ਨੂੰ ਇੱਕ ਗੱਲ ਸਮਝ ਨਹੀਂ ਸੀ ਆ ਰਹੀ ਕਿ ਆਖਰ ਉਹ ਕੰਬਲ, ਰਜਾਈਆਂ, ਸਵੈਟਰ ਕਿੱਥੇ ਗਏ ਜਿਨ੍ਹਾਂ ਬਾਰੇ ਉਹ ਹਰ ਰੋਜ਼ ਅਖਬਾਰਾਂ 'ਚ ਪੜ੍ਹਦਾ ਸੀ। ਅਖਬਾਰਾਂ ਦੁਆਰਾ ਮਾਰਿਆ ਜਾ ਰਿਹਾ ਝੂਠ ਉਤੋਂ ਹਜ਼ਮ ਨਹੀਂ ਸੀ ਕੀਤਾ ਜਾ ਰਿਹਾ। ਅੰਗ 13ਵਾਂ। ਭੱਠ 'ਚ ਪਏ ਬੰਟੀ। ਬੂਝਾ ਸਿੰਘ ਨੇ ਨਾ ਬੰਟੀ ਨਾਲ ਮਤਲਬ ਸੀ, ਨਾ ਉਹਦੇ ਅਗਵਾਕਾਰਾਂ ਨਾਲ। ਉਹਨੂੰ ਆਪਣੀ ਲੀਹ ਤੋਂ ਲਹੀ ਗੱਡੀ ਨੂੰ ਥਾਂ ਸਿਰ ਲਿਆਉਣ ਦਾ ਫਿਕਰ ਸੀ। ਇਹੋ ਬੰਟੀ 5 ਸਾਲ ਪਹਿਲਾਂ ਅਗਵਾ ਹੋਇਆ ਹੁੰਦਾ ਤਾਂ ਹਰ ਹਾਲਤ 'ਚ ਤਫਤੀਸ਼ ਬੂਝਾ ਸਿੰਘ ਨੂੰ ਮਿਲਣੀ ਸੀ। ਉਹ ਜ਼ਿਲ੍ਹੇ ਦਾ ਇੱਕੋ ਇੱਕ ਥਾਣੇਦਾਰ ਸੀ ਜਿਹਨੂੰ ਬਦਮਾਸ਼ਾਂ ਨਾਲ ਪੰਜਾ ਲੜਾਉਣ ਦਾ ਸਵਾਦ ਆਉਂਦਾ ਸੀ। ਉਹਦੀ ਚੜ੍ਹਤ ਵੇਖ ਕੇ ਥਾਣੇਦਾਰ ਆਖਿਆ ਕਰਦੇ ਸੀ, ਦਲਿਤ ਨੂੰ ਮਸਾ ਥਾਣੇਦਾਰੀ ਮਿਲੀ ਹੈ, ਮਾਂ ਦੇ ਚਿੱਤੜ ਨਹੀਂ ਭੰਨੂ, ਹੋਰ ਕੀ ਕਰੂ। ਬੂਝਾ ਸਿੰਘ ਦਾ ਇਹੋ ਹੌਸਲਾ ਉਹਨੂੰ ਇੱਕ ਵਾਰ ਮਹਿੰਗਾ ਪੈ ਗਿਆ। ਫੂਕ 'ਚ ਆ ਕੇ ਉਹਨੇ ਹਮੀਦੀ ਦੇ ਸਿਰ ਕੱਢ ਬਦਮਾਸ਼ ਜੀਤੇ ਨੂੰ ਚੁੱਕ ਲਿਆਂਦਾ। ਬੂਝੇ ਨੂੰ ਆਪਣੀ ਡਾਂਗ ਤੇ ਫਖਰ ਸੀ ਤੇ ਉਹਨੂੰ ਆਪਣੀ ਬਦਮਾਸ਼ੀ ਤੇ। ਜਵਾਨੀ ਵੇਲੇ ਤਾਂ ਲੋਕ ਜੀਤੇ ਦੇ ਨਾਂ ਤੋਂ ਵੀ ਡਰਦੇ ਸੀ। ਢਲਦੀ ਉਮਰੇ ਵੀ ਡਰਦਾ ਕੋਈ ਸਾਹ ਨਹੀਂ ਸੀ ਕੱਢਦਾ। ਜਿਸ ਮਰਜ਼ੀ ਦੁਕਾਨ ਤੇ ਜਾ ਬੈਠੇ, ਜੋ ਜੀ ਆਏ ਸੌਦਾ ਪਵਾ ਲਏ, ਕਿਸੇ ਦੀ ਮਜਾਲ ਨਹੀਂ, ਪੈਸੇ ਮੰਗ ਲਏ। ਜਦੋਂ ਮਰਜ਼ੀ ਮੋਢੇ 'ਚ ਬੰਦੂਕ ਪਾ ਕੇ ਖੇਤ ਜਾ ਵੜੇ, 4 ਮਣ ਦਾਣੇ ਘਰ ਭੇਜਣ ਦਾ ਹੁਕਮ ਸੁਣਾ ਦੇਵੇ। ਬੂਝਾ ਵੀ ਬੜਾ ਖੁੰਦਕੀ ਸੀ। ਜਿਸ ਹਲਕੇ ਦਾ ਉਹ ਥਾਣੇਦਾਰ ਹੁੰਦਾ, ਉੱਥੇ ਇੱਕ ਹੀ ਬਦਮਾਸ਼ ਰਹਿ ਸਕਦਾ ਸੀ ਤੇ ਉਹ ਬਦਮਾਸ਼ ਹੁੰਦਾ ਸੀ ਖੁਦ ਬੂਝਾ ਸਿੰਘ। ਜੀਤੇ ਦੀ ਤੜੀ ਬੂਝਾ ਸਿੰਘ ਤੋਂ ਜਰੀ ਨਹੀਂ ਸੀ ਜਾਂਦੀ। ਬੂਝਾ ਸਿੰਘ ਨੇ ਉਹਨੂੰ ਬਦਮਾਸ਼ੀ ਤੋਂ ਰੋਕਿਆ ਤਾਂ ਉਹਨੇ 20 ਸੁਣਾਤੀਆਂ। ਅਜੇ ਆ ਕਿਹੜਾ ਥਾਣੇਦਾਰ ਜੰਮ ਪਿਆ ਜਿਹੜਾ ਜੀਤ ਨੂੰ ਵੰਗਾਰ ਸਕੇ। ਜੀਤ ਦੀ ਆਕੜ ਕੱਢਣ ਲਈ ਬੂਝੇ ਨੇ ਲਿਆ ਕੇ ਥਾਣੇ ਪੁੱਠਾ ਲਟਕਾਤਾ। ਬੂਝਾ ਡਾਂਗ ਵਾਹੁੰਦਾ ਰਿਹਾ। ਉਹ ਹਰ ਵਾਰ ਡਾਂਗ ਨਾਲ ਮਾਂ ਭੈਣ ਦੀ ਗਾਲ ਕੱਢਦਾ ਰਿਹਾ। ਬੂਝਾ ਸਿੰਘ ਦੀ ਡਾਂਗ ਉਸ ਸਮੇਂ ਤੱਕ ਚੱਲਦੀ ਰਹੀ ਜਦ ਤੱਕ ਜੀਤੇ ਦੀ ਜ਼ਬਾਨ ਸਦਾ ਲਈ ਬੰਦ ਨਾ ਹੋ ਗਈ। ਲੋਕਾਂ ਨੇ ਸ਼ੁਕਰ ਮਨਾਇਆ। ਉਹਨਾਂ ਗਲੋਂ ਕੋੜ ਲੱਥਾ। ਲੁਕੇ ਛੁਪੇ ਬੂਝਾ ਸਿੰਘ ਨੂੰ ਵਧਾਈਆਂ ਭੇਜੀਆਂ। 5-4 ਟਟਪੂੰਜੀਆਂ ਦੇ ਪਿੱਛੇ ਲੱਗ ਕੇ ਮਹਿਕਮਾ ਪਿੱਛੇ ਪੈ ਗਿਆ। ਲੁਕੇ ਛਿਪੇ ਬੂਝਾ ਸਿੰਘ ਨੇ ਉਹਦੇ ਸੰਸਕਾਰ ਦਾ ਇੰਤਜ਼ਾਮ ਕੀਤਾ ਤਾਂ ਉਹਨੂੰ ਐਨ ਆਖਰੀ ਸਮੇਂ ਸੰਸਕਾਰ ਕਰਨੋਂ ਰੋਕ ਦਿੱਤਾ ਗਿਆ। ਪੋਸਟਮਾਰਟਮ ਦਾ ਹੁਕਮ ਹੋਇਆ ਤਾਂ ਬੂਝਾ ਸਿੰਘ ਨੂੰ ਥਾਣਾ ਛੱਡ ਕੇ ਭੱਜਣਾ ਪਿਆ। ਅਗਾਊਂ ਜ਼ਮਾਨਤ ਕਰਾਈ। 3 ਸਾਲ ਮੁਕੱਦਮਾ ਚੱਲਿਆ, ਨਾਲੇ ਸਸਪੈਂਡ ਰਿਹਾ। ਜਿਹੜੇ 4 ਪੈਸੇ ਕਮਾਏ ਸੀ ਖਾਧੇ ਪੀਤੇ ਗਏ। ਬਰੀ ਹੋ ਕੇ ਬਹਾਲ ਹੋਇਆ ਤਾਂ ਮਹਿਕਮਾ ਬੂਝਾ ਸਿੰਘ ਨੂੰ ਭੁਲਾ ਚੁੱਕਾ ਸੀ। ਬਹੁਤ ਸਾਰੇ ਨਵੇਂ ਥਾਣੇਦਾਰਾਂ ਨੇ ਉਸ ਨਾਲੋਂ ਵੱਧ ਨਾਮ ਕਮਾ ਲਿਆ ਸੀ। ਪੁਲਿਸ ਕਪਤਾਨਾਂ ਨੂੰ ਹੁਣ ਦਲੇਰੀ ਨਾਲੋਂ ਵੱਧ ਨੋਟਾਂ ਦੇ ਥੈਲੇ ਚਾਹੀਦੇ ਸਨ। ਨੋਟ ਹਾਲੇ ਬੂਝਾ ਸਿੰਘ ਕੋਲ ਨਹੀਂ ਸੀ। ਇੱਕ ਵਾਰ ਮੌਕਾ ਮਿਲੇ ਤਾਂ ਕਮਾਏ ਤਾਂ ਦਵੇ। ਪੈਸੇ ਕਮਾਉਣ ਦਾ ਮੌਕਾ ਮੁੜ ਉਹਦੇ ਹੱਥ ਨਹੀਂ ਸੀ ਲੱਗਾ। ਸਾਂਸੀਆਂ ਦੇ ਵਿਹੜੇ ਡਿਊਟੀ ਲਗਵਾ ਕੇ ਉਹਨੂੰ ਲੱਗਾ ਉੱਤੇ ਵਾਹਿਗੁਰੂ ਦੀ ਕਿਰਪਾ ਹੋਣ ਲੱਗੀ ਹੈ। ਇਹ ਵਿਹੜਾ ਮੁਜਰਮਾਂ ਦਾ ਗੜ੍ਹ ਹੈ, ਮੁਕੱਦਮਿਆਂ ਦੀ ਖਾਣ ਹੈ। ਜਿੰਨੇ ਮਰਜ਼ੀ ਕੇਸ ਫੜ ਲਓ, ਅਸਲੀ ਬੰਦੇ ਨਾ ਵੀ ਫੜੇ ਜਾਣ ਤਾਂ ਵੀ ਕੋਈ ਨਹੀਂ, ਜਿਸ 'ਤੇ ਮਰਜ਼ੀ ਫਿੱਟ ਕਰ ਦਿਓ। ਇਸ ਵਿਹੜੇ ਦੇ ਹਰ ਮੈਂਬਰ ਦੀ ਹਿਸਟਰੀ ਸ਼ੀਟ ਖੁੱਲ੍ਹੀ ਹੋਈ ਹੈ। ਸਾਰੇ 10 ਨੰਬਰੀਏ ਹਨ। 1-2 ਹੀ ਖੁਸ਼ ਨਸੀਬ ਹੋਣਗੇ ਜਿਨ੍ਹਾਂ ਕਦੇ ਜੇਲ੍ਹ ਨਾ ਕੱਟੀ ਹੋਵੇ। ਜਿਸ 'ਤੇ ਜਿਹੜਾ ਮਰਜ਼ੀ ਮੁਕੱਦਮਾ ਪਾ ਦਿਓ, ਪੁਰਾਣਾ ਰਿਕਾਰਡ ਦੇਖ ਕੇ ਉਹਨਾਂ ਦੀਆਂ ਸਭ ਅਪੀਲਾਂ ਦਲੀਲਾਂ ਰੱਦ ਹੋ ਜਾਂਦੀਆਂ ਹਨ। ਖਾਨ ਦੀ ਸਰਪ੍ਰਸਤੀ 'ਚੋਂ ਮਨ ਮਰਜ਼ੀ ਦੇ ਮੁਕੱਦਮੇ ਫੜ ਸਕਦਾ ਹੈ। ਉਸ 'ਤੇ ਉਂਗਲ ਕਰਨ ਵਾਲਾ ਕੋਈ ਨਹੀਂ। ਕੋਈ ਹੋਰ ਕਪਤਾਨ ਹੋਵੇ ਤਾਂ ਕਿਸੇ ਦੂਸਰੇ ਥਾਣੇਦਾਰ ਦੀ ਜੇਲ੍ਹ ਵਿੱਚ ਮੁਕੱਦਮੇ ਫੜਨ 'ਤੇ ਇਤਰਾਜ਼ ਕਰਦਾ ਹੈ। ਕੋਈ ਹੋਰ ਦਖਲ ਦੇਵੇ ਤਾਂ SHO ਦਾ ਹਿਸਾਬ ਕਿਤਾਬ ਹਿੱਲ ਜਾਂਦਾ ਹੈ। ਹਿੱਲੇ ਹਿਸਾਬ ਕਿਤਾਬ ਦਾ ਅਗਾਂਹ ਕਪਤਾਨ 'ਤੇ ਅਸਰ ਪੈਂਦਾ ਹੈ। ਖਾਨ ਨੂੰ ਹਾਲੇ ਇਸ ਮਰਜ਼ ਦੀ ਸਮਝ ਨਹੀਂ ਆਈ। ਜਿਹੜਾ ਉਹਦੀ ਨਜ਼ਰ ਪੈ ਜਾਏ ਉਹਨੂੰ ਪੈਸੇ ਦੇਣ ਦੀ ਲੋੜ ਨਹੀਂ। ਥਾਣਿਆਂ 'ਚ ਨਿਯੁਕਤੀ ਕਰਨ ਸਮੇਂ ਉਹ ਫੜੇ ਕੇਸਾਂ ਦੀ ਸੂਚੀ ਹੀ ਦੇਖਦਾ ਹੈ। ਕਿਸੇ ਥਾਣੇਦਾਰ ਨੇ ਕਿੰਨੇ ਕਿਲੋ ਅਫੀਮ, ਕਿੰਨੇ ਪਿਸਤੌਲ, ਕਿੰਨੀਆਂ ਭੱਠੀਆਂ ਫੜੀਆਂ ਹਨ, ਇਸੇ ਦੀ ਗਿਣਤੀ ਮਿਣਤੀ ਹੁੰਦੀ ਹੈ। ਜਿਸ 'ਤੇ ਜਿੰਨੇ ਵੱਧ ਮੁਕੱਦਮੇ ਉਹਨੂੰ ਓਨਾ ਵਧੀਆ ਥਾਣਾ।
ਬੂਜਾ ਸਿੰਘ ਨੂੰ ਲੱਗਦਾ ਸੀ ਉਹਦਾ CID 'ਚੋਂ ਨਿਕਲਣ ਦਾ ਸਮਾਂ ਆ ਗਿਆ ਸੀ। ਇਹ ਕੋਈ ਮਹਿਕਮਾ 2 ਸਾਲਾਂ ਤੋਂ ਇੱਥੇ ਧੱਕੇ ਖਾ ਰਿਹਾ। ਬੂਜਾ ਸਿੰਘ ਦੀ ਅਸਲੀ ਰਿਪੋਰਟਾਂ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਦਿੱਤਾ ਜਾਂਦਾ, ਫਰਜ਼ੀ ਰਿਪੋਰਟਾਂ ਨੂੰ ਅਹਿਮੀਅਤ ਦਿੱਤੀ ਜਾਂਦੀ। ਪਹਿਲਾਂ ਉਹਨੇ ਜੀ ਜਾਨ ਨਾਲ ਸੂਹਾਂ ਕੱਢੀਆਂ, ਬਾਰ-ਬਾਰ ਲਿਖਿਆ, ਇਲਾਕੇ 'ਚ ਅਫੀਮ ਤੇ ਡੋਡੇ ਟਰੱਕਾਂ ਦੇ ਹਿਸਾਬ ਆਉਂਦੇ ਹਨ, ਥਾਂ-ਥਾਂ ਜੂਏ ਦੇ ਅੱਡੇ ਹਨ, ਜਨਾਨੀਬਾਜ਼ੀ ਹੁੰਦੀ ਹੈ। ਉਲਟਾ ਰਿਪੋਰਟਾਂ ਦੀਆਂ ਨਕਲਾਂ ਮੁਜਰਮਾਂ ਕੋਲ ਪਹੁੰਚ ਜਾਂਦੀਆਂ ਰਹੀਆਂ। ਕਈਆਂ ਨੇ ਬੂਜਾ ਸਿੰਘ ਦੀਆਂ ਹੀ ਸ਼ਿਕਾਇਤਾਂ ਕਰਤੀਆਂ। ਹੰਭ ਕੇ ਉਹਨੇ ਘੇਸਲ ਵੱਟ ਲਈ। ਹੋਰ CID ਵਾਲਿਆਂ ਵਾਂਗ ਪਿਛਲੀਆਂ ਰਿਪੋਰਟਾਂ ਦੀ ਨਕਲ ਮਾਰ ਛੱਡਦਾ। ਆਪਣੀ ਇਸ ਅਣਗਹਿਲੀ ਤੇ ਹੁਣ ਉਹਨੂੰ ਪਛਤਾਵਾ ਸੀ। ਜੇ ਉਹ ਝੂਠੀਆਂ ਰਿਪੋਰਟਾਂ ਨਾ ਭੇਜਦਾ ਰਿਹਾ ਹੁੰਦਾ ਤੇ ਇਸ ਵਿਹੜੇ ਤੇ ਸਹੀ ਨਜ਼ਰ ਰੱਖ ਰਿਹਾ ਹੁੰਦਾ ਤਾਂ ਅੱਜ ਆਸਾਨੀ ਨਾਲ ਅਸਲੀ ਮੁਜਰਮਾਂ ਨੂੰ ਰੰਗੇ ਹੱਥੀਂ ਫੜਦਾ। ਕੁਝ ਵੀ ਸੀ, ਸੱਚ ਝੂਠ ਦੀ ਉਹਨੂੰ ਪਰਵਾਹ ਨਹੀਂ ਸੀ। ਹੁਣ ਇਹ 5-4 ਮੁਕੱਦਮੇ ਬਣਾਉਣੇ ਹੀ ਸਨ। 2 ਸਾਲਾਂ ਤੋਂ ਇਸ ਵਿਹੜੇ ਦੀਆਂ ਰਿਪੋਰਟਾਂ ਭੇਜਦਾ ਰਿਹਾ। ਕਈ ਪੇਸ਼ਾਵਰ ਮੁਜਰਮਾਂ ਦੇ ਨਾਂ ਉਹਨੂੰ ਜ਼ੁਬਾਨੀ ਯਾਦ ਹੈ। ਹੋਰ ਕੋਈ ਗੱਲ ਸਿਰੇ ਨਾ ਚੜ੍ਹੀ ਤਾਂ ਉਹ ਕਿਧਰੇ ਨਹੀਂ ਗਏ ਹੁੰਦੇ। ਨੱਥੂ ਸਾਂਸੀ ਬਾਈਏ ਦਾ ਕੈਰੀਅਰ ਹੈ। ਭਦੌੜ ਵੱਲ ਜਿੰਨੀ ਵੀ ਅਫੀਮ ਜਾਂਦੀ ਹੈ ਉਸੇ ਹੱਥ ਜਾਂਦੀ ਹੈ। ਉਸ ਕੋਲ 2-4 ਕਿਲੋ ਅਫੀਮ ਜ਼ਰੂਰ ਪਈ ਹੋਏਗੀ। ਜਿੰਨੀ ਮਿਲੀ ਨਾਲ ਇੱਕ ਬਿੰਦੀ ਹੋਰ ਲਾ ਕੇ ਮੁਕੱਦਮਾ ਦਰਜ ਕਰ ਦੇਵੇਗਾ। ਬੰਸੀ ਦਾ ਰਿਕਾਰਡ ਦੱਸਦਾ ਸੀ ਕਿ ਉਹ ਜੰਮਦੀ ਜੇਬਾਂ ਕੱਟਣ ਤੇ ਚੈਨੀਆਂ ਲਾਉਣ ਲੱਗ ਪਈ ਸੀ। ਇੰਨੀ ਦਿਨੀ ਉਹ ਭਰ ਜਵਾਨ ਸੀ, ਸੁਲਫੇ ਦੀ ਲਾਟ ਵਰਗੀ ਨਿਕਲੀ ਸੀ। ਗੋਰੇ ਰੰਗ ਤੇ ਕੀਤਾ ਹਲਕਾ ਜਿਹਾ ਮੇਕਅਪ ਉਹਨੂੰ ਅਪਸਰਾ ਬਣਾ ਦਿੰਦਾ। ਬਣ ਠਣ ਕੇ ਜਦੋਂ ਉਹ ਕਿਸੇ ਮੰਚਲੇ ਦੇ ਬਰਾਬਰ ਵਾਲੀ ਸੀਟ ਤੇ ਬੈਠਦੀ ਹੈ ਤਾਂ ਅਗਲਾ ਸਭ ਕੁਝ ਭੁੱਲ ਕੇ ਉਹ 'ਤੇ ਲੱਟੂ ਹੋ ਜਾਂਦਾ ਹੈ। ਉਸ ਸਮੇਂ ਹੀ ਸੁਰਤ ਆਉਂਦੀ ਹੈ ਜਦੋਂ ਜੇਬ ਵਿਚਲਾ ਬਟੂਆ ਜਾਂ ਗਲੇ ਵਾਲੀ ਚੈਨੀ ਗਾਇਬ ਹੁੰਦੀ ਹੈ। ਥੋੜ੍ਹੀ ਜਿਹੀ ਵੱਡੀ ਹੋਈ ਤਾਂ ਕੰਮ ਦਾ ਘੇਰਾ ਵਧਾ ਲਿਆ। ਬੱਸਾਂ ਗੱਡੀਆਂ 'ਚ ਅੱਜ ਕੱਲ੍ਹ ਉਹ ਟਰੰਕ ਸੂਟਕੇਸ ਲਾਉਂਦੀ ਹੈ। ਉੱਤੇ 1-2 ਕੇਸ ਫਿੱਟ ਕੀਤੇ ਜਾ ਸਕਦੇ ਹੈ। ਖਰੈਤੀ ਦੇ ਵਾੜੇ 'ਚ ਜ਼ਰੂਰ ਕੋਈ ਪਸ਼ੂ ਖੜ੍ਹਾ ਹੋਣਾ ਹੈ। ਮੱਝਾਂ ਢੱਗੇ ਚੋਰੀ ਕਰਨ ਵਿੱਚ ਉਹਨੂੰ ਕਮਾਲ ਦੀ ਮੁਹਾਰਤ ਹਾਸਲ ਹੈ। ਰਾਤੋਂ ਰਾਤ ਅੰਬਾਲੇ ਜੀਂਦ ਤੱਕ ਤੋਂ ਪਸ਼ੂ ਹੱਕ ਲਿਆਉਂਦਾ ਹੈ। ਇਹ ਕੰਮ ਪਸ਼ੂਆਂ ਦੀ ਮੰਡੀ ਤੋਂ 2-4 ਦਿਨ ਪਹਿਲਾਂ ਕਰਦਾ ਹੈ। ਪਸ਼ੂਆਂ ਨੂੰ ਮੰਡੀ 'ਚ ਵੇਚ ਕੇ ਸਾਰੇ ਸਬੂਤ ਗੁਆ ਦਿੰਦਾ ਹੈ। ਉਹਦੇ ਵਾੜੇ 'ਚ ਭਾਵੇਂ ਘਰ ਦੀ ਪਾਲੀ ਝੋਟੀ ਖੜੀ ਹੋਵੇ, ਉਹਨੇ ਜ਼ਰੂਰ 102 ਦਫਾ ਵਿੱਚ ਕਬਜ਼ੇ ਵਿੱਚ ਲੈਣੀ ਹੈ। ਉਸਨੇ ਜ਼ਰੂਰ 102 ਦਫਾ ਵਿੱਚ ਕਬਜ਼ੇ ਵਿੱਚ ਲੈ ਲੈਣੀ ਹੈ। ਮਨ 'ਚ ਯੋਜਨਾਵਾਂ ਉਸਾਰਦਾ ਬੂਜਾ ਸਿੰਘ ਕਈ ਸਾਲਾਂ ਬਾਅਦ ਪਹਿਲੀ ਵਾਰ ਖੁਸ਼ ਹੋ ਰਿਹਾ ਸੀ। ਪੁਲਿਸ ਪਾਰਟੀ 'ਚ ਉਹਨੇ ਆਪਣੇ ਹੀ ਮੱਤ-ਹਿੱਤ ਰੱਖੇ ਸਨ। ਹੌਲਦਾਰ ਸੇਵਾ ਸਿੰਘ, ਦੋਨੋਂ ਸਿਪਾਹੀ, ਨਾਲ CRP ਦੇ 8 ਜਵਾਨ ਤੇ ਉਹਨਾਂ ਦਾ ਇੱਕ ਹਵਾਲਦਾਰ। ਇਸ ਵਿਹੜੇ 'ਚ ਬੂਜਾ ਸਿੰਘ ਦਾ ਆਪਣਾ ਚੱਕਰ ਤਾਂ ਘੱਟ ਹੀ ਲੱਗਦਾ ਸੀ। ਸਿਪਾਹੀ ਇੱਥੇ ਅਕਸਰ ਆਉਂਦੇ ਜਾਂਦੇ ਰਹੇ ਸਨ। ਵੇਲੇ ਕੁ ਵੇਲੇ ਕਦੇ ਮੁਰਗੇ ਦੀ ਜ਼ਰੂਰਤ ਪੈਂਦੀ ਸੀ ਤਾਂ ਉਹ ਚੰਦੇ ਸਾਦਸੀ ਦੇ ਆਤਮ ਕਦੇ। ਉਹਦੇ ਮੁਰਗੇ ਮੋਟੇ ਤਾਜ਼ੇ ਤਾਂ ਹੁੰਦੇ ਹੀ ਸਨ, ਸਵਾਦ ਵੀ ਬੜੇ ਬਣਦੇ ਸੀ। ਸਿਪਾਹੀ ਰਸਤੇ ਵਿੱਚ ਕਈ ਵਾਰ ਬੂਜਾ ਸਿੰਘ ਨੂੰ ਆਖ ਚੁੱਕੇ ਸਨ, ਅੱਜ ਉਹ ਚੰਦੇ ਦੇ ਘਰ ਮੁਰਗਾ ਬਣਵਾਉਣਗੇ। ਉਹਦੀ ਘਰ ਵਾਲੀ ਕਮਾਲ ਦਾ ਮੁਰਗਾ ਰਹਿੰਦੀ ਹੈ। ਬੂਜਾ ਸਿੰਘ ਨੂੰ ਨਾ ਮੁਰਗੇ 'ਚ ਦਿਲਚਸਪੀ ਸੀ ਤੇ ਨਾ ਲੌਂਗ ਇਲਾਇਚੀਆਂ ਵਾਲੀ ਸ਼ਰਾਬ 'ਚ। ਉਹਨੂੰ ਕੇਸ ਚਾਹੀਦੇ ਸੀ, ਕੇਵਲ ਕੇਸ। ਢਾਬ ਦੀ ਨੁੱਕਰ ਤੇ ਵਸੀ ਸਾਂਸੀਆਂ ਦੀ ਇੱਕ ਬਸਤੀ ਵਿੱਚ ਕਰਫਿਊ ਦਾ ਕੋਈ ਬਹੁਤ ਅਸਰ ਨਜ਼ਰ ਨਹੀਂ ਸੀ ਆ ਰਿਹਾ। 30-35 ਝੁੱਗੀਆਂ ਤੇ ਇੰਨੀ ਕੱਚੇ ਪਿੱਲੇ ਕੋਠਿਆਂ ਤੇ ਇਸ ਵਿਹੜੇ 'ਚ ਸਗੋਂ ਅੱਗੇ ਨਾਲੋਂ ਜ਼ਿਆਦਾ ਚਹਿਲ ਪਹਿਲ ਸੀ। ਕੱਚੇ ਬਨੈਣ ਅਟਕਾਈ ਬੁੱਢੇ ਜਵਾਨ ਸਾਰੇ ਕੰਮਾਂ 'ਚ ਜੁਟੇ ਪਏ ਸਨ। ਕੇਰਾ ਆਪਣੇ ਰੇੜੇ ਨੂੰ ਪੂੰਝ ਰਿਹਾ ਸੀ। ਕਰਫਿਊ ਕਾਰਨ ਉਹ ਵਿਹਲਾ ਸੀ। ਮਿੱਟੀ ਘੱਟਾ ਚਾੜ ਕੇ ਉਹ ਚੱਕਿਆਂ ਨੂੰ ਤੇਲ ਦੇ ਰਿਹਾ ਸੀ। ਮਹੀਨਾ ਮੌਜ ਰਹੇਗੀ। ਛਿੰਦਾ ਆਪਣੀ ਝੁੱਗੀ ਪਿਛਵਾੜੇ ਬਣਾਏ ਸੂਰਾਂ ਦੇ ਵਾੜੇ ਨੂੰ ਸੁੱਕ ਪੁੱਕਾ ਕਰਨ ਦੇ ਆਰ ਲੱਗਾ ਹੋਇਆ ਸੀ। ਕਈ ਦਿਨ ਲਗਾਤਾਰ ਦਿਹਾੜੀ ਦੇ ਜਾਣ ਕਰਕੇ ਉਹ ਵਾੜੇ ਵੱਲ ਧਿਆਨ ਨਹੀਂ ਸੀ ਦੇ ਸਕਿਆ। ਥਾਂ-ਥਾਂ ਮੁਤਰਾਲ ਦੇ ਛੋਟੇ-ਛੋਟੇ ਛੱਪੜ ਬਣੇ ਪਏ ਸਨ। ਮਿੰਦੇ ਤੋਂ ਕਈ ਦਿਨਾਂ ਦੀ ਰੇਤੇ ਦੀ ਰੇਹੜੀ ਮੰਗਵਾ ਰੱਖੀ ਸੀ। ਅੱਧੇ ਨਾਲੋਂ ਵੱਧ ਰੇਤਾ ਜਵਾਕਾਂ ਨੇ ਖਿੰਡਾ ਦਿੱਤਾ। ਸਕੂਲੋਂ ਜਵਾਕਾਂ ਨੂੰ ਛੁੱਟੀ ਹੋ ਗਈ ਸੀ। ਤੇਜੋ ਤੇ ਦੋਵੇਂ ਧੀਆਂ ਉਹਦਾ ਹੱਥ ਵਟਾ ਰਹੀਆਂ ਸਨ। ਇੱਕ ਵਾਰ ਵਾੜਾ ਸੰਵਰ ਗਿਆ ਤਾਂ ਕਈ ਦਿਨ ਲੰਘ ਜਾਣਗੇ। ਅਮਲੀ ਨੇ ਵੀ ਭੇਡਾਂ ਦਾ ਇੱਜੜ ਨਹੀਂ ਸੀ ਛੇੜਿਆ। ਕੀ ਪਤਾ ਕਦੋਂ ਭੇਡਾਂ ਸਣੇ ਕਿਸੇ ਦੀ ਜਾੜ ਹੇਠ ਆ ਜਾਏ। ਭੇਡਾਂ ਦੀਆਂ ਜੱਤਾਂ 'ਚ ਫਸੇ ਕੰਡੇ ਕੱਢ ਉਹਨੂੰ ਸਵਾਦ ਆ ਰਿਹਾ ਸੀ। ਬਚਨੀ ਨੂੰ ਆਪਣੀ ਦਿਨੋਂ ਦਿਨ ਖੁਰਦੀ ਝੁੱਗੀ ਦਾ ਫਿਕਰ ਸੀ। ਲੋਕਾਂ ਦੇ ਘਰੇ ਸਫਾਈਆਂ ਕਰਨ, ਭਾਂਡੇ ਮਾਂਜਣ, ਕੱਪੜੇ ਧੋਣ ਤੋਂ ਉਹਨੂੰ ਵੇਲ ਹੀ ਨਹੀਂ ਸੀ ਮਿਲਦਾ। ਲੋਕਾਂ ਦੇ ਘਰ ਸਵਾਰਦੀ ਬਚਨੀ ਨੂੰ ਆਪਣੀ ਝੁੱਗੀ ਦੇ ਗਿਰਨ ਦਾ ਖਤਰਾ ਖੜਾ ਹੋ ਗਿਆ ਸੀ। ਕਰਫਿਊ ਲੱਗਾ ਤਾਂ ਉਹਨੇ ਸ਼ੁਕਰ ਕੀਤਾ। ਸਠਾਣੀਆਂ ਉਂਝ ਤਾਂ ਉਹਨੂੰ ਇੱਕ ਛੁੱਟੀ ਵੀ ਨਹੀਂ ਸੀ ਕਰਨ ਦਿੰਦੀਆਂ। ਕਦੇ ਛੁੱਟੀ ਮਾਰਨੀ ਪੈਂਦੀ ਤਾਂ ਉਹ ਨਾਲੇ 100 ਲਾਂਭੇ ਦਿੰਦੀਆਂ, ਨਾਲੇ ਦਿਹਾੜੀ ਕੱਟ ਲੈਂਦੀਆਂ। ਅਜਿਹੇ ਮੌਕੇ 'ਤੇ ਨਹੀਂ ਬੋਲ ਸਕਦੀਆਂ। ਜਲਦੀ ਉਹਨੇ ਮਿੱਡੇ ਨੂੰ ਨਾਲ ਲਾ ਕੇ ਢਾਬ 'ਚੋਂ 15-20 ਬੱਠਲ ਕਾਲੀ ਮਿੱਟੀ ਦੇ ਕੱਢੇ। ਪਲੋਂ ਕਈ ਦਿਨ ਦੀ ਲਿਆਂਦੀ ਪਈ ਸੀ।
ਉਹ ਘਾਣ 'ਚ ਵੜੀ ਹੋਈ ਸੀ। ਮਿੱਟੀ ਤਿਆਰ ਹੁੰਦਿਆਂ ਹੀ ਉਹਨੇ ਝੁੱਗੀ ਲਿਪਣ ਲੱਗ ਜਾਣਾ ਸੀ। ਕਰਫਿਊ ਦਾ ਅਫਸੋਸ ਗਿੰਦੇ ਦੇ ਪਰਿਵਾਰ ਨੂੰ ਸੀ। ਗਿੰਦੇ ਦੀ ਦਿਹਾੜੀ ਮਾਰੀ ਗਈ। ਕੀ ਪਤਾ ਕਰਫਿਊ ਕਿੰਨੇ ਦਿਨ ਚੱਲੇ। ਉਹਨਾਂ ਦੀਆਂ ਲਿਆਂਦੀਆਂ ਦਾਤਨਾਂ ਜੇ ਸ਼ਾਮ ਤੱਕ ਨਾ ਵਿਕਣ ਤਾਂ ਅਗਲੇ ਦਿਨ ਸੁੱਕ ਕੇ ਲੱਕੜ ਬਣ ਜਾਂਦੀਆਂ। ਤੇ ਗੇਲੋ ਦਾ ਚੋਰੀ ਤੋੜਿਆ ਸਾਗ ਮੁਰਝਾ ਰਿਹਾ ਸੀ। ਕੱਲ ਤੱਕ ਉਹਨੇ ਬਿਹਾ ਹੋ ਜਾਣਾ ਸੀ ਤੇ ਇਹਦਾ ਧੇਲਾ ਵੀ ਨਹੀਂ ਸੀ ਵੱਟਿਆ ਜਾਣਾ। ਸਾਗ ਤੋੜਨ ਲਈ ਉਹਨੂੰ 15 ਮੀਲ ਤੁਰਨਾ ਪਿਆ ਸੀ। ਕੁੱਤਿਆਂ ਨੇ ਉਹਦੀ ਖੱਬੀ ਲੱਤ ਲੀਰੋ ਲੀਰ ਕਰਤੀ ਸੀ। ਉਹਨਾਂ ਨੂੰ ਆਸ ਸੀ ਇਹਨਾਂ ਪੈਸਿਆਂ ਦੀ ਉਹ ਬਿਮਾਰ ਸੀਤੋ ਲਈ ਦਵਾਈ ਲਿਆਉਣਗੇ। ਇੱਕ ਦਿਨ ਦਵਾਈ ਖੁੰਝ ਜਾਏ ਤਾਂ ਕਈ ਦਿਨ ਤਾਬ ਨਹੀਂ ਆਉਂਦੀ। ਸੀਤਾ 5 ਦਿਨਾਂ ਬਾਅਦ ਮੰਜੇ 'ਚੋਂ ਮਸਾਂ ਉੱਠਿਆ ਸੀ। ਉਹਨੂੰ ਉਮੀਦ ਸੀ ਉਹ ਰਿਕਸ਼ਾ ਚਲਾ ਸਕੇਗਾ। ਹੋਰ ਕੁਝ ਨਾ ਬਣਿਆ ਤਾਂ ਰਿਕਸ਼ੇ ਦਾ ਕਿਰਾਇਆ ਤਾਂ ਨਿਕਲ ਹੀ ਆਏਗਾ। ਪਹਿਲਾਂ ਹੀ ਕਈ ਦਿਨਾਂ ਦਾ ਕਿਰਾਇਆ ਸਿਰ ਪੈ ਗਿਆ ਸੀ। ਹਫ਼ਤਾ ਕਿਰਾਇਆ ਨਾ ਚੁਕਾਇਆ ਜਾ ਸਕੇ ਤਾਂ ਮਾਲਕ ਰਿਕਸ਼ਾ ਖੋਹ ਲੈਂਦਾ। ਇਹੋ ਜਿਹਾ ਨਵਾਂ ਮੁੜ ਕੇ ਨਹੀਂ ਮਿਲਣਾ। ਪੁਰਾਣੇ ਰਿਕਸ਼ੇ ਦਾ ਕਿਰਾਇਆ ਤਾਂ ਨਵੇਂ ਜਿੰਨਾ ਹੀ ਹੁੰਦਾ, ਪਰ ਟੱਕਰਾਂ ਵੱਧ। ਕਦੇ ਚੈਨ ਟੁੱਟ ਗਈ, ਕਦੇ ਪੈਂਚਰ ਹੋ ਗਿਆ, ਕਦੇ ਚਿਮਟਾ ਵਿੰਗਾ ਹੋ ਗਿਆ। ਜ਼ੋਰ ਤਾਂ ਵੱਧ ਲੱਗਦਾ ਹੀ ਹੈ, ਨਾੜਾਂ ਵੀ ਇਕੱਠੀਆਂ ਹੋ ਜਾਂਦੀਆਂ। ਕਰਫਿਊ ਨਾਲ ਉਹਦੇ ਹੱਥੋਂ ਰਿਕਸ਼ਾ ਵੀ ਜਾਏਗਾ ਤੇ ਰੁਜ਼ਗਾਰ ਵੀ। ਗਿੰਦੇ ਦਾ ਸਾਰਾ ਪਰਿਵਾਰ ਟਾਹਲੀ ਹੇਠ ਬੈਠਾ ਝੂਰ ਰਿਹਾ ਸੀ। ਉਹ ਕਰਫਿਊ ਦੇ ਜਲਦੀ ਖਤਮ ਹੋਣ ਦੀਆਂ ਸੁੱਖਾਂ ਸੁੱਖ ਰਹੇ ਸਨ। ਚਾਰੇ ਪਾਸਿਆਂ ਤੋਂ ਘਿਰਦੇ ਆਪਣੇ ਵਿਹੜੇ ਨੂੰ ਦੇਖ ਕੇ ਸਭ ਦੇ ਚਿਹਰਿਆਂ ਤੇ ਪਲੱਤਣ ਛਾ ਗਈ। ਪੁਲਿਸ ਕਦੇ ਵੀ ਇਸ ਵਿਹੜੇ ਸੁੱਖ ਨੂੰ ਨਹੀਂ ਆਉਂਦੀ। ਆਉਂਦੇ ਹੀ ਉਹ ਮਾਰ ਧਾੜ ਸ਼ੁਰੂ ਕਰਦੀ ਹੈ। ਹੱਥ ਆਏ ਹਰ ਬੰਦੇ ਨੂੰ ਬਿਨਾਂ ਸਫਾਈ ਪੇਸ਼ ਕਰੇ ਤੇ ਬਿਨਾਂ ਆਪਣਾ ਕਸੂਰ ਜਾਣੇ ਹੱਡ ਤੁੜਵਾਉਣੇ ਪੈਂਦੇ ਹਨ। ਔਰਤਾਂ ਨੂੰ ਗੁੱਤੋਂ ਫੜ ਕੇ ਧੂਇਆ ਘੜੀਸਿਆ ਜਾਂਦਾ। ਭਾਂਡੇ ਠੀਕ ਕਰ ਇੱਧਰ ਉੱਧਰ ਸੁੱਟੇ ਜਾਂਦੇ ਆ। ਘਰਾਂ ਝੁੱਗੀਆਂ ਦਾ ਕੋਨਾ ਕੋਨਾ ਛਾਣਿਆ ਜਾਂਦਾ। ਚੰਗੀ ਮਾੜੀ ਹਰ ਚੀਜ਼ ਪੁਲਿਸ ਚੋਰੀ ਦੇ ਸ਼ੱਕ ਵਿੱਚ ਨਾਲ ਲੈ ਤੁਰਦੀ। ਪਿੱਛੇ ਰਹਿ ਗਏ ਭੁੱਖੇ ਤਿਹਾਏ ਬੱਚੇ ਮਾਂ ਬਾਪ ਦਾ ਰਾਹ ਤੱਕਦੇ ਵਿਲਕਦੇ ਰਹਿੰਦੇ ਹਨ। ਮਰਦ ਕਈ ਕਈ ਦਿਨ ਪੁਲਿਸ ਦੀ ਮਾਰ ਹੰਢਾਉਂਦੇ ਹਨ। ਔਰਤਾਂ ਥਾਣੇ ਬਾਹਰ ਬੈਠੀਆਂ ਪੁਲਿਸੀਆਂ ਦੀਆਂ ਮਿੰਨਤਾਂ ਕਰਦੀਆਂ ਹਨ। ਉਹਨਾਂ ਦੀਆਂ ਟਿੱਚਰਾਂ ਤੇ ਗੰਦੇ ਮੁਖਾਲਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੀਆਂ ਹਨ। ਜੋ ਨਿੱਕ ਸੁੱਕ ਪੱਲੇ ਹੁੰਦਾ ਪੁਲਿਸ ਦੇ ਹਵਾਲੇ ਕਰਦੀਆਂ ਹਨ। ਮਹੀਨੇ ਮਹੀਨੇ ਦੀ ਖੱਜਲ ਖੁਆਰੀ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪੈਂਦਾ, ਪੇਸ਼ ਕੀਤਾ ਜਾਂਦਾ ਹੈ। ਮਸਾਂ ਜ਼ਮਾਨਤਾਂ ਕਰਾ ਕੇ ਉਹ ਸੁੱਖ ਦਾ ਸਾਹ ਲੈਣ ਲੱਗਦੇ। ਇੰਨੇ 'ਚ ਕੋਈ ਹੋਰ ਮਾਮਲਾ ਹੋ ਜਾਂਦਾ। ਪੁਲਿਸ ਦੀ ਪਹਿਲੀ ਝਲਕ ਪੈਂਦੀ ਕਿੱਕਰਾਂ ਹੇਠ ਲੱਗਾ ਮੇਲਾ ਖਿੰਡਣ ਲੱਗਾ। ਧੜਕਦੇ ਦਿਲਾਂ ਨਾਲ ਸਭ ਇੱਧਰ ਉੱਧਰ ਛੁਪਣ ਲੱਗੇ। ਜਿਹੜੇ ਵੀ ਪਹਿਲਾਂ ਪੁਲਿਸ ਹੱਥ ਆਉਣੇ ਸਨ ਉਹਨਾਂ ਦੇ ਸਭ ਤੋਂ ਵੱਧ ਮਾਰ ਪੈਣੀ ਸੀ। ਬੁੱਢੀਆਂ ਠੇਰੀਆਂ, ਧੀਆਂ ਭੈਣਾਂ, ਬੱਚਿਆਂ, ਨੌਜਵਾਨਾਂ, ਕਿਸੇ ਨੂੰ ਮਾਫ਼ ਨਹੀਂ ਸੀ ਕੀਤਾ ਜਾਣਾ। ਜਿਹੜਾ ਹੱਥ ਨਾ ਲੱਗਾ ਉਹਦੇ ਡੰਗਰ ਖੋਲ੍ਹ ਦਿੱਤੇ ਜਾਣੇ ਸਨ। ਝੁੱਗੀਆਂ ਢਾਹ ਦਿੱਤੀਆਂ ਜਾਣੀਆਂ ਸਨ। ਸਮਾਨ ਨੂੰ ਤੋੜ ਮੋੜ ਕੇ ਅੱਗ ਲਾ ਦਿੱਤੀ ਜਾਣੀ ਸੀ। ਪਿੱਛੋਂ ਕੁੱਲੀਆਂ 'ਚ ਕਈ ਮਹੀਨੇ ਮਾਤਮ ਛਾਇਆ ਰਹਿੰਦਾ। ਸੁੱਜੇ ਹੱਡਾਂ ਨੂੰ ਸੇਕਦੇ ਕਈ ਦਿਨ ਫਾਕੇ ਕੱਟਣੇ ਪੈਂਦੇ ਸੀ। ਸਭ ਨੇ ਸ਼ਾਮ ਨੂੰ ਸਮਝਾਇਆ ਬੱਚਿਆਂ ਵਾਲੀ ਜ਼ਿੱਦ ਛੱਡ ਕੇ ਝੁੱਗੀ 'ਚ ਚਲਾ ਜਾਵੇ। ਕਿਸੇ ਨੇ ਨਹੀਂ ਪੁੱਛਣਾ ਕਿ ਉਹ ਕਸੂਰਵਾਰ ਹੈ ਜਾਂ ਨਹੀਂ। ਕਿਸੇ ਨੇ ਨਹੀਂ ਮੰਨਣਾ ਕਿ ਉਹਨਾਂ ਦੇ ਵਿਹੜੇ ਨੂੰ ਚੋਰੀ ਛੱਡ ਕੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰਤੀ। ਉਹ ਆਕੜਿਆ ਰਿਹਾ, ਉਸੇ ਤਰ੍ਹਾਂ ਮੰਜੇ 'ਤੇ ਪਿਆ ਰਿਹਾ, ਆਪਣੀ ਕਿਤਾਬ ਉਸੇ ਤਰ੍ਹਾਂ ਪੜ੍ਹਦਾ ਰਿਹਾ। ਜਦੋਂ ਉਹਦਾ ਕੋਈ ਕਸੂਰ ਹੀ ਨਹੀਂ, ਪੁਲਿਸ ਉਹਨੂੰ ਕਿਉਂ ਫੜੇਗੀ? ਸ਼ਾਮੂ ਦੇ ਇਸ ਗੁਸਤਾਖ ਸੁਭਾਅ 'ਤੇ ਬੂਜਾ ਸਿੰਘ ਨੂੰ ਗੁੱਸਾ ਚੜ੍ਹ ਗਿਆ। ਇਸ ਸੰਸੀ ਦੀ ਇਹ ਮਜਾਲ ਕਿ ਪੁਲਿਸ ਦੀ ਪਰਵਾਹ ਹੀ ਨਾ ਕਰੇ। ਲੈਂਦਿਆਂ ਹੀ ਉਹਨੇ ਸ਼ਾਮੂ ਨੂੰ ਬੋਦੀਆਂ ਤੋਂ ਧੂ ਲਿਆ। ਉਹਦੇ ਹੱਥ ਵਿਚਲੀ ਕਿਤਾਬ ਵਰਕਾ ਹੋ ਕੇ ਖਿੰਡ ਗਈ। ਸ਼ਾਮੂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਕਿਸੇ ਨੇ ਨਹੀਂ ਸੁਣਿਆ ਕਿ ਉਹ ਕਾਲਜ 'ਚ ਪੜ੍ਹਦਾ, BA ਦਾ ਵਿਦਿਆਰਥੀ ਹੈ, ਪੰਜਾਬ ਸਟੂਡੈਂਟ ਯੂਨੀਅਨ ਦਾ ਸਕੱਤਰ ਹੈ। ਉਹਨਾਂ ਦੀ ਜਥੇਬੰਦੀ ਦਹਿਸ਼ਤਗਰਦੀ ਦੇ ਖਿਲਾਫ ਹੈ। ਬੰਟੀ ਨੂੰ ਅਗਵਾ ਕਰਨ ਵਾਲਿਆਂ ਖਿਲਾਫ ਮਤਾ ਪਾਸ ਕਰ ਚੁੱਕੀ ਹੈ। ਉਹ ਬਾਬਾ ਗੁਰਦਿੱਤ ਸਿੰਘ ਦਾ ਉਪਾਸ਼ਕ ਹੈ, ਜਿਹਦੀ ਵਿਚਾਰਧਾਰਾ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਸ਼ਾਮੂ ਦਾ ਸਫੈਦ ਕੁੜਤਾ ਪਜਾਮਾ ਲੀਰੋ ਲੀਰ ਕਰ ਦਿੱਤਾ ਗਿਆ। ਉਹਦੀ ਕੱਟੀ ਦਾੜੀ ਦੇ ਵਾਲ ਬਿਖਰ ਗਏ। ਥੱਪੜ ਖਾ ਉਹਦਾ ਚਿਹਰਾ ਸੂਹਾ ਹੋ ਗਿਆ। ਇਸ ਬਦਮਾਸ਼ ਦੇ ਕੋਠੜੇ ਦੀ ਤਲਾਸ਼ੀ ਲਓ, ਬੰਟੀ ਕਿਧਰੇ ਨਹੀਂ ਗਿਆ। ਇਹੋ ਜਿਹੇ ਕਿਸੇ ਦੀ ਸ਼ਰਾਰਤ ਹੈ। ਵਿਹੜੇ 'ਤੇ ਇੱਕੋ ਇੱਕ ਹੋਣਹਾਰ ਮੁੰਡੇ ਤੇ ਵਰਸਦੀਆਂ ਡਾਂਗਾਂ ਵੇਖ ਕੇ ਸਭ ਦਾ ਖੂਨ ਖੌਲ ਧਰਿਆ ਸੀ। ਪਰ ਭੂਤਰੀ CRP ਨੂੰ ਦੇਖ ਕੇ ਕਿਸੇ ਦੀ ਕੁਝ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ। ਇਹਨਾਂ ਦਾ ਕੋਈ ਵਸਾ ਨਹੀਂ। ਗੋਲੀਆਂ ਮਾਰ ਸਾਰਿਆਂ ਨੂੰ ਲੁੱਥਾਂ ਹੀ ਬਣਾ ਦੇਣ। ਇਕੱਲੇ ਪੁਲਸੀਏ ਹੁੰਦੇ ਤਾਂ ਉਹ ਕਦੋਂ ਦੇ ਡਾਂਗਾ ਸੋਟੇ ਲੈ ਕੇ ਉਹਨਾਂ ਪਿੱਛੇ ਪੈ ਗਏ ਹੁੰਦੇ। ਝੀਤਾਂ ਥਾਣੀ ਤੱਕਣ ਤੇ ਹੌਕੇ ਭਰਨ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦੇ। ਦਿਲਾਂ ਨੂੰ ਫੜੀ ਉਸ ਸ਼ਾਮੀ ਤੇ ਪੈਂਦੀ ਕੁੱਟ ਨੂੰ ਬੰਦ ਹੋਣ ਦੀ ਉਡੀਕ ਕਰਦੇ ਰਹੇ। ਪੂਜਾ ਸਿੰਘ ਦੇ ਹੁਕਮ ਦਿੰਦਿਆਂ ਹੀ ਵਫਾਦਾਰ ਸਿਪਾਹੀ ਉਹਨੂੰ ਉਹਦੇ ਕੋਠੇ ਵੱਲ ਲੈ ਤੁਰੇ। ਸਜੇ ਫੱਬੇ ਕਮਰੇ ਦੀ ਖੱਬੀ ਨੁੱਕਰ ਵਿੱਚ
ਪਏ ਮੇਜ਼ ਕੁਰਸੀ ਤੇ ਕਿਤਾਬਾਂ ਦਾ ਢੇਰ ਪਿਆ ਸੀ। ਸਿਪਾਹੀਆਂ ਨੇ ਇੱਕ ਇੱਕ ਕਰਕੇ ਸਭ ਫਰੋਲ ਸੁੱਟੀਆਂ। ਸੇਵਾ ਸਿੰਘ ਨੂੰ ਰੰਗੀਨ ਤਸਵੀਰਾਂ ਵਾਲੀ ਕਿਤਾਬ ਦੀ ਭਾਲ ਸੀ। ਇੱਕ ਵਾਰ ਉਹਨਾਂ ਕਿਸੇ ਕੋਠੀ ਦੀ ਤਲਾਸ਼ੀ ਲਈ ਸੀ। ਮੁੰਡਿਆਂ ਦੇ ਪੜ੍ਹਨ ਵਾਲੇ ਕਮਰੇ 'ਚ ਉਹਨਾਂ ਨੂੰ ਨੰਗੀਆਂ ਤਸਵੀਰਾਂ ਵਾਲੀਆਂ ਕਈ ਕਿਤਾਬਾਂ ਮਿਲੀਆਂ ਸਨ। ਕਈ ਮਹੀਨੇ ਉਹ ਤਸਵੀਰਾਂ ਦੇਖ ਦੇਖ ਸੁਆਦ ਲੈਂਦੇ ਰਹੇ। ਇਹ ਮੁੰਡਾ ਵੀ ਉਸੇ ਉਮਰ ਦਾ ਸੀ। ਕਾਲਜ 'ਚ ਲਿਜਾਣ ਲਈ ਤਾਂ ਡੱਬ 'ਚ ਦਿੱਤੀ ਹੋਈ ਇੱਕ ਕਾਪੀ ਕਾਫੀ ਹੁੰਦੀ ਹੈ। ਫਿਰ ਕਿਤਾਬਾਂ ਦਾ ਹੈ ਤਾਂ ਮਜ਼ੇਦਾਰ ਕਿਤਾਬਾਂ ਹੀ ਹੋਣਗੀਆਂ। ਇੱਥੇ ਕੁਝ ਹੋਰ ਹੀ ਸੀ। ਦਵੰਦਾਤਮਕ ਪਦਾਰਥਵਾਦ, ਜੁੱਗਾਂ ਜਿੱਡੀ ਛਾਲ, ਸੂਹੀ ਸਵੇਰ, ਮੈਂ ਨਾਸਤਕ ਹਾਂ, ਮਾਨ ਸਮਤਾਦ। ਜਦ ਸਾਹਮਣੀ ਕੰਧ 'ਤੇ ਭਗਤ ਸਿੰਘ ਦਾ ਕੈਲੰਡਰ ਲਟਕ ਰਿਹਾ ਸੀ। ਉਸ ਕੈਲੰਡਰ ਦੇ ਨਾਲ ਇੱਕ ਹੋਰ ਕੈਲੰਡਰ ਲਟਕ ਰਿਹਾ ਸੀ, ਜਿਸ 'ਤੇ ਛਪੀ ਤਸਵੀਰ ਸੇਵਾ ਸਿੰਘ ਨੂੰ ਕਿਸੇ ਜਾਣੇ ਪਛਾਣੇ ਬੰਦੇ ਦੀ ਲੱਗੀ। ਨੇੜੇ ਹੋ ਕੇ ਹੇਠਾਂ ਛਪਿਆ ਨਾਂ ਪੜ੍ਹਿਆ ਤਾਂ ਉਹਨੂੰ ਯਾਦ ਆਇਆ, ਇਹ ਮੂਸਾ ਵਾਲਾ ਬੇਅੰਤ ਸਿੰਘ ਸੀ, ਜਿਹਨੂੰ 15-20 ਸਾਲ ਪਹਿਲਾਂ ਉਹਨਾਂ ਦੀ ਪੁਲਿਸ ਪਾਰਟੀ ਨੇ ਗੱਡੀ ਚਾੜਿਆ ਸੀ। ਇਹਦਾ ਮਤਲਬ ਸੀ ਕਿ ਇਹ ਵੀ ਗਰਮ ਖਿਆਲੀਆ ਸੀ। ਸੇਵਾ ਸਿੰਘ ਦਾ ਮਸ਼ਵਰਾ ਬੂਝਾ ਸਿੰਘ ਨੂੰ ਜੱਚ ਗਿਆ। ਕਿਤਾਬ ਦੇ ਆਧਾਰ 'ਤੇ ਉਸ 'ਤੇ ਇੱਕ ਪਿਸਤੌਲ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਸੀ। ਬੂਝਾ ਸਿੰਘ ਥਾਣੇ ਲੱਗਾ ਹੁੰਦਾ ਤਾਂ AK-47 ਰਾਈਫਲ ਫਿੱਟ ਕਰਦਾ। CID ਵਾਲਿਆਂ ਨੂੰ ਤਾਂ 60 ਦਾ ਪਿਸਤੌਲ ਖਰੀਦਣਾ ਵੀ ਮੁਸ਼ਕਿਲ ਹੁੰਦਾ। ਪਹਿਲਾ ਸ਼ਿਕਾਰ ਫਸਾ ਕੇ ਉਹ ਨੱਥੂ ਤੇ ਬੰਸੋ ਨੂੰ ਲੱਭਣ ਲੱਗੇ। ਬੂਝਾ ਸਿੰਘ ਚੰਦੇ ਦੀਆਂ ਗੱਲਾਂ ਸੁਣ ਹੁੰਦਾ ਜਾ ਰਿਹਾ ਸੀ। ਉਹਨੂੰ ਸਿਪਾਹੀਆਂ ਦੀ ਅਣਗਹਿਲੀ ਤੇ ਗੁੱਸਾ ਚੜ੍ਹ ਰਿਹਾ ਸੀ। ਨੱਥੂ ਨੂੰ ਮਰਿਆਂ 6 ਮਹੀਨੇ ਹੋ ਗਏ। ਬੰਸ ਦੀ ਅੰਬਾਲੇ ਵਿੱਚ ਪਈ ਉਹ ਜ਼ਿੰਦਗੀ ਤੇ ਮੌਤ ਵਿਚਕਾਰ ਲਟਕ ਰਹੀ। ਖਰੈਤੀ ਨੂੰ ਸਰਸਾ ਪੁਲਿਸ ਫੜ ਕੇ ਲੈ ਗਈ ਹੈ। ਜਦੋਂ ਦਾ ਆਇਆ ਹੈ ਉਹਨੂੰ ਦਿਖਾਈ ਦੇਣੋਂ ਹਟ ਗਿਆ। ਟੱਟੀ ਪਿਸ਼ਾਬ ਲਈ ਉਹਨੂੰ ਸਹਾਰੇ ਦੀ ਲੋੜ ਪੈਂਦੀ ਹੈ। ਬੂਝਾ ਸਿੰਘ ਸ਼ੁਕਰ ਕਰ ਰਿਹਾ ਸੀ ਉਹਦੇ ਅਫਸਰ ਵੀ ਉਸੇ ਵਰਗੇ ਬੂਝੜ ਸਨ। ਕਦੇ ਕਿਸੇ ਨੇ ਮੌਕੇ ਦੀ ਪੜਤਾਲ ਕੀਤੀ ਹੁੰਦੀ ਤਾਂ ਬੂਝਾ ਸਿੰਘ ਨੌਕਰੀਆਂ ਨਿਕਲਿਆ ਹੁੰਦਾ। ਰਿਪੋਰਟਾਂ ਵਿੱਚੋਂ ਨੱਥੂ ਨੂੰ ਸਹੀ ਸਲਾਮਤ ਦਿਖਾ ਰਹੇ ਹਨ। ਉਹਦਾ ਮਨ ਕਾਹਲਾ ਪੈਣ ਲੱਗਾ, ਕਦੋਂ ਦਫ਼ਤਰ ਜਾਏ ਤੇ ਕਦੋਂ ਰਿਪੋਰਟਾਂ ਦਰੁਸਤ ਕਰੇ। ਇੱਕ ਇੱਕ ਕਰਕੇ ਉਹਨੇ ਸਾਰੇ ਘਰ-ਬਾਰ ਛਾਣ ਸੁੱਟੇ। ਕਿਸੇ ਪਾਸਿਓਂ ਚੋਰੀ ਦੀ ਕੀਮਤੀ ਮਾਲ ਤੱਕ ਹੀ ਨਿੱਤ ਵਰਤੋਂ ਵਾਲਾ ਟੁੱਟਾ ਫੁੱਟਾ ਸਮਾਨ ਵੀ ਨਾ ਲੱਭਾ। ਇਹ ਲਾਲਾ ਜੀ ਦੀ ਮਿਹਨਤ ਦਾ ਸਦਕਾ ਸੀ। ਉਹਨੇ ਕਈਆਂ ਨੂੰ ਮਾੜੇ ਕੰਮੋਂ ਹਟਾਇਆ ਸੀ। ਬੈਂਕਾਂ 'ਚੋਂ ਕਰਜ਼ੇ ਲੈ ਕੇ ਰੇਹੜੇ ਰਿਕਸ਼ੇ ਤੇ ਮੱਝਾਂ ਲੈ ਦਿੱਤੀਆਂ ਸਨ। ਸੂਰਾਂ ਦੀਆਂ ਨਵੀਆਂ ਨਸਲਾਂ ਨਾਭਿਓਂ ਮੰਗਵਾਈਆਂ। ਘਰ ਘਰ ਖੜੀਆਂ ਮੱਝਾਂ ਵਾੜਿਆਂ 'ਚ ਫਿਰਦੇ ਚਿੱਟੇ ਦੁੱਧ ਵਰਗੇ ਸੂਰ ਤੇ ਖੁਰਲੀਆਂ 'ਚ ਠੂੰਗਾ ਮਾਰਦੀਆਂ ਮੁਰਗੀਆਂ ਦੱਸਦੀਆਂ ਸਨ ਕਿ ਇੱਥੇ ਕੁਝ ਤਬਦੀਲੀ ਆਈ ਸੀ। ਵਿਹੜਾ ਬਦਲ ਗਿਆ ਤਾਂ ਬਦਲਿਆ ਰਹੇ। ਬੂਝਾ ਸਿੰਘ ਤੇ 60-37 ਦਾ ਕਰੋਪ ਚੱਲਦਿਆਂ 5 ਸਾਲ ਹੋ ਗਏ ਸਨ। ਉਹਨੇ ਵੀ ਆਪਣੀ ਕਿਸਮਤ ਬਦਲਣੀ ਸੀ। ਪੈਸੇ 5-4 ਮੁਕੱਦਮੇ ਉਹਨੇ ਹਰ ਹਾਲਤ 'ਚ ਬਣਾਉਣੇ ਸਨ। ਉਹ ਬਦਲ ਗਏ ਤਾਂ ਬੂਝਾ ਸਿੰਘ ਉਹਨਾਂ ਦੀ ਮਦਦ ਕਰ ਦੇਗਾ। ਥਾਣੇਦਾਰ ਲੱਗਦਿਆਂ ਹੀ ਉਹਨਾਂ ਦੇ ਮੁਕੱਦਮਿਆਂ ਦਾ ਖਰਚਾ ਆਪਣੇ ਕੋਲੋਂ ਦੇ ਦੇਗਾ। ਜੁਰਮਾਨਾ ਹੋ ਗਿਆ ਤਾਂ ਆਪ ਭਰ ਦੇਗਾ। ਗਵਾਹੀ ਦੇਣੀ ਬੂਝਾ ਸਿੰਘ ਦੇ ਹੱਥ ਹੋਏਗੀ ਹੀ। ਅਜਿਹੀ ਗਵਾਹੀ ਦੇਗਾ ਕਿ ਜੱਜ ਉਹਨਾਂ ਨੂੰ ਪਹਿਲੀ ਪੇਸ਼ੀ ਬਰੀ ਕਰ ਲੈਣਗੇ। ਮਨ ਨਾਲ ਪੱਕਾ ਫੈਸਲਾ ਕਰਕੇ ਬੂਝਾ ਸਿੰਘ ਨੇ ਬੰਦੇ ਛਾਂਟਣੇ ਸ਼ੁਰੂ ਕੀਤੇ। ਸ਼ਾਮੂ ਤੇ ਤਾਂ ਪਿਸਤੌਲ ਠੀਕ ਸੀ। ਗਿੰਦੇ ਤੇ 10 ਕਿਲੋ ਅਫੀਮ ਦਾ ਮੁਕੱਦਮਾ ਬਣ ਸਕਦਾ ਸੀ। ਬਚਨੀ ਤੇ ਚੋਰੀ ਦਾ ਸ਼ਿੰਦੋ ਤੇ ਭੱਠੀ ਮੜੀ ਜਾਏਗੀ। 4 ਕੁ ਮੁਕੱਦਮਿਆਂ ਨਾਲ ਉਹਦੀ ਵਾਹਵਾ ਹੋ ਜਾਣੀ ਸੀ। ਮਾਰ ਧਾੜ ਕਰਕੇ ਮੁਕੱਦਮਿਆਂ ਲਈ ਲੋੜੀਂਦਾ ਸਮਾਨ ਚੁੱਕ ਕੇ ਬੂਝਾ ਸਿੰਘ ਨੇ ਸ਼ਾਮੂ, ਛਿੰਦੇ, ਗਿੰਦੇ ਤੇ ਬਚਨੀ ਦੇ ਨਾਲ 5-4 ਹੋਰ ਨੂੰ ਵੀ ਅੱਗੇ ਲਾ ਲਿਆ। ਲੋੜ ਪੈਣ 'ਤੇ ਬੰਦਿਆਂ ਦੀ ਅਦਲਾ ਬਦਲੀ ਕੀਤੀ ਜਾ ਸਕਦੀ ਸੀ। ਵਾਪਸ ਮੁੜਦਾ ਬੂਝ ਸਿੰਘ ਖੁਸ਼ ਸੀ। ਹੁਣ ਤਾਂ ਥਾਣੇਦਾਰੀ ਵੱਟ 'ਤੇ ਸੀ।